ਸਤਨਾਮ ਸ੍ਰੀ ਵਾਹਿਗੁਰੂ ਜੀ। ਹੋਵੈ ਸਿਫਤ ਹੁਸਨ ਦੀ ਨੂਰ ਅਰਸਹੁ ਕੁਰਸਹੁ ਝੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਪਹਿਲਾ ਅਸ਼ਟਪਦੀਆ। ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਮਹੱਲਾ ਪਹਿਲਾ। ਘਰ ਪਹਿਲਾ ਅਸ਼ਟਪਦੀਆ। ਆਖ ਆਖ ਮਨ ਵਾਵਣਾ ਜਿਉ ਜਿਉ ਜਾਪੈ ਵਾਇ। ਜਿਸਨੋ ਵਾਏ ਸੁਣਾਈਐ ਸੋ ਕੇਵਡ ਕਿਤ ਥਾਇ। ਆਖ ਆਖ ਮਨ ਵਾਵਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜੋ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੈ। ਗੁਰੂ ਕਿਰਪਾ ਸਦਕਾ ਸ੍ਰੀ ਰਾਗ ਦੇ ਅੰਦਰ ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਸ਼ਬਦ ਹਨ, ਇਹਨਾਂ ਦੀ ਵਿਚਾਰ ਹੋ ਰਹੀ ਹੈ। ਇੱਥੋਂ ਹੁਣ ਸ੍ਰੀ ਰਾਗ ਦੀਆਂ ਅਸ਼ਟਪਦੀਆਂ ਆਰੰਭ ਹੋ ਰਹੀਆਂ। ਸਤਿਗੁਰੂ ਮਹਾਰਾਜ ਜੀ ਬੀਜ ਰੂਪ ਮੰਗਲ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕੋ ਇੱਕ ਦਾ ਵਾਚਕ, ਜਿਸ ਵਰਗਾ ਹੋਰ ਕੋਈ ਨਹੀਂ। ਇੱਕੋ ਹੀ ਪਰਮਾਤਮਾ ਵਾਹਦ ਹਸਤੀ ਓੰਕਾਰ, ਜੋ ਸਭਨਾਂ ਦਾ ਪ੍ਰਕਾਸ਼ਕ ਹੈ। ਸਤ ਚੇਤਨ ਆਨੰਦ ਸਰੂਪ ਵਾਹਿਗੁਰੂ, ਜਾਤੀ ਵਿਜਾਤੀ ਸਵਾਗਤ ਭੇਦ ਤੋਂ ਰਹਿਤ। ਜੋ ਸਤ ਸਰੂਪ ਸਤਿਗੁਰੂ ਜੀ ਹਨ, ਉਹਨਾਂ ਦੀ ਪ੍ਰਸਾਦ ਕਿਰਪਾ ਦੁਆਰਾ ਵਾਹਿਗੁਰੂ ਜੀ ਦਾ ਗਿਆਨ ਪ੍ਰਗਟ ਹੁੰਦਾ ਹੈ, ਵਾਹਿਗੁਰੂ ਜੀ ਨਾਲ ਮਿਲਾਪ ਹੁੰਦਾ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਅੰਦਰ ਪਹਿਲੇ ਘਰ ਸੁਰਤਾਲ ਅੰਦਰ ਘਰ ਪਹਿਲਾ ਅਸ਼ਟਪਦੀਆਂ 8 ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਹਨ। ਹਜ਼ੂਰ ਫਰਮਾਨ ਕਰਦੇ ਨੇ, ਆਖ ਆਖ ਮਨ ਵਾਵਣਾ ਜਿਉ ਜਿਉ ਜਾਪੈ ਵਾਏ। ਆਪ ਸੰਗਤ ਦੀ ਗਿਆਤ ਵਾਸਤੇ ਅਰਜ਼ ਕਰਾਂ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿਹੜਾ ਇਹਨਾਂ ਪੰਕਤੀਆਂ ਦਾ ਅਰਥ ਕੀਤੇ ਨੇ, ਉਹ ਬਿਲਕੁਲ ਸਹੀ ਨਹੀਂ ਜਾਪਦੇ। ਉਹਨਾਂ ਨੇ, ਕਿਉਂਕਿ ਉਹ ਨਾਮ ਉਚਾਰਨ ਕਰਨ ਨੂੰ ਬਾਣੀ ਬਹੁਤੀ ਪੜ੍ਹਨ ਨਾਲ ਸਹਿਮਤ ਨਹੀਂ ਜਾਪਦੇ। ਜਿਵੇਂ ਇੱਕ ਦੂਜੀ ਬਹੁ ਲੱਖ ਹੋਵੇ ਲੱਖ ਹੋ ਗਏ ਲੱਖ 20 ਦੇ ਅਰਥ ਵੀ ਉਹਨਾਂ ਨੇ ਹੋਰ ਢੰਗ ਨਾਲ ਕੀਤੇ ਨੇ। ਉਹਨਾਂ ਦੇ ਕੀਤੇ ਅਰਥਾਂ ਨਾਲ ਕੋਈ ਹੋਰ ਵਿਦਵਾਨ ਸਹਿਮਤ ਨਹੀਂ ਹੋਇਆ। ਇੱਥੇ ਵੀ ਉਹਨਾਂ ਕਿਹਾ ਵੀ ਪਰਮਾਤਮਾ ਦਾ ਨਾਮ ਜੋ ਬਾਰ-ਬਾਰ ਆਖਣਾ ਹੈ, ਇਹਦੇ ਨਾਲ ਮਨ ਨੂੰ ਖਪਾਉਣਾ ਹੀ ਹੈ। ਮਨ ਵਾਵਣਾ ਦਾ ਅਰਥ ਉਹਨਾਂ ਕੀਤਾ ਭਈ ਖਵਾਰ ਕਰਨਾ, ਮਨ ਨੂੰ ਖਪਾਉਣਾ ਹੀ ਹੈ। ਜਿਵੇਂ ਜਿਵੇਂ ਕੋਈ ਜਾਪੈ ਜਾਣ ਲੈਂਦਾ ਹੈ ਅਤੇ ਇਸ ਪ੍ਰਕਾਰ ਵਾਏ, ਉਹ ਬਾਅਦ 'ਚ ਉਹਨੂੰ ਪਤਾ ਲੱਗਦਾ ਵੀ ਇਹ ਮਨ ਦੀ ਖੁਆਰੀ ਹੈ, ਜਿਹੜਾ ਬਹੁਤਾ ਉਚਾਰਨ ਕਰੀ ਜਾਣਾ। ਸੋ ਇਤਿਆਦਿਕ ਉਹਨਾਂ ਅਰਥ ਕੀਤੇ ਨੇ, ਪਰ ਉਹ ਸਹੀ ਨਹੀਂ। ਜੋ ਮਹਾਂਪੁਰਸ਼ਾਂ ਨੇ, ਦਾਨਿਆਂ ਨੇ, ਹੋਰਨਾਂ ਵਿਦਵਾਨਾਂ ਅਰਥ ਕੀਤੇ ਨੇ, ਉਹ ਅਰਥ ਇੰਝ ਹਨ ਕਿ ਆਖ ਆਖ ਮਨ ਵਾਵਣਾ। ਜ਼ੁਬਾਨ ਦੇ ਨਾਲ ਬਾਰ-ਬਾਰ ਅਸੀਂ ਵਾਹਿਗੁਰੂ ਦਾ ਨਾਮ ਆਖਦੇ ਹਾਂ। ਆਖ ਆਖ ਕੇ ਆਪਣੇ ਮਨ ਨੂੰ ਵੀ ਪਰਮਾਤਮਾ ਦਾ ਨਾਮ ਉਚਾਰਨ ਕਰਨ ਦੀ ਆਦਤ ਪਾਉਂਦੇ ਹਾਂ। ਮਨ ਨੂੰ ਵਾਵਣਾ ਹੁੰਦਾ ਵੈਸੇ ਵਜਾਉਣਾ, ਵਾਵਣਹਾਰੇ, ਵਜਾਉਣ ਵਾਲੇ ਵਜੰਤਰੀ, ਆਪਣੇ ਮਨ ਦਾ ਵਾਜਾ ਵਜਾਉਂਦੇ ਆ। ਜਾਂ ਮਨ ਜਿਹੜਾ ਹੈ ਇਹ ਵਾਵਣਾ ਪਰਮੇਸ਼ਰ ਦੇ ਜਸ ਦਾ ਵਾਜਾ ਵਜਾਉਣ ਲੱਗ ਪੈਂਦਾ। ਔਰ ਇਸੇ ਤਰ੍ਹਾਂ ਵਾਵਣਾ ਦਾ ਅਰਥ ਸੂਖਮ ਕਰਨਾ ਵੀ ਕੀਤਾ ਵੀ ਵਾਹਿਗੁਰੂ ਦੇ ਨਾਮ ਨੂੰ ਬਾਰ-ਬਾਰ ਬੋਲ ਕੇ ਆਪਣੇ ਮਨ ਨੂੰ ਅਸੀਂ ਸੂਖਮ ਕਰਦੇ ਹਾਂ। ਜਿਉਂ ਜਿਉਂ ਜਾਪੈ ਵਾਏ, ਉਚਾਰਨ ਕਰਨਾ ਵੀ ਹੈ ਵੀ ਆਖੀ ਦਾ ਜ਼ਬਾਨ ਨਾਲ ਹੈ, ਤਾਂ ਕਿ ਮਨ ਵੀ ਉਚਾਰਨ ਕਰਨ ਲੱਗ ਪਏ ਵਾਹਿਗੁਰੂ ਦੇ ਨਾਮ ਨੂੰ। ਜਿਉਂ ਜਿਉਂ ਜਾਪੈ ਵਾਏ, ਅਤੇ ਜਿਵੇਂ ਜਿਵੇਂ ਫਿਰ ਇਹ ਮਨ ਉਸ ਦੇ ਨਾਮ ਦਾ ਵਾਜਾ ਵਜਾਉਣ ਲੱਗ ਪੈਂਦਾ, ਉਸ ਦੇ ਨਾਮ ਨੂੰ ਉਚਾਰਨ ਕਰਨ ਲੱਗ ਪੈਂਦਾ, ਤਾਂ ਫਿਰ ਇਹ ਜਾਪੈ ਜਾਣ ਲੈਂਦਾ, ਵਾਹਿਗੁਰੂ ਪਰਮੇਸ਼ਰ ਨੂੰ ਸਮਝ ਲੈਂਦਾ, ਵਾਹਿਗੁਰੂ ਦੀ ਵਡਿਆਈ ਨੂੰ। ਜਿਸਨੂੰ ਵਾਏ ਸੁਣਾਈਐ ਸੋ ਕੇਵਡ ਕਿਤ ਥਾਏ। ਜਿਸ ਦੇ ਤਾਈਂ ਅਸੀਂ ਆਪਣੇ ਮਨ ਦੁਆਰਾ ਵਾਹਿਗੁਰੂ ਦੇ ਜਸ ਦਾ ਵਾਜਾ ਵਜਾ ਕੇ ਸੁਣਾਉਂਦੇ ਹਾਂ, ਉਹ ਪ੍ਰਮਾਤਮਾ ਕਿੱਡਾ ਕੁ ਵੱਡਾ ਹੈ।
ਜਿਸ ਦਾ ਜਸ ਅਸੀਂ ਗਾਉਂਦੇ ਹਾਂ ਕਿ ਉਹ ਪ੍ਰਮਾਤਮਾ ਸੁਣ ਕੇ ਸਾਡੇ 'ਤੇ ਰੀਝ ਪਵੇ। ਜਿਸ ਅੱਗੇ ਅਸੀਂ ਬੇਨਤੀਆਂ ਕਰਦੇ ਹਾਂ ਉਹ ਸਾਡੇ 'ਤੇ ਰੀਝ ਪਵੇ। ਪਰ ਉਹ ਕਿੱਡਾ ਕੁ ਵੱਡਾ ਹੈ, ਕਿਤ ਥਾਏ ਤੇ ਉਸ ਦਾ ਅਸਥਾਨ ਕਿੱਡਾ ਕੁ ਵੱਡਾ, ਕਿਸ ਅਸਥਾਨ 'ਤੇ ਉਹ ਰਹਿੰਦਾ ਹੋਵੇਗਾ। ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵ ਲਾਏ। ਜਿੰਨੇ ਵੀ ਵਾਹਿਗੁਰੂ ਦੇ ਨਾਮ ਨੂੰ ਬੋਲਣ ਵਾਲੇ ਹਨ, ਆਖਣ ਵਾਲੇ ਹਨ, ਵਡਿਆਈ ਕਰਨ ਵਾਲੇ ਹਨ, ਸਾਰੇ ਆਖ ਕੇ ਆਖਰ ਪਰਮਾਤਮਾ ਦੇ ਵਿੱਚ ਲਿਵ ਲਾ ਰਹੇ ਲਿਵ ਲਾਏ, ਰਹਿ ਗਏ, ਟਿਕ ਗਏ, ਲਿਵ ਲਾ ਕੇ ਪਰਮੇਸ਼ਰ ਵਿੱਚ ਹੀ ਸਮਾ ਗਏ। ਔਰ ਇਸੇ ਤਰ੍ਹਾਂ ਥੱਕ ਗਏ, ਲਿਵ ਲਾ ਕੇ ਆਖਦੇ ਹੋਏ, ਲਿਵ ਲਾ ਕੇ ਸੁਰਤ ਜੋੜ ਕੇ ਆਖਦੇ ਥੱਕ ਗਏ, ਪਰ ਅੰਤ ਨਹੀਂ ਪਾਇਆ। ਆਖਣਾ ਤਾਂ ਚਾਹੀਦਾ ਨਾ, ਇਹ ਨਹੀਂ ਵੀ ਆਖੀਏ ਹੀ ਨਾ, ਵਾਹਿਗੁਰੂ ਦੇ ਨਾਮ ਨੂੰ ਬੋਲੀਏ ਨਾ। ਸਤਿਗੁਰਾਂ ਦੇ ਬਾਰ-ਬਾਰ ਉਪਦੇਸ਼ ਦਿੱਤਾ ਭਈ ਰਸਨਾ ਨਾਲ ਵੀ ਉਚਾਰਨ ਕਰੋ ਅਤੇ ਮਨ ਨੂੰ ਵੀ ਪਰਮਾਤਮਾ ਦੇ ਜਸ ਵਿੱਚ ਲਾਓ। ਆਖੋ ਤਾਂ ਕਿ ਮਨ ਜਿਹੜਾ ਹੈ ਇਹ ਵੀ ਲੱਗ ਜੇ ਵਾਹਿਗੁਰੂ ਦੇ ਜਸ ਨੂੰ ਪ੍ਰੇਮ ਨਾਲ ਬੋਲਣ ਵਿੱਚ। ਮਨ ਅਤੇ ਰਸਨਾ ਇਕੱਠੇ ਹੋ ਜਾਣ। ਰਸਨਾ ਨਾਲ ਜਪੀਏ ਅਤੇ ਮਨ ਦੁਆਰਾ ਧਿਆਈਏ, ਮਨ ਸੁਣੇ ਕੰਨਾਂ ਦੁਆਰਾ, ਅਤੇ ਇੰਝ ਪਰਮਾਤਮਾ 'ਚ ਲਿਵ ਲੱਗਦੀ ਆ। ਤਾਂ ਔਰ ਇੰਝ ਆਖਣ ਦੇ ਨਾਲ ਕਹਿਣ ਵਾਲੇ ਤੇਰੇ ਰਹੇ ਸਮਾਏ ਬਚਨ ਆਇਆ। ਤੇਰੇ ਜਸ ਨੂੰ ਕਹਿਣ ਵਾਲੇ ਤੇਰੇ ਵਿੱਚ ਹੀ ਸਮਾ ਰਹਿੰਦੇ ਹਨ, ਸਮਾ ਜਾਂਦੇ ਹਨ। ਸੋ ਇਸ ਵਾਸਤੇ ਇਹ ਨਹੀਂ ਪਈ ਬਾਰ-ਬਾਰ ਆਖਣਾ ਯੋਗ ਨਹੀਂ ਹੈ, ਆਖਣਾ ਯੋਗ ਹੈ। ਪਰ ਇਹ ਵੀ ਕਿ ਮਨ ਕਿਸੇ ਤਰ੍ਹਾਂ ਪਰਮਾਤਮਾ ਦੇ ਜਸ 'ਚ ਲੱਗ ਜਾਏ। ਮਨ ਹੋਰ ਨਿੰਦਿਆ ਚੁਗਲੀ ਦੇ ਰਸ ਵਿੱਚ ਨਾ ਰਹੇ, ਹੋਰ ਗੱਲਾਂ ਸੁਣਨ ਦਾ ਆਦੀ ਨਾ ਰਹੇ, ਇਹਦੀਆਂ ਆਦਤਾਂ ਬਦਲ ਜਾਣ। ਇਹ ਵੀ ਪਰਮੇਸ਼ਰ ਦੇ ਨਾਮ ਦਾ ਜਸ ਉਚਾਰਨ ਵਾਲਾ ਬਣ ਜਾਏ। ਬਾਬਾ ਅੱਲਾਹ ਅਗਮ ਅਪਾਰ, ਬਾਬਾ ਹੈ ਭਾਈ ਹੈ ਬਜ਼ੁਰਗੋ, ਅੱਲਾ ਅਕਾਲ ਪੁਰਖ, ਅੱਲਾਹ ਅਗਮ ਅਪਾਰ। ਜੋ ਅੱਲਾ ਪਰਮਾਤਮਾ ਹੈ ਨਾ, ਉਹ ਅਗਮ ਮਨ ਦੀ ਪਹੁੰਚ ਤੋਂ ਪਰੇ ਹੈ। ਮਨ ਕਰਕੇ, ਇੰਦਰੀਆਂ ਕਰਕੇ ਕਿਸੇ ਤਰ੍ਹਾਂ ਵੀ ਪਹੁੰਚਿਆ ਨਹੀਂ ਜਾ ਸਕਦਾ ਉਹਦੇ ਅੰਤ ਤੱਕ। ਪਹੁੰਚ ਤਾਂ ਇਹੀ ਹੈ ਨਾ ਵੀ ਅੰਤ ਪਾ ਲਈਏ ਉਹਦਾ, ਪਰ ਪਹੁੰਚ ਹੋ ਨਹੀਂ ਸਕਦੀ। ਅਪਾਰ ਪਾਰਾਵਾਰ ਤੋਂ ਰਹਿਤ ਬੇਅੰਤ ਹੈ ਪਰਮੇਸ਼ਰ, ਪਾਕੀ ਨਾਈ ਪਾਕ ਥਾਏ, ਸੱਚਾ ਪਰਵਦਗਾਰ। ਨਾਈ ਦਾ ਅਰਥ ਹੈ ਅਸਨਾਈ, ਸੋਭਾ, ਵਡਿਆਈ, ਉਪਮਾ ਪਰਮਾਤਮਾ ਦੀ। ਉਹ ਪਾਕੀ ਦਾ ਮਤਲਬ ਪਾਕ ਪਵਿੱਤਰ ਹੈ। ਫਾਰਸੀ ਭਾਸ਼ਾ ਦਾ ਸ਼ਬਦ ਹੈ ਪਾਕ। ਪਾਕ ਦਾ ਅਰਥ ਹੈ ਪਵਿੱਤਰ। ਪਰਮਾਤਮਾ ਦੀ ਵਡਿਆਈ ਵੀ ਬੜੀ ਪਾਕ ਪਵਿੱਤਰ ਹੈ ਅਤੇ ਉਸ ਦਾ ਉਹ ਸਥਾਨ ਜਿੱਥੇ ਉਸ ਦਾ ਵਾਸਾ ਹੈ, ਰੁਤਬਾ, ਮੁਰਾਤਬਾ ਅਤੇ ਅਸਥਾਨ, ਟਿਕਾਣਾ ਵੀ ਬੜਾ ਪਾਕ ਪਵਿੱਤਰ ਹੈ। ਸੱਚਾ ਪਰਵਦਗਾਰ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਸਦੀਵੀ ਕਾਲ ਸੱਚਾ ਹੈ, ਸੱਚ ਸਰੂਪ ਹੈ ਅਤੇ ਪਰਵਦਗਾਰ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ, ਪਰਵਰਿਸ਼ ਕਰਨ ਵਾਲਾ ਹੈ, ਸਭ ਦੀ ਪ੍ਰਤਪਾਲਾ ਕਰਨ ਵਾਲਾ ਹੈ, ਪਾਲਣਹਾਰ ਹੈ। ਰਹਾਓ ਤੇਰਾ ਹੁਕਮ ਨਾ ਜਾਪੀ ਕੇਤੜਾ, ਲਿਖ ਨਾ ਜਾਣਾ ਕੋਏ। ਜਿਸ ਤਰ੍ਹਾਂ ਜਹਾਜ਼ 'ਚ ਲੱਗੀ ਹੋਈ ਕੰਪਾਸ ਸੂਈ ਹਮੇਸ਼ਾ ਉੱਤਰੀ ਧਰੁਵ ਵਾਲੇ ਪਾਸੇ ਰਹਿੰਦੀ ਹੈ, ਉਹਦੇ ਤੋਂ ਦਿਸ਼ਾ ਦਾ ਪਤਾ ਲੱਗਦਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਭਾਵੇਂ ਕਿਸੇ ਦੇ ਪ੍ਰਥਾਏ ਵੀ ਬਚਨ ਉਚਾਰਦੇ ਹੋਣ, ਤਾਂ ਸਤਿਗੁਰੂ ਮਹਾਰਾਜ ਦੀ ਅੰਦਰਲੀ ਸੁਰਤ ਹਮੇਸ਼ਾ ਵਾਹਿਗੁਰੂ ਦੇ ਸਨਮੁਖ ਰਹਿੰਦੀ ਹੈ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਜੋ ਤੁਹਾਡਾ ਹੁਕਮ ਹੈ ਨਾ, ਉਹ ਜਾਣਿਆ ਨਹੀਂ ਜਾਂਦਾ। ਜਾਪੀ ਦਾ ਅਰਥ ਜਾਣਨਾ, ਨਾ ਜਾਪੀ ਨਹੀਂ ਜਾਣਿਆ ਜਾਂਦਾ, ਕਿੱਡਾ ਕੁ ਵੱਡਾ ਹੈ। ਲਿਖ ਨਾ ਜਾਣੈ ਕੋਏ, ਜਿਵੇਂ ਬਚਨਨ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਵਾਹਿਗੁਰੂ ਪਰਮਾਤਮਾ ਬਹੁਤ ਵੱਡਾ ਹੈ, ਉਹਦਾ ਕਥਨ ਨਹੀਂ ਹੁੰਦਾ। ਅਤੇ ਇਸੇ ਤਰ੍ਹਾਂ ਵਾਹਿਗੁਰੂ ਜੀ ਦਾ ਹੁਕਮ ਵੀ ਕਥਨ ਨਹੀਂ ਹੋ ਸਕਿਆ, ਨਾ ਹੋ ਸਕੇਗਾ। ਤੇਰਾ ਹੁਕਮ ਨਾ ਜਾਪੀ ਕੇਤੜਾ, ਤੇਰਾ ਹੁਕਮ ਨਹੀਂ ਜਾਣਿਆ ਜਾਂਦਾ ਵੀ ਕੇਤੜਾ ਕਿੱਡਾ ਕੁ ਵੱਡਾ ਹੈ, ਕਿੰਨਾ ਕੁ ਤੇਰਾ ਹੁਕਮ, ਕਿੱਥੋਂ ਕੁ ਤੱਕ ਹੈ। ਲਿਖ ਨਾ ਜਾਣਾ ਕੋਏ, ਅਤੇ ਨਾ ਕੋਈ ਲਿਖਾਰੀ ਲਿਖ ਕੇ ਜਾਣ ਸਕਦਾ, ਨਾ ਲਿਖੇ ਹੋਏ ਨੂੰ ਪੜ੍ਹ ਕੇ ਕੋਈ ਜਾਣ ਸਕਿਆ, ਅਤੇ ਨਾ ਕੋਈ ਜਾਣ ਕੇ ਲਿਖ ਸਕੇਗਾ। ਗਿਆਨ ਹੀ ਨਹੀਂ ਮੁਕੰਮਲ ਤੌਰ 'ਤੇ ਤੇਰੇ ਹੁਕਮ ਦਾ, ਅਤੇ ਲਿਖ ਕੇ ਕੌਣ ਦੱਸੇ ਕਿ ਏਡਾ ਕੁ ਵੱਡਾ ਹੁਕਮ ਹੈ। ਨਾ ਕਿਸੇ ਨੇ ਲਿਖਿਆ ਹੈ ਅਤੇ ਨਾ ਉਸ ਲਿਖੇ ਨੂੰ ਪੜ੍ਹ ਕੇ ਕੋਈ ਜਾਣ ਸਕਦਾ ਹੈ। ਜੇ 100 ਸਾਇਰ ਮੇਲੀ ਹੈ, ਤਿਲ ਨਾ ਪੁਜਾਵਹਿ ਰੋਏ। ਹੇ ਵਾਹਿਗੁਰੂ, ਜੇ 100 ਸੈਂਕੜੇ ਸ਼ਾਇਰ ਜਿਹੜੇ ਵਿਦਵਾਨ ਕਵੀ ਹਨ ਨਾ, ਉਹ ਮਹਾਰਾਜ ਮੇਲੀਏ ਇਕੱਠੇ ਕਰ ਦਈਏ ਇੱਕ ਥਾਂ, ਅਤੇ ਸਾਰਿਆਂ ਨੂੰ ਕਹੀਏ ਤੁਸੀਂ ਦੱਸੋ ਰੱਬ ਦਾ ਹੁਕਮ ਕਿੱਡਾ ਕੁ ਵੱਡਾ, ਬਿਆਨ ਕਰੋ, ਤਾਂ ਜਿੰਨਾ ਮਰਜ਼ੀ ਉਹ ਰੋਏ, ਖਪਦੇ ਰਹਿਣ, ਬੋਲਦੇ ਰਹਿਣ, ਉਚਾਰਦੇ ਰਹਿਣ, ਤੇਰੇ ਹੁਕਮ ਬਾਰੇ ਵਿਆਖਿਆ ਕਰੀ ਜਾਣ, ਵਿਖਿਆਨ ਕਰੀ ਜਾਣ, ਤਾਂ ਉਹ ਰੋ ਕੇ ਵੀ ਬਿਆਨ ਕਰਨ, ਅਤੇ ਤਿਲ ਮਾਤਰ ਵੀ ਪੁੱਜ ਨਹੀਂ ਸਕਣਗੇ ਤੇਰੇ ਹੁਕਮ ਦਾ ਜਿਹੜਾ ਇੱਕ
ਤਿਲ ਹੈ ਨਾ, ਤਿਲ ਭਾਵ ਥੋੜ੍ਹਾ ਜਿਹਾ ਹਿੱਸਾ, ਉੱਥੋਂ ਤੱਕ ਵੀ ਉਹ ਨਹੀਂ ਪੁੱਜ ਸਕਦੇ ਹਨ। ਕੀਮਤ ਕਿਨੈ ਨਾ ਪਾਈਆ, ਸਭ ਸੁਣ ਸੁਣ ਆਖੈ ਸੋਏ। ਹੇ ਵਾਹਿਗੁਰੂ ਜੀ, ਤੇਰੇ ਹੁਕਮ ਦੀ ਜਾਂ ਆਪ ਜੀ ਦੀ ਜੋ ਕੀਮਤ ਹੈ, ਮੁੱਲ ਹੈ। ਜਿਵੇਂ ਇੰਨਾ ਜਪ ਕਰੀਏ ਤਾਂ ਪਰਮੇਸ਼ਵਰ ਮਿਲਦਾ, ਜਾਂ ਇੰਨਾ ਤਪ ਕਰੀਏ ਤਾਂ, ਜਾਂ ਇੰਨੀ ਵਾਰੀ ਤੀਰਥਾਂ 'ਤੇ ਨਹਾਈਏ ਇਤਿਆਦਿਕ, ਇਹ ਇੰਝ ਜੇ ਕਹੀਏ ਮਿਲ ਪੈਂਦਾ, ਫਿਰ ਤਾਂ ਕੀਮਤ ਪੈ ਗਈ। ਇਸੇ ਤਰ੍ਹਾਂ ਵਾਹਿਗੁਰੂ ਦੇ ਹੁਕਮ ਦੀ ਵੀ ਕੀਮਤ ਕਿਸੇ ਨੇ ਪਾਈ ਨਹੀਂ ਹੈ ਕਿ ਕੋਈ ਇੰਨਾ ਕੁ ਜਪ ਤਪ ਕਰਨ ਵਾਲਾ ਹੁਕਮ ਨੂੰ ਜਾਣ ਲਏਗਾ ਵੀ ਏਡਾ ਵੱਡਾ ਹੁਕਮ ਹੈ। ਨਹੀਂ, ਸਭ ਸੁਣ ਸੁਣ ਆਖੈ ਸੋਏ। ਸਾਰੇ ਲੋਕ ਵੱਡਿਆਂ ਵਡੇਰਿਆਂ ਦੀਆਂ ਗੱਲਾਂ ਸੁਣ ਸੁਣ ਕੇ ਆਖਦੇ ਹਨ ਸੋਏ, ਉਹੀ ਕੁਛ ਬੋਲੀ ਜਾਂਦੇ ਨੇ। ਸੁਣ ਸੁਣ ਕੇ ਆਖਦੇ ਹਨ ਸੋਏ, ਜਿਹੜੇ ਸੁਣਦੇ ਉਹ ਆਖਦੇ ਹਨ, ਗਾਂਹ ਬਿਆਨ ਕਰਦੇ ਅੱਗੇ ਵਾਸਤੇ, ਪਰ ਕੀਮਤ ਨਹੀਂ ਕੋਈ ਪਾ ਸਕਿਆ। ਪੀਰ ਪੈਗੰਬਰ ਸਾਲਕ ਸਾਧਕ ਸੁਹਦੇ ਔਰ ਸ਼ਹੀਦ। ਇਸਲਾਮ ਦੇ ਅੰਦਰ ਪੀਰ ਕਿਹਾ ਜਾਂਦਾ ਹੈ ਮੁਰਸ਼ਿਦ ਨੂੰ। ਜਿਵੇਂ ਸਾਡੇ ਧਰਮ 'ਚ ਗੁਰੂ ਸਾਹਿਬ ਜਾਂ ਗੁਰਮੁਖ ਉੱਚੀ ਪਦਵੀ ਵਾਲੇ ਸੰਤ ਮਹਾਤਮਾ ਆਦਿਕ, ਉਹਨਾਂ 'ਚ ਹੋਰ ਨਾਮ ਲਏ ਜਾਂਦੇ ਨੇ। ਪੀਰ ਜਿਹੜੇ ਮੁਰਸ਼ਿਦ ਹਨ। ਪੈਗੰਬਰ, ਪੈਗਾਮ ਦਾ ਅਰਥ ਹੈ ਪੈਗਾਮ, ਸੁਨੇਹਾ। ਖੁਦਾ ਵੱਲੋਂ ਜਿਹਨੂੰ ਸੁਨੇਹਾ ਉਤਰਦਾ ਹੋਵੇ ਉਹਨੂੰ ਪੈਗੰਬਰ ਮੰਨਿਆ ਗਿਆ। ਔਰ ਇਸਲਾਮ ਦੇ ਅੰਦਰ ਭਾਵੇਂ ਮਸ਼ਹੂਰ ਤਾਂ ਪੈਗੰਬਰ ਮੁਹੰਮਦ ਸਾਹਿਬ ਹੀ ਹਨ, ਪਰ ਉਹਨਾਂ ਦੀਆਂ ਕਿਤਾਬਾਂ ਮੁਤਾਬਕ 1,24,000 ਪੈਗੰਬਰ ਕੁੱਲ ਹੋਏ ਆ, ਅਤੇ 1,000 ਮੇਰਾ ਖਿਆਲ ਖਲੀਫੇ ਉਹਨਾਂ ਲਿਖੇ ਆ। ਇਸ ਤਰ੍ਹਾਂ ਉਹ ਪ੍ਰਮਾਤਮਾ ਵੱਲੋਂ ਖਾਸ ਬੰਦੇ ਜਿਹੜੇ ਦੁਨੀਆ 'ਤੇ ਆਏ, ਉਹਨਾਂ ਨੂੰ ਪੈਗੰਬਰ ਅਤੇ ਖਲੀਫੇ ਅਤੇ ਇਤਿਆਦਿਕ ਪੀਰ ਅਤੇ ਹੋਰ ਸਤਿਕਾਰਯੋਗ ਨਾਮ ਦਿੰਦੇ ਨੇ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਪੀਰ ਮੁਰਸ਼ਿਦ ਪੈਗੰਬਰ ਜਿਹੜੇ ਸੁਨੇਹਾ, ਖੁਦਾ ਦਾ ਸੁਨੇਹਾ ਅੱਗੇ ਦੇਣ ਵਾਲੇ, ਅਤੇ ਸਾਲਕ ਸੱਲਾਂ ਵਾਲੇ, ਸੱਲ ਝੱਲਣ ਵਾਲੇ। ਸੋ ਇਸ ਪ੍ਰਕਾਰ ਜਿਹੜੇ ਸਾਧਨਾ 'ਚ ਲੱਗੇ ਹੋਏ ਆ ਲੋਕ, ਅਤੇ ਸਾਧਕ। ਸੋ ਇਸ ਪ੍ਰਕਾਰ ਸਾਲਕ ਦਾ ਅਰਥ ਹੈ ਰਾਹ ਦਸਾਉਣ ਵਾਲੇ, ਜਿਹੜੇ ਰੱਬ ਦਾ ਰਾਹ ਅੱਗੇ ਦੱਸਣ ਵਾਲੇ ਲੋਕਾਂ ਨੂੰ, ਰੱਬ ਦੇ ਰਾਹ 'ਤੇ ਚੱਲਣ ਵਾਲੇ ਅਤੇ ਹੋਰਨਾਂ ਨੂੰ ਪ੍ਰੇਰਨਾ ਦੇਣ ਵਾਲੇ। ਅਤੇ ਸਾਧਕ ਬੜੇ ਸਿਦਕ ਵਾਲੇ। ਅਤੇ ਸੋਹਦੇ, ਉਸ ਤਰ੍ਹਾਂ ਸ਼ਹੀਦਾਂ ਦਾ ਬਹੁਵਚਨ ਹੈ ਸੋਹਦੇ ਸ਼ਬਦ ਵੀ, ਪਰ ਲਹਿੰਦੀ ਪੰਜਾਬੀ ਦੇ ਅੰਦਰ ਇਹ ਸੋਹਦੇ ਭਲੇ ਮਾਨਸ ਲੋਕਾਂ ਵਾਸਤੇ, ਗਰੀਬੀ ਚਿੱਤ 'ਚ ਵਸਾਉਣ ਵਾਲਿਆਂ ਵਾਸਤੇ ਸੋਹਦੇ ਸ਼ਬਦ ਉਚਾਰਿਆ ਜਾਂਦਾ। ਔਰ ਬੋੜੋ ਅਤੇ ਸ਼ਹੀਦ, ਧਰਮ ਦੀ ਖਾਤਰ ਕੁਰਬਾਨ ਹੋ ਜਾਣ ਵਾਲੇ ਜਿਹੜੇ ਸ਼ਹੀਦ ਹਨ। ਸ਼ੇਖ, ਮਸਾਇਕ, ਕਾਜੀ, ਮੁੱਲਾ, ਦਰਵੇਸ਼, ਰਸੀਦ। ਇਸਲਾਮ ਦੇ ਅੰਦਰ ਸ਼ੇਖ ਨਾਮ ਬਿਰਧ ਜਾਤੀ ਵਾਲਿਆਂ ਨੂੰ ਕਿਹਾ ਜਾਂਦਾ ਹੈ। ਵੈਸੇ ਜਿਹੜੇ ਬ੍ਰਾਹਮਣਾਂ ਤੋਂ ਮੁਸਲਮਾਨ ਬਣੇ ਉਹਨਾਂ ਵਾਸਤੇ ਵੀ ਸ਼ੇਖ ਸ਼ਬਦ ਵਰਤਿਆ ਜਾਂਦਾ ਹੈ। ਅਤੇ ਵੈਸੇ ਸ਼ੇਖ, ਸੈਯਦ ਅਤੇ ਮੁਗਲ ਅਤੇ ਪਠਾਨ, ਇਹ 4 ਵੱਡੀਆਂ ਜਾਤੀਆਂ ਮੰਨੀਆਂ ਇਸਲਾਮ ਦੇ ਅੰਦਰ। ਜਿਵੇਂ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ 4 ਸ਼੍ਰੇਣੀਆਂ 'ਚ ਹਿੰਦੁਸਤਾਨ ਨੂੰ ਵੰਡਿਆ ਗਿਆ, ਅਤੇ ਬ੍ਰਾਹਮਣ ਅਤੇ ਖੱਤਰੀ ਸਵਰਨ ਜਾਤੀਆਂ ਆਦਿਕ ਮੰਨੇ ਗਏ ਨੇ। ਇਸ ਤਰ੍ਹਾਂ ਇਸਲਾਮ ਦੇ ਅੰਦਰ ਸ਼ੇਖ ਸ਼ਬਦ ਦਾ ਅਰਥ ਵੈਸੇ ਬਜ਼ੁਰਗ ਹੈ, ਵੱਡਾ, ਸਤਿਕਾਰਯੋਗ। ਇੱਥੇ ਪਰ ਕੁਝ ਸ਼ੇਖ ਜਾਤੀ ਵੀ ਉਹਨਾਂ ਦੀ, ਅਤੇ ਇਸੇ ਤਰ੍ਹਾਂ ਸੈਯਦ ਵੀ ਜਾਤੀ। ਇਹ 2 ਧਾਰਮਿਕ ਲੋਕਾਂ ਦੀਆਂ ਜਾਤੀਆਂ ਮੰਨੀਆਂ ਗਈਆਂ, ਅਤੇ ਮੁਗਲ ਅਤੇ ਪਠਾਨ ਰਾਜਨੀਤਿਕ ਮੰਨੇ ਗਏ ਆ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਸ਼ੇਖ ਅਤੇ ਮਸਾਇਕ, ਮਸਕਤਾਂ ਮਿਹਨਤਾਂ ਕਰਨ ਵਾਲੇ, ਸਾਧਕ ਲੋਕ, ਸਾਧਨਾ ਕਰਨ ਵਾਲੇ। ਅਤੇ ਇਹ ਸ਼ੇਖ ਦਾ ਬਹੁਵਚਨ ਵੀ ਹੈ। ਸ਼ੇਖ ਮਸਾਇਕ ਦਾ ਮਤਲਬ ਹੈ ਬਹੁਤੇ ਸ਼ੇਖ, ਇੱਕ ਤੋਂ ਜ਼ਿਆਦਾ। ਅਤੇ ਕਾਜੀ ਜਿਹੜੇ ਬਾਂਗਾਂ ਦੇਣ ਵਾਲੇ, ਨਮਾਜ਼ਾਂ ਪੜ੍ਹਨ ਵਾਲੇ, ਅਤੇ ਇਸੇ ਤਰ੍ਹਾਂ ਨਿਆਂ ਕਰਨ ਦੀ ਡਿਊਟੀ ਜਿਹਨਾਂ ਦੀ ਲਾਈ ਗਈ ਇਸਲਾਮ ਦੇ ਅੰਦਰ, ਵੀ ਤੁਸੀਂ ਫੈਸਲੇ ਕਰੋ ਕੁਰਾਨ ਸ਼ਰੀਫ ਦੇ ਅਨੁਸਾਰ, ਨਿਆਂ ਕਰੋ। ਔਰ ਇਸੇ ਤਰ੍ਹਾਂ ਮੁੱਲਾ, ਜਿਹੜੇ ਆਲਮ ਫਾਜ਼ਲ ਬੰਦੇ ਇਸਲਾਮ ਦੇ ਅੰਦਰ ਵੱਡੇ ਵਿਦਵਾਨ ਮੰਨੇ ਗਏ, ਉਹਨਾਂ ਨੂੰ ਮੁੱਲਾ ਕਿਹਾ ਜਾਂਦਾ। ਦਰਵੇਸ਼, ਰਸੀਦ, ਜਿਹੜੇ ਵਾਹਿਗੁਰੂ ਦੇ ਦਰ 'ਤੇ ਖਲੋ ਕੇ ਬੰਦਗੀ ਕਰਨ ਵਾਲੇ ਦਰਵੇਸ਼। ਜਿਵੇਂ ਕੂਕਰਾਂ ਨੂੰ ਲੋਕਾਂ ਦੇ ਘਰਾਂ ਦੇ ਦਰਵੇਸ਼ ਮੰਨਿਆ ਗਿਆ, ਵੀ ਦਰ 'ਤੇ ਖਲੋ ਕੇ ਪਹਿਰਾ ਦੇਣ ਵਾਲੇ। ਇਸ ਤਰ੍ਹਾਂ ਵਾਹਿਗੁਰੂ ਦੇ ਦਰ ਦੇ ਦਰਵੇਸ਼, ਫਕੀਰ ਲੋਕ ਬੰਦਗੀ ਕਰਨ 'ਚ ਲੱਗੇ ਹੋਏ। ਰਸੀਦ, ਜਿਨ੍ਹਾਂ ਦੀ ਖੁਦਾ ਦੀ ਦਰਗਾਹ ਤੱਕ ਪਹੁੰਚ ਹੋ ਗਈ ਹੈ। ਸੋ ਇਸ ਪ੍ਰਕਾਰ ਉਹਨੂੰ ਕਹਿੰਦੇ ਰਸੀਦ। ਬਰਕਤ ਤਿਨ ਕੋ ਅਗਲੀ, ਪੜ੍ਹਦੇ ਰਹਿਣ ਦਰੂਦ। ਫਿਰ ਸਵਾਲ ਉੱਠਦਾ, ਮਹਾਰਾਜ ਉਹਨਾਂ ਨੂੰ ਕੋਈ ਬਰਕਤਾਂ ਉਹਨਾਂ ਦੇ ਪਾਸ ਹਨ? ਤਾਂ ਹਜ਼ੂਰ ਕਹਿੰਦੇ ਬਿਲਕੁਲ। ਪਰਮਾਤਮਾ ਅਨਿਆਂ ਨਹੀਂ ਕਰਦਾ। ਜਿਹੜੇ ਵੀ ਰੱਬ ਦੇ ਨਾਮ ਦੇ ਉੱਪਰ ਕੁਝ ਬੰਦਗੀ ਕਰਦੇ ਆ ਲੋਕ, ਉਹਨਾਂ ਨੂੰ ਬਰਕਤਾਂ, ਬਖਸ਼ਿਸ਼ਾਂ ਤਾਂ ਬਹੁਤ ਮਿਲਦੀਆਂ ਹਨ। ਬਰਕਤ ਤਿਨ ਕੋ ਅਗਲੀ, ਅਗਲੀ ਮੈਨੇ ਬਹੁਤੀ,
ਪੜ੍ਹਦੇ ਰਹਿਣ ਦਰੂਦ। ਦਰੂਦ ਦਾ ਅਰਥ ਹੈ ਦੁਆ ਪੜ੍ਹਨੀ। ਇੱਕ ਤਾਂ ਕੋਈ ਚੜ੍ਹਾਈ ਕਰ ਜੇ ਅਤੇ ਉਸ ਵੇਲੇ ਇੱਕ ਦੁਆ ਪੜ੍ਹੀ ਜਾਂਦੀ, ਜਿਹਨੂੰ ਫਾਤਿਹਾ ਕਿਹਾ ਜਾਂਦਾ। ਉਹ ਨਹੀਂ ਜਿਹੜੇ ਜਿਵੇਂ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਲਿਆ ਕੇ ਰੱਖ ਕੇ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਫਿਰ ਅਰਦਾਸ ਕਰਦੇ ਹਾਂ। ਇਸੇ ਤਰ੍ਹਾਂ ਇਸਲਾਮ ਦੇ ਅੰਦਰ ਵੀ ਜਿਹੜਾ ਉਹ ਰੋਟ ਜਿਹਾ ਪਕਾ ਕੇ ਫਿਰ ਖੁਦਾ ਦੇ ਨਾਂ 'ਤੇ ਅਰਦਾਸ ਕਰਦੇ ਆ, ਜਾਂ ਨਮਾਜ਼ ਤੋਂ ਬਾਅਦ ਜਿਹੜੀਆਂ ਦੁਆਵਾਂ ਕਰਦੇ ਨੇ। ਇਸ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਦਰ 'ਤੇ ਦੁਆਵਾਂ ਪੜ੍ਹਦੇ ਰਹਿੰਦੇ ਆ, ਉਹਨਾਂ ਨੂੰ ਬਹੁਤ ਹੀ ਬਰਕਤ ਉਹਨਾਂ ਦੇ ਕੋਲ ਆ ਜਾਂਦੀ ਹੈ, ਤਾਕਤਾਂ ਆ ਜਾਂਦੀਆਂ, ਸਮਰੱਥਾ ਆ ਜਾਂਦੀਆਂ। ਪਰ ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਦੇਵੈ ਲੇ। ਵਾਹਿਗੁਰੂ ਪਰਮਾਤਮਾ ਕਿਸੇ ਤੋਂ ਪੁੱਛ ਕੇ ਨਹੀਂ ਸਾਜਦਾ ਸ੍ਰਿਸ਼ਟੀ ਨੂੰ, ਅਤੇ ਪੁੱਛ ਨਾ ਢਾਹੇ। ਕਿਸੇ ਤੋਂ ਪੁੱਛ ਕੇ ਸਲਾਹ ਮਸ਼ਵਰਾ ਕਰਕੇ ਨਹੀਂ ਢਾਉਂਦਾ, ਵਿਨਾਸ਼ ਕਰਦਾ ਸ੍ਰਿਸ਼ਟੀ ਦਾ। ਪਰਲੋ ਜਦੋਂ ਆਉਂਦੀ ਹੈ ਆਪਣੀ ਮਰਜ਼ੀ ਨਾਲ ਕਰਦਾ। ਪੁੱਛ ਨਾ ਦੇਵੈ ਲੇ, ਅਤੇ ਨਾ ਹੀ ਕਿਸੇ ਤੋਂ ਪੁੱਛ ਕੇ ਕਿਸੇ ਨੂੰ ਕੁਛ ਦਾਤ ਦਿੰਦਾ, ਅਤੇ ਨਾ ਹੀ ਲੈਂਦਾ ਵਾਪਸ। ਇਹ ਜਿਹੜੀ ਜਿੰਦ ਹੈ, ਜੀਵਾਤਮਾ ਜਿਹੜੀ ਸਰੀਰ 'ਚ ਪਾਈ ਹੈ, ਇਹਨੂੰ ਵੀ ਕਿਸੇ ਨਾਲ ਸਲਾਹ ਕਰਕੇ ਕਿਸੇ ਤੋਂ ਪੁੱਛ ਕੇ ਨਹੀਂ ਵਾਪਸ ਲੈਂਦਾ, ਨਾ ਹੀ ਇਹ ਜਿੰਦ ਸਰੀਰ ਵਿੱਚ ਦਿੰਦਾ, ਕਿਸੇ ਨੂੰ ਪੁੱਛ ਕੇ ਨਾ ਲੈਂਦਾ। ਆਪਣੀ ਕੁਦਰਤ ਆਪੇ ਜਾਣੈ, ਆਪੇ ਕਰਨ ਕਰੇ। ਆਪਣੀ ਕੁਦਰਤ ਮਾਇਆ ਨੂੰ, ਆਪਣੀ ਕੁਦਰਤ ਸ਼ਕਤੀ ਨੂੰ ਆਪ ਹੀ ਜਾਣਦਾ ਵੀ ਕਿੰਨੀ ਕੁ ਹੈ। ਆਪੇ ਹੀ ਕਰਨ, ਜਿਹੜੀ ਰਚਨਾ ਸੰਸਾਰ ਹੈ, ਇਸ ਦੇ ਤਾਈਂ ਕਰਨ ਵਾਲਾ, ਰਚਨਾ ਨੂੰ ਰਚਣ ਵਾਲਾ, ਅਤੇ ਕਰੇ ਹੁਣ ਵੀ ਸਭ ਕੁਝ ਵਿੱਚ ਵਸ ਕੇ ਕਰ ਰਿਹਾ ਵਾਹਿਗੁਰੂ ਪਰਮਾਤਮਾ। ਸ੍ਰਿਸ਼ਟੀ ਦੀ ਰਚਨਾ ਮਾਇਆ ਦੁਆਰਾ ਕੀਤੀ, ਇਸ ਮਾਇਆ ਨੂੰ ਵੀ ਆਪ ਰਚਣ ਵਾਲਾ ਅਤੇ ਆਪ ਹੀ ਕਾਰਨ ਰੂਪ ਹੈ, ਕਾਰਨਾਂ ਦਾ ਵੀ ਕਾਰਨ ਰੂਪ। ਸਭਨਾ ਵੇਖਿਆ ਨਦਰ ਕਰ ਜੈ ਭਾਵੈ ਤੇ ਦੇ। ਸਭਨਾ ਦੇ ਉੱਪਰ ਪਰਮਾਤਮਾ ਆਪਣੀ ਦ੍ਰਿਸ਼ਟੀ ਕਰਕੇ ਸਭ ਦੀ ਸੰਭਾਲ ਕਰ ਰਿਹਾ ਹੈ, ਅਤੇ ਜਿਸ ਨੂੰ ਜੋ ਦਾਤ ਦੇਣੀ ਭਾਉਂਦੀ ਆ, ਉਸ ਨੂੰ ਜਿਸ ਨੂੰ ਜੋ ਦੇਣੀ ਭਾਉਂਦੀ ਹੈ ਨਾ ਦਾਤ, ਉਹੀ ਉਸ ਦੇ ਤਾਈਂ ਬਖਸ਼ਦਾ ਹੈ। ਜੈ ਭਾਵ ਜਦੋਂ ਉਹਨੂੰ ਭਾਉਂਦਾ ਕਿ ਕੁਛ ਦਿਆਂ, ਚੰਗਾ ਲੱਗਦਾ ਕੋਈ ਜੀਵ, ਤਾਂ ਉਸ ਦੇ ਤਾਈਂ ਉਹ ਜੋ ਬਖਸ਼ਣਾ ਚਾਹੇ ਬਖਸ਼ਦਾ ਆਪਣੀ ਮੌਜ ਵਿੱਚ। ਥਾਵਾਂ ਨਾਵ ਨਾ ਜਾਣੀ ਹੈ, ਨਾਵਾ ਕੇਵੜ ਨਾਵ। ਮਹਾਰਾਜ ਕਹਿੰਦੇ ਨੇ ਬਹੁਤ ਜ਼ਿਆਦਾ ਕੁਦਰਤ ਰਚੀ ਹੋਈ ਹੈ, ਬੜੇ ਸਥਾਨ ਅਨੇਕਾਂ ਭਵਨ ਰਚੇ ਹੋਏ ਨੇ। ਕਿੰਨੇ ਕੁ ਥਾਂ ਅਤੇ ਕਿੰਨਾ ਕੁ ਉਹਨਾਂ ਥਾਵਾਂ ਦੇ ਨਾਮ ਹਨ, ਨਾ ਜਾਣੀ ਹੈ, ਨਹੀਂ ਜਾਣੇ ਜਾਂਦੇ। ਨਾ ਸਾਰੀਆਂ ਥਾਵਾਂ ਨੂੰ ਜਾਣਿਆ ਜਾਂਦਾ, ਨਾ ਉਹਨਾਂ ਥਾਵਾਂ ਦੇ ਨਾਵਾਂ ਨੂੰ, ਜਾਂ ਜਿਹਨੇ ਜੀਵ ਪੈਦਾ ਕੀਤੇ ਉਹਨਾਂ ਦੇ ਨਾਮ ਵੀ ਨਹੀਂ ਜਾਣੇ ਜਾਂਦੇ। ਨਾਵਾ ਕੇਵੜ ਨਾਵ, ਅਤੇ ਜਿੰਨੇ ਇਹ ਨਾਵਾਂ ਵਾਲੇ ਜੀ ਰਚੇ ਹੈ, ਇਹਨਾਂ ਵਿੱਚੋਂ ਉਹ ਨਾਮ ਕਿੱਡਾ ਕੁ ਵੱਡਾ ਹੈ ਜਿਸ ਦੇ ਦੁਆਰਾ ਪਰਮੇਸ਼ਰ ਦਾ ਹਿਸਾਬ ਕਿਤਾਬ ਲਾਇਆ ਜਾ ਸਕੇ, ਆਦਿ-ਅੰਤ ਜਾਣਿਆ ਜਾ ਸਕੇ। ਜਿੱਥੇ ਵਸੈ ਮੇਰਾ ਪਾਤਸ਼ਾਹ, ਸੋ ਕੇਵੜ ਹੈ ਥਾਉ। ਜਿੱਥੇ ਮੇਰਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ, ਉਹ ਉਸ ਦਾ ਅਸਥਾਨ ਜਿਹੜਾ ਹੈ ਕਿੱਡਾ ਕੁ ਵੱਡਾ ਹੈ। ਜਿਵੇਂ ਸੱਚਖੰਡ ਵਸੈ ਨਿਰੰਕਾਰ ਬਚਨ ਕਹੇ ਹਨ, ਉਹ ਸੱਚਖੰਡ ਅਸਥਾਨ ਵਾਹਿਗੁਰੂ ਜੀ ਦਾ ਕਿੱਡਾ ਕੁ ਵੱਡਾ ਹੈ। ਅੰਬੜ ਕੋਏ ਨਾ ਸਕਈ, ਹਉ ਕਿਸ ਨੂੰ ਪੁੱਛਣ ਜਾਓ। ਹਜ਼ੂਰ ਕਹਿੰਦੇ ਨੇ ਉੱਥੋਂ ਤੱਕ ਕੋਈ ਅੱਪੜ ਨਹੀਂ ਸਕਦਾ, ਮੈਂ ਕਿਸ ਦੇ ਤਾਈਂ ਪੁੱਛਣ ਵਾਸਤੇ ਜਾਵਾਂ, ਕਿਸ ਨੂੰ ਪੁੱਛਣ ਵਾਸਤੇ ਜਾਵਾਂ। ਭਾਈ ਦੱਸੋ, ਪਰਮਾਤਮਾ ਦੇ ਉਸ ਸਥਾਨ ਤੱਕ, ਉਹਦੇ ਅੰਤ ਤੱਕ ਕੋਈ ਅੱਪੜ ਤਾਂ ਸਕਦਾ ਨਹੀਂ ਹੈ। ਕੋਈ ਅੱਪੜ ਸਕਦਾ ਹੋਵੇ ਤਾਂ ਕੋਈ ਦੱਸੋ, ਉਸ ਦੇ ਕੋਲੋਂ ਪੁੱਛਣ ਜਾਈਏ। ਵਰਨਾ ਵਰਨ ਨਾ ਭਾਵਨੀ, ਜੇ ਕਿਸੇ ਵੱਡਾ ਕਰੇ। ਵਰਨਾ ਜਿਵੇਂ ਬ੍ਰਾਹਮਣ, ਖੱਤਰੀ ਆਦਿਕ ਉੱਚੇ ਵਰਨ ਮੰਨੇ ਗਏ ਨੇ, ਅਤੇ ਜਿਹੜੇ ਅਵਰਨ ਨੀਵੀਆਂ ਜਾਤਾਂ ਮੰਨੀਆਂ ਗਈਆਂ, ਨੀਚ ਜਾਤੀਆਂ ਲੋਕਾਂ ਵੱਲੋਂ ਅਖੌਤੀ ਤੌਰ 'ਤੇ, ਮਹਾਰਾਜ ਕਹਿੰਦੇ ਇਹ ਪਰਮਾਤਮਾ ਨੂੰ ਨਹੀਂ ਪਾਉਂਦੀਆਂ। ਵੀ ਕੋਈ ਉੱਚੀ ਜਾਤੀ ਦਾ ਫਲਾਣਾ ਬੰਦਾ, ਕੋਈ ਨੀਵੀਂ ਜਾਤੀ ਦਾ, ਇਹ ਗੱਲ ਵਾਹਿਗੁਰੂ ਨੂੰ ਨਹੀਂ ਪਾਉਂਦੀ। ਉਹਨੂੰ ਜਾਤਾਂ ਅਤੇ ਕੁਜਾਤਾਂ, ਉੱਚੀਆਂ ਅਤੇ ਨੀਵੀਆਂ ਜਾਤਾਂ ਨਾਲ ਨਹੀਂ ਮਤਲਬ ਕੋਈ। ਜੇ ਕਿਸੇ ਵੱਡਾ ਕਰੇ, ਇਹ ਉਹਦੀ ਆਪਣੀ ਮਰਜ਼ੀ ਆ, ਜਿਸ ਕਿਸੇ ਨੂੰ ਵੱਡਾ ਕਰਨਾ ਚਾਹੇ ਉਹਨੂੰ ਕਰ ਦਿੰਦਾ ਹੈ। ਉਹ ਵਰਨ ਜਾਤ ਅਵਰਨ ਕੁਛ ਨਹੀਂ ਵੇਖਦਾ ਹੈ ਵਾਹਿਗੁਰੂ। ਵੱਡੇ ਹੱਥ ਵਡਿਆਈ ਆ, ਜੈ ਭਾਵੈ ਤੈ ਦੇ। ਉਸ ਵੱਡੇ ਅਕਾਲ ਪੁਰਖ ਪਰਮਾਤਮਾ ਦੇ ਹੱਥ ਵਿੱਚ ਹੀ ਸਭ ਵਡਿਆਈਆਂ ਹਨ। ਮਤ ਕੋਈ ਸਮਝੋ ਕਿ ਉੱਚੀ ਜਾਤ ਕਰਕੇ ਕੋਈ ਵੱਡਾ, ਅਤੇ ਨੀਵੀਂ ਅਖੌਤੀ ਜਾਤ ਕਰਕੇ ਕੋਈ ਨੀਵਾਂ ਹੈ ਅਤੇ ਨੀਵਾਂ ਹੀ ਰਹੇਗਾ। ਉਸ ਵੱਡੇ ਪਰਮਾਤਮਾ ਦੇ ਹੱਥ ਵਿੱਚ ਸਭ ਵਡਿਆਈਆਂ ਹਨ। ਜੈ ਭਾਵੈ ਤੈ ਦੇ, ਜਿਸ ਦੇ ਤਾਈਂ ਵਡਿਆਈ ਦੇਣੀ ਉਹਨੂੰ ਭਾਉਂਦੀ ਹੈ, ਉਸ ਦੇ ਤਾਈਂ ਉਹ ਬਖਸ਼ ਦਿੰਦਾ ਹੈ। ਜਿਵੇਂ ਬਿਜਨ ਨੀਚ ਜਾਤ ਹਰ ਜਪਤੇ, ਆਊ ਤੁਮ ਪਦਵੀ ਪਾਏ। ਪੂਛੋ ਬਿਦਰ ਦਾਸੀ, ਸੋ ਤੈ ਕਿਸਨੂੰ ਉਤਰਿਆ ਘਰ ਜਿਸ ਜਾਏ। ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਜਿਤ ਸਹਿਸਾ ਦੁਖ ਭੂਖ ਸਭ ਲੈ ਜਾਏ। ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਗਾਏ। ਪਤਤ ਜਾਤ ਉਤਮ ਭਇਆ, ਚਾਰ ਵਰਨ ਪਏ ਪੱਗ ਆਏ। ਸੋ ਇਸ ਤਰ੍ਹਾਂ
ਜੇ ਨਾਮਦੇਵ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹਿ ਬੁਲਾਏ। ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮਦੇਵ ਲੀਆ ਮੁਖ ਲਾਏ। ਸੋ ਇਸ ਪ੍ਰਕਾਰ ਵਾਹਿਗੁਰੂ ਜਿਸ ਦੇ ਤਾਈਂ ਟੁੱਟਦਾ ਹੈ ਆਪਣੀ ਭਗਤੀ ਦਾ ਦਾਨ ਜਿਹਨੂੰ ਬਖਸ਼ ਦਿੰਦਾ ਉਹ ਵੱਡਾ ਹੈ। ਜਿਹਨੂੰ ਉਹ ਦੇਣਾ ਚਾਹੇ ਉਸ ਨੂੰ ਉਹ ਦੇ ਦਿੰਦਾ। ਹੁਕਮ ਸਵਾਰੇ ਆਪਣਾ ਚਸਾ ਨਾ ਢਿੱਲ ਕਰੇ। ਆਪਣੀ ਰਜਾ 'ਚ ਆਪਣੇ ਹੁਕਮ ਦੁਆਰਾ ਜਿਸ ਨੂੰ ਉਹ ਸਵਾਰਦਾ ਹੈ ਉਹਨੂੰ ਸਵਾਰਨ ਲੱਗਿਆਂ ਚਸਾ ਮਾਤਰ ਵਿਸਵੇ ਚਸਿਆ ਬਚਨ ਆਇਆ ਨਾ। 15 ਵਾਰੀ ਅੱਖ ਖੋਲ੍ਹਣ ਤੇ ਮੀਚਣ ਦਾ ਨਾਮ ਇੱਕ ਵਿਸਵਾ ਤੇ 15 ਵਿਸਵਿਆਂ ਦਾ ਇੱਕ ਚਸਾ ਹੁੰਦਾ। ਸੋ ਇਸ ਪ੍ਰਕਾਰ ਚਸਾ ਮਾਤਰ ਵੀ ਚੁੱਖ ਮਾਤਰ ਵੀ ਥੋੜ੍ਹੇ ਮਾਤਰ ਵੀ ਢਿੱਲ ਨਹੀਂ ਕਰਦਾ ਵਾਹਿਗੁਰੂ। ਜਿਸ ਨੂੰ ਆਪਣੇ ਹੁਕਮ ਦੁਆਰਾ ਸਵਾਰਨਾ ਚਾਹੁੰਦਾ ਸਵਾਰ ਹੀ ਦਿੰਦਾ। ਸਭ ਕੋ ਆਖੈ ਬਹੁਤ ਬਹੁਤ ਲੈਣਾ ਕੈ ਵਿਚਾਰ। ਸਭ ਕੋਈ ਪਰਮਾਤਮਾ ਨੂੰ ਬਹੁਤ ਬਹੁਤ ਵੱਡਾ ਤੋਂ ਵੱਡਾ ਕਹਿੰਦਾ ਤੇ ਕਈਆਂ ਦੇ ਅੰਦਰ ਲੈਣਾ ਕੈ ਵਿਚਾਰ। ਪਰਮਾਤਮਾ ਕੋਲੋਂ ਕੁਛ ਲੈਣ ਦੀ ਵਿਚਾਰ ਹੀ ਹੈ ਅੰਦਰ। ਅਥਵਾ ਇਸ ਤਰ੍ਹਾਂ ਵੀ ਅਰਥ ਹੈ ਕਿ ਸਭ ਕੋਈ ਪਰਮਾਤਮਾ ਤੋਂ ਦਾਤਾਂ ਲੈਣ ਦੇ ਵਿਚਾਰ ਅਧੀਨ। ਬਹੁਤ ਬਹੁਤ ਆਖਦਾ ਮਤਲਬ ਬਹੁਤ ਬਹੁਤ ਮੰਗਦਾ ਹੈ। ਲੈਣ ਦੇ ਵਿਚਾਰ 'ਚ ਪਿਆ ਹੋਇਆ ਕਿ ਵਾਹਿਗੁਰੂ ਕੋਲੋਂ ਇਹ ਵੀ ਲੈ ਲਈਏ ਇਹ ਵੀ ਦਾਤ ਲੈ ਲਈਏ। ਤੇ ਇਸ ਤਰ੍ਹਾਂ ਸਭ ਕੋਈ ਆਖਦਾ ਤਾਂ ਹੈ ਵੀ ਮੈਨੂੰ ਬਹੁਤਾ ਦਿਓ ਇੰਝ ਮੰਗਦਾ ਹੈ। ਕੇਵੜ ਦਾਤਾ ਆਖੀਐ ਦੇ ਕਹਿ ਰਿਹਾ ਸੁਮਾਰ। ਹਜ਼ੂਰ ਕਹਿੰਦੇ ਨੇ ਉਸ ਦਾਤੇ ਅਕਾਲ ਪੁਰਖ ਨੂੰ ਕਿੱਡਾ ਕੁ ਵੱਡਾ ਦਾਤਾ ਆਖੀਏ ਜੋ ਦਾਤਾਂ ਦੇ ਕੇ ਸ਼ੁਮਾਰ ਗਿਣਤੀ ਤੋਂ ਬਾਹਰ ਹੋ ਰਿਹਾ। ਸ਼ੁਮਾਰ ਭਾਵ ਉਹਦੀ ਬੇਅੰਤ ਦਾਤਾਂ ਅਣਗਿਣਤ ਦਾਤਾਂ ਜੋ ਦੇ ਰਿਹਾ ਹੈ ਉਸ ਦਾਤੇ ਨੂੰ ਕਿੱਡਾ ਕੁ ਵੱਡਾ ਆਖੀਏ। ਨਾਨਕ ਤੋਟ ਨਾ ਆਵਈ ਤੇਰੇ ਜੁਗਹ ਜੁਗਹ ਭੰਡਾਰ। ਹੇ ਵਾਹਿਗੁਰੂ ਸਤਿਗੁਰੂ ਨਾਨਕ ਦੇਵ ਮਹਾਰਾਜ ਅਸ਼ਟਪਦੀ ਸੰਪੂਰਨ ਕਰ ਰਹੇ ਨੇ ਕਿ ਹੇ ਵਾਹਿਗੁਰੂ ਤੋਟਾ ਨਹੀਂ ਆਉਂਦਾ ਘਾਟਾ ਨਹੀਂ ਆਉਂਦਾ ਤੇਰੇ ਭੰਡਾਰਿਆਂ ਵਿੱਚ। ਜੁਗਾਂ ਜੁਗਾਂ ਦੇ ਅੰਦਰ ਤੇਰੇ ਭੰਡਾਰੇ ਭਰੇ ਹੀ ਹੋਏ ਨੇ। ਖਜ਼ਾਨੇ ਸਾਹਿਬ ਦੇ ਭਰੇ ਹੀ ਹੋਏ ਨੇ ਮੁੱਕਣ ਵਾਲੇ ਨਹੀਂ। ਮਹਾਰਾਜ ਤੁਸੀਂ ਆਪਣੀ ਮਰਜ਼ੀ ਨਾਲ ਦਿੰਦੇ ਹੋ ਦਾਤਾਂ। ਜੋ ਜੈਸਾ ਪਾਤਰ ਬਣਦਾ ਜਿਸ ਨੂੰ ਜੋ ਦਾਤ ਸੁਖਾਵੀ ਹੈ ਯੋਗ ਹੈ ਉਸ ਨੂੰ ਤੁਸੀਂ ਬਖਸ਼ਦੇ ਹੋ। ਮਹੱਲਾ ਪਹਿਲਾ। ਇੱਥੇ ਸਤਿਗੁਰੂ ਮਹਾਰਾਜ ਨੇ ਸ਼੍ਰੀ ਰਾਗ ਸਿਰਲੇਖ ਨਹੀਂ ਲਿਖਿਆ ਸਿੱਧਾ ਬਚਨ ਲਿਖਿਆ ਮਹੱਲਾ ਪਹਿਲਾ। ਅਗਲੀ ਅਸ਼ਟਪਦੀ ਵੀ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹੈ। ਸਭੇ ਕੰਤ ਮਹੇਲੀਆਂ ਸਗਲੀਆਂ ਕਰਹਿ ਸਿਗਾਰ। ਮਹੇਲੀ ਦਾ ਅਰਥ ਹੈ ਇਸਤਰੀ। ਸਾਰੀਆਂ ਜੀਵ ਰੂਪ ਇਸਤਰੀਆਂ ਉਸ ਪਰਮੇਸ਼ਰ ਅਕਾਲ ਪੁਰਖ ਦੀਆਂ ਹੀ ਹਨ। ਸਗਲੀਆਂ ਕਰਹਿ ਵੀ ਸਿਗਾਰ। ਸਾਰੀਆਂ ਆਪੋ ਆਪਣੇ ਢੰਗ ਨਾਲ ਸ਼ਿੰਗਾਰ ਕਰਨ ਤੋਂ ਮਤਲਬ ਹੈ ਸਾਧਨ ਕਰ ਰਹੀਆਂ ਕਰਮ ਕਰ ਰਹੀਆਂ ਹਨ ਸਾਰੀਆਂ। ਗਣਤ ਗਣਾਵਣ ਆਈ ਜਾਂ ਸੂਹਾ ਵੇਸ ਵਿਕਾਰ। ਜਿਹੜੇ ਲੋਕ ਲਿਬਾਸ ਧਾਰ ਕੇ ਜਾਂ ਕੋਈ ਤਪੱਸਿਆ ਕਰਕੇ ਕੋਈ ਤੀਰਥ ਸਥਾਨ 'ਤੇ ਜਾ ਕੇ ਜਾਂ ਦਾਨ ਕਰਕੇ ਆਪਣੇ ਕਰਮਾਂ ਦੀ ਗਿਣਤੀ ਗਣਾਉਣ ਵਾਸਤੇ ਆਈਆਂ ਨੇ ਇਸ ਮਾਤ ਲੋਕ 'ਤੇ। ਉਹਨਾਂ ਦਾ ਸੂਹਾ ਰੰਗ ਦਾ ਵੇਸ ਲਿਬਾਸ ਜਿਹੜਾ ਧਾਰਿਆ ਹੋਇਆ ਜਿਵੇਂ ਇਸਤਰੀਆਂ ਵਿਆਹੀਆਂ ਹੋਈਆਂ ਸੂਹੇ ਕੱਪੜੇ ਪਾਉਂਦੀਆਂ ਇਸ ਪ੍ਰਕਾਰ ਸੂਹਾ ਲਾਲ ਗਾੜਾ ਜਿਹੜਾ ਵੇਸ ਉਹਨਾਂ ਧਾਰਿਆ ਹੋਇਆ ਵੀ ਅਸੀਂ ਸੰਤ ਲੋਕ ਹਾਂ ਭਗਤ ਲੋਕ ਹਾਂ ਉਹ ਵਿਕਾਰ ਵਿਅਰਥ ਹੀ ਹੈ। ਅਤੇ ਦੂਸਰਾ ਵਿਕਾਰ ਦਾ ਅਰਥ ਹੈ ਵੀ ਉਹ ਉਸ ਲਿਬਾਸ ਦੁਆਰਾ ਵਿਕਾਰ ਹੀ ਪੈਦਾ ਹੋ ਰਿਹਾ। ਆਪਣਿਆਂ ਨੂੰ ਵੱਡਾ ਵੱਡਾ ਕਹਾ ਰਹੇ ਆ ਨਾ ਵੀ ਅਸੀਂ ਬਾਕੀ ਸੰਸਾਰੀਆਂ ਨਾਲ ਉੱਚੇ ਹਾਂ ਤਪਸਵੀ ਹਾਂ ਅਸੀਂ ਯੋਗਾ ਅਭਿਆਸ ਕਰਨ ਵਾਲੇ ਹਾਂ ਆਹ ਸਾਧਨ ਕੀਤੇ ਹੋਏ ਆ। ਜਿਹੜੇ ਆਪਣੇ ਕਰਮਾਂ ਦੀ ਗਿਣਤੀ ਗਣਾਉਣ ਵਾਸਤੇ ਜੀਵ ਰੂਪ ਇਸਤਰੀਆਂ ਆਈਆਂ ਹਨ ਉਹਨਾਂ ਦਾ ਸੂਹਾ ਵੇਸ ਧਾਰਿਆ ਹੋਇਆ ਵਿਕਾਰ ਹੀ ਹੈ ਜਾਂ ਵਿਕਾਰਾਂ ਨੂੰ ਜਨਮ ਦੇ ਰਿਹਾ। ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਆਰ। ਜੋ ਪਖੰਡ ਹੈ ਧਾਰਨ ਕੀਤਾ ਹੋਇਆ ਉਸ ਪਖੰਡ ਦੇ ਜਦੋਂ ਤੱਕ ਧਾਰਨ ਕੀਤਾ ਉਦੋਂ ਤੱਕ ਵਾਹਿਗੁਰੂ ਦਾ ਪ੍ਰੇਮ ਨਹੀਂ ਮਿਲਦਾ ਹੈ। ਪਖੰਡ ਦੁਆਰਾ ਪਰਮੇਸ਼ਰ ਦਾ ਪ੍ਰੇਮ ਨਹੀਂ ਪ੍ਰਾਪਤ ਕੀਤਾ ਜਾਂਦਾ। ਖੋਟਾ ਪਾਜ ਖੁਆਰ ਜਿਹੜਾ ਖੋਟਾ ਪਾਜ ਮੁਲੰਮੇ ਦਾ ਨਾ ਰੂਪ ਧਾਰਿਆ ਹੋਇਆ ਵਿਖਾਵਾ। ਪਾਜ ਦਾ ਅਰਥ ਹੈ ਵਿਖਾਵਾ। ਸੋ ਜਿਵੇਂ ਜਿਹੜੇ ਪਿੱਤਲ ਦੇ ਗਹਿਣੇ ਬਣਾ ਕੇ ਉੱਪਰ ਸੋਨੇ ਦਾ ਵਿਖਾਵਾ ਜਿਹਾ ਕੀਤਾ ਹੁੰਦਾ ਮੁਲੰਮਾ ਚਾੜਿਆ ਹੁੰਦਾ ਉਹਨੂੰ ਕਹਿੰਦੇ ਪਾਜ। ਇਹ ਪਾਜ ਵਾਲੇ ਗਹਿਣੇ ਹਨ। ਸੋ ਇਸ ਤਰ੍ਹਾਂ ਪਾਜ ਉਗੜ ਗਿਆ ਜੀ। ਜਿਹੜਾ ਵਿਖਾਵਾ ਸੀ ਉਗੜ ਗਿਆ ਪਤਾ ਲੱਗ ਗਿਆ ਵੀ ਬਨਾਵਟ ਸੀ ਬਨਾਵਟ। ਖੋਟਾ ਜਿਹੜਾ ਪਾਜ ਹੈ ਵਿਖਾਵਾ ਜਾਂ ਖੋਟੀ ਬਨਾਵਟ ਆ ਖੁਆਰ ਹੀ ਕਰਨ ਵਾਲੀ ਹੈ ਉਹਦੇ ਦੁਆਰਾ ਖੁਆਰ ਹੀ ਹੋਈਦਾ। ਸੋ ਇਸ ਪ੍ਰਕਾਰ ਭੇਖ ਦਿਖਾਵਾ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੋ ਲੀਨ। ਇਉਂ ਵਿਖਾਵਾ ਧਰਮੀ ਹੋਣ ਦਾ ਕਰਨਾ ਧਾਰਮਿਕ ਹੋਣ ਦਾ ਕਰਨਾ ਪਰਮਾਰਥੀ ਹੋਣ ਦਾ
ਪਰ ਹੁਣ ਅਸਲ ਵਿੱਚ ਸੰਸਾਰੀਆਂ ਨਾਲੋਂ ਵੀ ਗਿਰੇ, ਹੋਰਨਾਂ ਨਾਲੋਂ ਵੀ ਗਿਰੇ ਹੋਏ। ਜਿਵੇਂ ਸ਼ੌਹ ਸੁਹਾਗਣ ਦੀ ਸਾਖੀ ਹੋਰ ਅਨੇਕਾਂ ਦੀ ਹੈ। ਪਖੰਡੀ ਜਿਹੜੇ ਲੋਕ ਹੋਏ ਨੇ ਅੱਜ ਵੀ ਹਨ। ਰਹਾਓ ਗੁਰ ਸ਼ਬਦੀ ਸਿਗਾਰੀਆ ਤਨ ਮਨ ਪਿਰ ਕੈ ਪਾਸ। ਹੁਣ ਉਹਨਾਂ ਦਾ ਜ਼ਿਕਰ ਕਰ ਰਹੇ ਹਨ ਜਿਨ੍ਹਾਂ ਨੇ ਜੋ ਅਸਲੀ ਸੱਚਾ ਸ਼ਿੰਗਾਰ ਧਾਰਨ ਕੀਤਾ, ਸੱਚੇ ਦਿਲੋਂ ਵਾਹਿਗੁਰੂ ਦੀ ਭਗਤੀ ਕੀਤੀ ਹੈ। ਆਪਣੇ ਮਨ ਨੂੰ ਜਿਨ੍ਹਾਂ ਨੇ ਸਵਾਰਿਆ, ਅੰਭਿਆ, ਸਾਫ਼ ਕੀਤਾ। ਗੁਰ ਸ਼ਬਦੀ ਸਿਗਾਰੀਆਂ ਜਿਹੜੀਆਂ ਜੀਵ ਰੂਪ ਇਸਤਰੀਆਂ, ਮਹਾਤਮਾ ਰੂਪ ਸਖੀਆਂ, ਜਗਿਆਸੂ ਰੂਪ ਇਸਤਰੀਆਂ ਗੁਰੂ ਦੇ ਸ਼ਬਦ ਦੁਆਰਾ ਸ਼ਿੰਗਾਰੀਆਂ ਗਈਆਂ। ਉਹਨਾਂ ਨੇ ਆਪਣੇ ਮਨ ਨੂੰ ਸ਼ਿੰਗਾਰ ਲਿਆ। ਸੋ ਇਸ ਤਰ੍ਹਾਂ ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰਿਆ ਰਾਵੈ ਲਾਲ ਪਿਆਰੀ। ਐਸੇ ਬਚਨ ਕੀਤੇ ਹਨ। ਜਿਵੇਂ ਬਚਨ ਭਰਤਾ ਕਹਿ ਸੋ ਮਾਨੀ, ਇਹੋ ਸਿਗਾਰ ਬਣਾਏ ਰੀ, ਦੂਜਾ ਭਾਉ ਵਿਸਾਰੀ, ਇਹੋ ਤੰਬੋਲਾ ਖਾਏ ਰੀ। ਗੁਰ ਕਾ ਸ਼ਬਦ ਕਰ ਦੀਪ ਕੋਏ, ਸਤ ਕੀ ਸੇਜ ਵਿਛਾਏ ਰੀ। ਆਠ ਪਹਿਰ ਕਰ ਜੋੜ ਰੋ, ਤਉ ਭੇਟੈ ਹਰ ਰਾਏ ਰੀ। ਇੱਥੇ ਵੀ ਹਜ਼ੂਰ ਦੱਸਦੇ ਨੇ ਕਿ ਜਿਹੜੀਆਂ ਜਗਿਆਸੂ ਰੂਪ ਇਸਤਰੀਆਂ ਗੁਰਾਂ ਦੇ ਸ਼ਬਦ ਦੁਆਰਾ ਸ਼ਿੰਗਾਰੀਆਂ ਹੋਈਆਂ, ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ਿੰਗਾਰ ਲਿਆ, ਗੁਰੂ ਦੇ ਦੱਸੇ ਸਾਧਨ ਸੇਵਾ ਸਿਮਰਨ ਦੀ ਕਮਾਈ ਕੀਤੀ ਹੈ। ਤਨ ਮਨ ਪਿਰ ਕੈ ਪਾਸ। ਉਹਨਾਂ ਆਪਣਾ ਤਨ ਵੀ ਤੇ ਮਨ ਵੀ ਪਿਰ ਪਤੀ ਜੋ ਪ੍ਰਮਾਤਮਾ ਵਾਹਿਗੁਰੂ ਹੈ ਉਸ ਦੇ ਪਾਸ, ਉਹਦੇ ਹਵਾਲੇ ਕਰ ਦਿੱਤਾ, ਉਹਦੇ ਪਾਸ ਵੀ ਭੇਟਾ ਕਰ ਦਿੱਤਾ ਹੈ। ਉਹ ਤਨ ਕਰਕੇ ਵੀ ਵਾਹਿਗੁਰੂ ਦੇ ਨਜ਼ਦੀਕ, ਇੰਦਰੀਆਂ ਕਰਕੇ, ਮਨ ਕਰਕੇ ਵੀ ਵਾਹਿਗੁਰੂ ਦੇ ਨੇੜੇ ਹਨ। ਅੰਤਰਮੁਖ ਬਿਰਤੀ ਹੈ। ਦੋਏ ਕਰ ਜੋੜ ਖੜੀ ਤੱਕੈ, ਸੱਚ ਕਹਿ ਅਰਦਾਸ। ਇੱਥੇ ਗੁਰ ਸ਼ਬਦੀ ਸਿਗਾਰੀਆ ਸ਼ਬਦ ਹੈ ਜਿਹੜਾ ਇੱਕ ਵਚਨ ਮੰਨਣਾ, ਕਿਉਂਕਿ ਅਗਲੀ ਪੰਕਤੀ 'ਚ ਇੱਕ ਵਚਨ ਦੇ ਬਾਰੇ ਬਚਨ ਆ ਰਹੇ ਨੇ। ਗੁਰ ਸ਼ਬਦੀ, ਗੁਰੂ ਦੇ ਸ਼ਬਦ ਦੁਆਰਾ ਜੋ ਜੀਵ ਰੂਪ ਇਸਤਰੀ ਸ਼ਿੰਗਾਰੀ ਗਈ ਹੈ, ਜਿਹਨੇ ਸ਼ੁਭ ਗੁਣ ਸ਼ਿੰਗਾਰ ਧਾਰਨ ਕੀਤੇ ਹਨ। ਤਨ ਮਨ ਪਿਰ ਕੇ ਪਾਸ, ਪਿਰ ਪਤੀ ਪ੍ਰਮਾਤਮਾ ਦੇ ਪਾਸ ਉਹਨੇ ਆਪਣਾ ਤਨ ਵੀ ਤੇ ਮਨ ਹਵਾਲੇ ਕਰ ਦਿੱਤਾ ਹੈ। ਦੋਏ ਕਰ ਜੋੜ ਖੜੀ ਤੱਕਾ ਹੈ। ਦੋਵੇਂ ਕਰ ਜੋੜ ਕੇ, ਕਰ ਮੈਨੇ ਹੱਥ, ਮਨ ਬੁੱਧ ਰੂਪੀ ਦੋਵੇਂ ਹੱਥ ਜੋੜ ਕੇ ਖਲੋਤੀ ਹੋਈ ਤੱਕਦੀ ਹੈ ਵਾਹਿਗੁਰੂ ਦੇ ਰਾਹ ਨੂੰ। ਸੱਚ ਕਹਿ ਅਰਦਾਸ। ਤੇ ਇਸ ਪ੍ਰਕਾਰ ਸੱਚ ਹੀ ਪਰਮੇਸ਼ਰ ਦਾ ਨਾਮ ਹੈ। ਉਹ ਬੋਲਦੀ ਹੈ ਤੇ ਹਿਰਦੇ 'ਚੋਂ ਸੱਚੀ ਹੀ ਵਾਹਿਗੁਰੂ ਦੇ ਅੱਗੇ ਹੀ ਅਰਦਾਸ ਕਰਦੀ ਹੈ। ਅਰਜ਼ਦਾਸਤ, ਅੰਦਰੋਂ ਫਰਿਆਦ ਕਰਦੀ ਹੈ ਵਾਹਿਗੁਰੂ ਦੇ ਚਰਨਾਂ 'ਚ। ਲਾਲ ਰੱਤੀ ਸੱਚ ਭੈ ਵਸੀ, ਭਾਏ ਰੱਤੀ ਰੰਗ ਰਾਸ। ਲਾਲ ਪਿਆਰਾ ਵਾਹਿਗੁਰੂ, ਉਸ ਪਿਆਰੇ ਲਾਲ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੱਤੀ ਹੋਈ ਹੈ। ਤੇ ਸੱਚ ਸਰੂਪ ਪਰਮੇਸ਼ਰ ਹੈ ਜੋ ਉਸ ਦੇ ਭੈ ਦੇ ਵਿੱਚ ਵਸਦੀ ਹੈ। ਜਿਸ ਪਤਨੀ ਨੇ ਪਤੀ ਦਾ ਡਰ ਨਹੀਂ ਮੰਨਿਆ, ਮਨ ਅੰਦਰ ਅਦਬ ਨਹੀਂ ਰੱਖਿਆ, ਭੈ ਅਦਬ ਹੁੰਦਾ ਅਸਲ ਵਿੱਚ, ਅਦਬ ਭੈ ਰੱਖਿਆ ਹੈ ਤਾਂ ਉਹੀ ਪਤੀ ਵਰਤਾ ਮੰਨੀ ਜਾਏਗੀ। ਤੇ ਜਿਸ ਨੇ ਪਤੀ ਦਾ ਡਰ ਹੀ ਲਾ ਦਿੱਤਾ ਹੈ ਸੋ ਉਹਨੂੰ ਪਤੀ ਵਰਤਾ ਨਹੀਂ ਕਿਹਾ ਜਾਂਦਾ, ਛੁੱਟੜ ਬਦਕਾਰ ਕਮਜ਼ਾਦ ਕਿਹਾ ਜਾਂਦਾ ਹੈ। ਲਾਲ ਰੱਤੀ ਸੱਚ ਭੈ ਵਸੀ, ਪਿਆਰੇ ਦੇ ਪ੍ਰੇਮ ਰੰਗ ਵਿੱਚ ਰੱਤੀ ਹੋਈ ਹੈ। ਤੇ ਸੱਚ ਸਰੂਪ ਪਰਮੇਸ਼ਰ ਦੇ ਭੈ ਅੰਦਰ, ਸੱਚੇ ਭੈ ਅੰਦਰ, ਉਜਲ ਭੈ ਅੰਦਰ ਵਸਦੀ ਹੈ। ਭਾਏ ਰੱਤੀ, ਭਾਏ ਪ੍ਰੇਮ ਦੇ ਵਿੱਚ ਰੱਤੀ ਹੋਈ ਹੈ। ਰੰਗ ਰਾਸ, ਤੇ ਇਸ ਪ੍ਰਕਾਰ ਰੰਗ ਦੇ ਵਿੱਚ ਰਸੀ ਹੋਈ ਹੈ। ਰੰਗ, ਉਹਨੂੰ ਰਾਸ ਆ ਗਿਆ ਪਰਮੇਸ਼ਰ ਦਾ ਰੰਗ ਪ੍ਰੇਮ ਜਿਹੜਾ। ਪ੍ਰੇ ਕੀ ਚੇਰੀ ਕਾਂਢੀ ਹੈ, ਲਾਲੀ ਮਨ ਨਾਓ। ਲਾਲੀ ਦਾ ਅਰਥ ਇੱਥੇ ਦਾਸੀ ਹੈ। ਪ੍ਰੇ ਕੀ ਚੇਰੀ ਕਾਂਢੀ ਹੈ, ਲਾਲੀ ਮਨ ਨਾਓ। ਜਿਹੜੀ ਲਾਲੀ ਦਾਸੀ ਬਣ ਕੇ ਵਾਹਿਗੁਰੂ ਦੇ ਨਾਮ ਨੂੰ ਮਹਾਨ ਜਾਣ ਕੇ ਮਨ 'ਚ ਮੰਨ ਲੈਂਦੀ ਹੈ ਨਾ, ਜਗਿਆਸੂ ਰੂਪ ਇਸਤਰੀ, ਉਹ ਫਿਰ ਪ੍ਰਮਾਤਮਾ ਦੀ ਚੇਰੀ ਦਾਸੀ ਕਹੀ ਦੀ ਹੈ। ਸੰਸਾਰ 'ਚ ਭਾਵ ਮੰਨੀ ਜਾਂਦੀ, ਪ੍ਰਸਿੱਧ ਹੋ ਜਾਂਦੀ ਹੈ ਵੀ ਇਹ ਵਾਹਿਗੁਰੂ ਦੀ ਦਾਸੀ ਹੈ, ਇਹ ਪਤੀ ਦੀ ਦਾਸੀ ਹੈ, ਮਤਲਬ ਇਹ ਸੰਤ ਹੈ। ਸੋ ਜਿਹੜੀ ਪ੍ਰਮਾਤਮਾ ਦੇ ਨਾਮ ਨੂੰ ਦਾਸੀ ਬਣ ਕੇ ਮਨ 'ਚ ਮੰਨ ਲੈਂਦੀ, ਵਸਾ ਲੈਂਦੀ ਹੈ। ਸਾਚੀ ਪ੍ਰੀਤ ਨਾ ਟੁੱਟਈ, ਸਾਚੇ ਮੇਲ ਮਿਲਾਓ। ਵਾਹਿਗੁਰੂ ਨਾਲ ਜਿਨ੍ਹਾਂ ਦੀ ਸੱਚੀ ਪ੍ਰੀਤ ਹੈ, ਉਹ ਲੱਗੀ ਹੋਈ ਪ੍ਰੀਤ ਫਿਰ ਟੁੱਟਦੀ ਨਹੀਂ ਹੈ, ਟੁੱਟਦੀ ਨਹੀਂ। ਜਿਵੇਂ ਭਗਤ ਜੀ ਨੇ ਬਚਨ ਕੀਤਾ, ਜੋ ਤੁਮ ਗਿਰਵਰ ਤਉ ਹਮ ਮੋਰਾ, ਜੋ ਤੁਮ ਚੰਦ ਤਉ ਹਮ ਭਏ ਹੈ ਚਕੋਰਾ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਜਹ ਜਹ ਜਾਉ ਤਹਾਂ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨਾ ਦੇਵਾ। ਭਗਤ ਰਵਿਦਾਸ ਜੀ ਨੇ ਬਚਨ ਕੀਤਾ। ਇਸ ਪ੍ਰਕਾਰ ਮਾਰਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰ ਹਲਾ, ਜਿਉ ਕਰੰਕ ਨਸਨਾਦ ਬਾਲਹਾ ਤਿਉ ਮੇਰਾ ਮਨਰਾ ਮਈਆ। ਇਸ ਤਰ੍ਹਾਂ ਦੀ ਸੱਚੀ ਪ੍ਰੀਤ ਲੱਗੀ ਹੋਈ ਟੁੱਟਦੀ ਨਹੀਂ ਹੈ। ਤੇ ਸਾਚੇ ਮੇਲ ਮਿਲਾਓ, ਸੱਚ ਸਰੂਪ ਪਰਮੇਸ਼ਰ ਦੇ ਮੇਲ ਵਿੱਚ ਮਿਲ ਕੇ, ਸੱਚੇ ਅਕਾਲ ਪੁਰਖ ਨੇ ਸਤਸੰਗਤ ਵਿੱਚ ਮੇਲ ਕੇ ਮਿਲਾਓ, ਮਿਲਾਪ ਬਖਸ਼ਿਆ ਹੈ।
ਸੋ ਇਸ ਤਰ੍ਹਾਂ ਸੱਚੇ ਨਾਮ ਵਿੱਚ ਮਿਲ ਕੇ ਜੋੜ ਕੇ ਆਪਣੇ ਆਪ ਨੂੰ ਤਾਂ ਵਾਹਿਗੁਰੂ ਦਾ ਮਿਲਾਪ ਹਾਸਲ ਕਰ ਲਿਆ ਹੈ। ਸ਼ਬਦ ਰਤੀ ਮਨ ਵਿਦਿਆ ਹਉ ਸਦ ਬਲਿਹਾਰੈ ਜਾਓ। ਗੁਰਾਂ ਦੇ ਮੁਖ ਤੋਂ ਉਚਾਰਨ ਕੀਤਾ ਹੋਇਆ ਜੋ ਸ਼ਬਦ ਉਪਦੇਸ਼ ਹੈ, ਉਸ ਸ਼ਬਦ ਦੁਆਰਾ ਰੱਤੀ ਗਈ, ਪ੍ਰੇਮ ਰੰਗ ਵਿੱਚ ਰੰਗੀ ਗਈ ਜੀਵ ਰੂਪ ਇਸਤਰੀ, ਤੇ ਮਨ ਵਿਦਿਆ ਮਨ ਵਿੰਨਿਆ ਗਿਆ, ਪਰੋਤਾ ਗਿਆ ਵਾਹਿਗੁਰੂ ਦੀ ਪ੍ਰੀਤ ਵਿੱਚ, ਜਿਹੜੀ ਐਸੀ ਹੈ ਹਉ ਸਦ ਬਲਿਹਾਰੈ ਜਾਓ। ਸਤਿਗੁਰੂ ਜੀ ਕਹਿੰਦੇ ਅਸੀਂ ਉਸ ਤੋਂ ਸਦਾ ਸੈਂਕੜੇ ਵਾਰੀ ਸਦ ਹਮੇਸ਼ਾ ਸਦੀਵੀ ਕਾਲ ਲਈ ਬਲਿਹਾਰ ਸਦਕੇ ਜਾਂਦੇ ਹਾਂ। ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹੇ ਸਮਾਏ। ਉਹ ਜੀਵ ਰੂਪ ਇਸਤਰੀ ਰੰਡੀ ਹੋ ਕੇ ਨਹੀਂ ਬੈਠਦੀ, ਅਥਵਾ ਰੰਡੀਆਂ ਵਿੱਚ ਨਹੀਂ ਬੈਠਦੀ। ਰੰਡੀ ਹੋ ਕੇ ਇੱਕ ਪਾਸੇ ਨਹੀਂ ਬੈਠਦੀ ਜੇ ਸਤਿਗੁਰ ਮਾਹੇ ਸਮਾਏ, ਕਿਉਂਕਿ ਨਾਨਕ ਕਾਵਣ ਸਦਾ ਸੁਹਾਗਣ ਨਾ ਫਿਰ ਮਰੈ ਨਾ ਜਾਏ। ਜਿਸ ਦੇ ਪਤੀ ਦੇ ਮਰਨ ਦਾ ਡਰ ਹੈ ਉਹਨੂੰ ਡਰ ਰੰਡੀ ਹੋ ਸਕਦੀ ਹੈ, ਤੇ ਜਿਸ ਨੇ ਪਤੀ ਪਰਮੇਸ਼ਰ ਅਕਾਲ ਮੂਰਤ ਵਰ ਪਾਇਆ ਵਿਨਾਸੀ, ਨਾ ਕਦੇ ਮਰਿਆ ਨਾ ਜਾਇਆ, ਨਾ ਕਿਤੇ ਜਾਂਦਾ ਹੈ ਨਾ ਮਰਦਾ ਨਾ ਜੰਮਦਾ, ਐਸਾ ਵਰ ਲਾੜਾ ਜਿਹਨੇ ਪ੍ਰਾਪਤ ਕਰ ਲਿਆ ਉਹ ਰੰਡੀ ਹੋਵੇਗੀ ਕਦੇ ਨਹੀਂ। ਇਸ ਤਰ੍ਹਾਂ ਸਤਿਗੁਰੂ ਅਕਾਲ ਪੁਰਖ ਵਿੱਚ ਸਮਾਏ ਹੋਏ ਨੇ, ਵਾਹਿਗੁਰੂ ਸਤਿਗੁਰਾਂ ਵਿੱਚ ਇੱਕੋ ਰੂਪ ਹੀ ਹਨ। ਸਤਿਗੁਰ ਸ਼ਬਦ ਆਏ ਜਾਂ ਵਾਹਿਗੁਰੂ ਸ਼ਬਦ ਆਏ, ਦੋਵੇਂ ਤਕਰੀਬਨ ਇੱਕੋ ਰੂਪ ਹੀ ਹਨ। ਸੋ ਉਹ ਸਤਿਗੁਰੂ ਤਾਂ ਕਹਿੰਦੇ ਉਹਨਾਂ ਸਰੀਰ ਧਾਰੇ ਹੋਏ ਆ 10, ਤੇ ਵਾਹਿਗੁਰੂ ਜੀ ਨੇ ਸਰੂਪ ਨੇ ਸਰੀਰ ਨਹੀਂ ਧਾਰਿਆ ਹੋਇਆ। ਸੋ ਇਸ ਪ੍ਰਕਾਰ ਜਿਵੇਂ ਕਿ ਸਿੱਕੇ ਦੇ ਦੋ ਪਾਸੇ ਹੋਣ, ਇਸੇ ਤਰ੍ਹਾਂ ਸਤਿਗੁਰੂ ਤੇ ਵਾਹਿਗੁਰੂ ਅਭੇਦ ਹੀ ਹਨ। ਤੇ ਇੱਥੇ ਸਤਿਗੁਰਾਂ ਦਾ ਵਾਚਕ ਹੀ ਜਾਪ, ਅਕਾਲ ਪੁਰਖ ਦਾ ਵਾਚਕ ਸ਼ਬਦ ਜਾਪਦਾ। ਜਿਹੜੀ ਵਾਹਿਗੁਰੂ ਵਿੱਚ ਸਮਾ ਰਹੀ ਹੈ ਉਹ ਜੀਵ ਰੂਪ ਇਸਤਰੀ ਕਦੇ ਰੰਡੀ ਹੋ ਕੇ ਨਹੀਂ ਬੈਠੇਗੀ। ਫਿਰ ਰਿਸਾਲੂ ਨੌਤਨੋ ਸਾਚਾਓ ਮਰੈ ਨਾ ਜਾਏ। ਫਿਰ ਪਤੀ ਪਰਮਾਤਮਾ ਰਿਸਾਲੂ ਰਸ ਵਾਲਾ, ਰਸ ਨਾਲ ਭਰਿਆ ਹੋਇਆ ਹੈ, ਤੇ ਪ੍ਰੇਮ ਰਸ ਦੇ ਵਿੱਚ ਐਨ ਲਵਰੇਜ ਹੈ। ਨੌਤਨੋ ਹਮੇਸ਼ਾ ਨਵੀਨ ਅਵਸਥਾ 'ਚ ਰਹਿਣ ਵਾਲਾ ਹੈ। ਸੋ ਇਸ ਪ੍ਰਕਾਰ ਸਦ ਨਵਤਨ ਬਾਲ ਸਖਾਈ ਵੀ ਉਸ ਨੂੰ ਕਿਹਾ ਪਰਮਾਤਮਾ ਨੂੰ। ਨੌਤਨ ਦਾ ਅਰਥ ਉਹਦਾ ਨੌਜਵਾਨ ਵੀ ਕਿਹਾ ਜਾਂਦਾ, ਹਮੇਸ਼ਾ ਇੱਕ ਰਸ ਜਾਨੀ, ਇੱਕੋ ਜਿਹੀ ਅਵਸਥਾ 'ਚ ਰਹਿਣ ਵਾਲਾ। ਸੱਚਾ ਉਹ ਮਰੈ ਨਾ ਜਾਏ, ਉਹ ਸੱਚ ਹੈ ਤੇ ਨਾ ਮਰਦਾ ਹੈ ਤੇ ਨਾ ਜਾਏ ਜੰਮਦਾ ਹੈ। ਨਾ ਜਾਏ ਜਾਂਦਾ ਵੀ ਨਹੀਂ ਕਿਤੇ, ਹਮੇਸ਼ਾ ਹਰ ਥਾਂ ਹੀ ਸਮਾਇਆ ਹੋਇਆ, ਤੇ ਨਾ ਮਰਨ ਵਾਲਾ ਹੀ ਹੈ। ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ। ਜਿਹੜੀ ਜੀਵ ਰੂਪ ਇਸਤਰੀ ਪਾਤਰ ਬਣਦੀ ਹੈ ਉਸ ਦੇ ਉੱਪਰ ਪ੍ਰਮਾਤਮਾ ਆਪਣੀ ਰਜਾ, ਆਪਣੀ ਮਰਜ਼ੀ ਅਨੁਸਾਰ ਸੱਚੀ ਨਜ਼ਰ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ, ਤੇ ਉਸ ਨੂੰ ਸਦਾ ਹੀ ਆਪਣੇ ਵਿੱਚ ਅਭੇਦਤਾ ਬਖਸ਼ਦਾ ਹੈ। ਨਿਤ ਰਵੈ ਸੁਹਾਗਣੀ, ਰਵੈ ਦਾ ਅਰਥ ਉਂਝ ਮੰਨਣਾ ਹੁੰਦਾ, ਮਤਲਬ ਵੀ ਉਹ ਸੁਹਾਗਵੰਤੀ ਨੂੰ ਸਦਾ ਆਪਣੇ ਅੰਗ ਸੰਗ ਲਾ ਕੇ ਰੱਖਦਾ, ਆਪਣੀ ਅਭੇਦਤਾ ਬਖਸ਼ਦਾ ਹੈ ਉਸ ਮਹਾਤਮਾ ਨੂੰ। ਸਾਚ ਧੜੀ ਧਨ ਮਾਂਡੀਐ ਕਾਪੜ ਪ੍ਰੇਮ ਸ਼ਿਗਾਰ। ਹਜ਼ੂਰ ਕਹਿੰਦੇ ਨੇ ਕਿ ਉਸ ਧਨ ਇਸਤਰੀ ਨੇ, ਧੜੀ ਦਾ ਅਰਥ ਹੁੰਦਾ ਹੈ ਪੱਟੀਆਂ, ਸ਼ਿੰਗਾਰ ਪੱਟੀਆਂ ਜਿਹੜੀਆਂ ਕੇਸਾਂ ਦੀਆਂ। ਸੋ ਇਸ ਪ੍ਰਕਾਰ ਉਹ ਸੱਚੀ ਜਿਹੜੀ ਪੱਟੀ ਹੈ ਨਾ, ਉਸ ਨੇ ਸਜਾਈਆਂ ਹੋਈਆਂ ਸੱਚੀਆਂ ਪੱਟੀਆਂ ਉਸ ਜੀਵ ਰੂਪ ਇਸਤਰੀ ਨੇ, ਉਸ ਮਹਾਤਮਾ ਨੇ। ਤੇ ਭਾਵ ਸੱਚੇ ਨਾਮ ਨਾਲ ਜਿਹੜਾ ਜੁੜਨਾ, ਇਹ ਪੱਟੀਆਂ ਸ਼ਿੰਗਾਰਨੀਆਂ। ਸੋ ਇਸ ਪ੍ਰਕਾਰ ਕਾਪੜ ਪ੍ਰੇਮ ਸ਼ਿੰਗਾਰ, ਤੇ ਕੱਪੜੇ ਕਿਹੜੇ ਸੋਹਣੇ ਪਹਿਰਨੇ ਹਨ ਪ੍ਰੇਮ ਦੇ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪਤ ਮੇਰੀ, ਦਾਨਾ ਬੀਨਾ ਸਾਈਂ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਸੋ ਇਸ ਤਰ੍ਹਾਂ ਕੱਪੜਾ ਪ੍ਰੇਮ ਦਾ, ਤੇ ਇਸ ਤਰ੍ਹਾਂ ਸ਼ੁਭ ਗੁਣਾ ਰੂਪੀ ਸ਼ਿੰਗਾਰ ਮਾਨੋ। ਇਹ ਧੁਨੀ ਦਾ ਅਰਥ ਸਮਝਣਾ ਵੀ ਇਸ਼ਾਰੇ ਮਾਤਰ ਹੈ ਵੀ ਸ਼ਿੰਗਾਰ ਵੀ ਪ੍ਰੇਮ ਦਾ, ਕੱਪੜਾ ਵੀ ਪ੍ਰੇਮ ਦਾ। ਜਾਂ ਜੇ ਕਹਿ ਲਓ ਭਈ ਪ੍ਰੇਮ ਦਾ ਕੱਪੜਾ ਧਾਰਨ ਕੀਤਾ ਉਹਨੇ, ਜਿਹੜੀ ਪੁਸ਼ਾਕ ਹੈ, ਤੇ ਇਸ ਤਰ੍ਹਾਂ ਜਿਹੜੇ ਸ਼ੁਭ ਗੁਣ ਹਨ ਇਹ ਉਹਨੇ ਸ਼ਿੰਗਾਰ ਲਾਏ ਹੋਏ ਆ। ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ। ਜਿਹੜਾ ਵਾਹਿਗੁਰੂ ਦੇ ਪ੍ਰੇਮ ਨੂੰ ਉਹਨੇ ਆਪਣੇ ਚਿੱਤ ਵਿੱਚ ਵਸਾਇਆ ਹੋਇਆ ਨਾ, ਇਹ ਹੀ ਉਹਦੇ ਚੰਦਨ ਦਾ ਤਿਲਕ ਲਾਇਆ ਹੋਇਆ। ਤੇ ਮੰਦਰ ਦਸਵਾਂ ਦੁਆਰ, ਉਹ ਮੰਦਰ ਕਿਹੜਾ ਹੈ ਜਿੱਥੇ ਉਹ ਪਤੀ ਵਾਸਤੇ ਛੇਜ ਵਿਛਾ ਕੇ ਉਡੀਕ ਕਰਦੀ ਹੈ। ਜਿਸ ਮੰਦਰ ਵਿੱਚ ਪਤੀ ਦਾ ਮਿਲਾਪ ਹੁੰਦਾ ਉਹ ਦਸਵਾਂ ਦੁਆਰ ਹੈ। ਜਿਵੇਂ ਬਚਨ ਕੀਤਾ, ਦਸਵਾਂ ਦੁਆਰ ਆਗਮ ਅਪਾਰਾ ਪਰਮ ਪੁਰਖ ਕੀ ਘਾਟੀ, ਉੱਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਤੀ। ਇਸ ਤਰ੍ਹਾਂ ਬੰਦਗੀ ਕਰਕੇ ਗੁਰਮੁਖ ਅੰਤਰ ਸਹਿਜ ਹੈ ਮਨ ਚੜ੍ਹਿਆ ਦਸਵੇਂ ਦੁਆਰ, ਤਿੱਥੈ ਊਂਘ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ।
ਸੋ ਇਸ ਪ੍ਰਕਾਰ ਉਹ ਜਿਹੜਾ ਦਸਮ ਦੁਆਰ ਆ, ਦਸਵਾਂ ਆਕਾਸ਼ ਹੈ, ਤੇ ਕੁਝ ਵਿਦਵਾਨਾਂ ਨੇ ਅਰਥ ਕੀਤੇ ਦਸਮ ਦੁਆਰ ਦੇ ਸੋਚ ਮੰਡਲ। ਸੋਚਣੀ ਦਾ ਮੰਡਲ ਨਹੀਂ, ਇਹ ਉੱਪਰ ਦੀ ਅਵਸਥਾ ਹੈ। ਸੋ ਇਸ ਤਰ੍ਹਾਂ ਤ੍ਰਿਕੁਟੀ ਜਿਹੜੀ ਪਾਟ ਗਈ ਤੇ ਦਸਮ ਦੁਆਰ ਵਿੱਚੋਂ ਝਰਨਾ ਝਰਦਾ ਨਿਜਰੋਂ ਗੁਰਮੁਖ ਬਾਣੀ ਅਗੜ ਕਢਾਵੈ। ਭਾਈ ਗੁਰਦਾਸ ਨੇ ਕਿਹਾ, ਦਸਮ ਸਥਾਨ ਕੇ ਸਮਾਨ ਕੌਣ ਭਉਨ ਕਹੋਂ, ਗੁਰਮੁਖ ਪਾਵੈ ਸੁਤਵਨਤ ਨ ਪਾਵਈ। ਸੋ ਇਸ ਪ੍ਰਕਾਰ 9 ਦਰਵਾਜ ਨਵੇਂ ਦਰ ਫੀਕੇ ਰਸ ਦਸਵੇਂ ਅੰਮ੍ਰਿਤ ਚੋਈ ਜੈ। 9 ਜਿਹੜੇ ਦਰਵਾਜ਼ੇ ਆ ਸਾਡੇ ਖੁੱਲ੍ਹੇ ਹੋਏ, ਇਹ ਫਿੱਕੇ ਆ, ਤੇ ਦਸਮ ਦੁਆਰ 'ਚ ਪਹੁੰਚ ਹੋਏ ਮਨ ਦੀ ਤਾਂ ਉੱਥੋਂ ਅੰਮ੍ਰਿਤ ਚਾਹੁੰਦਾ। ਜੋਗੀਆਂ ਨੂੰ ਨਹੀਂ, ਜੋਗੀ ਕੇਵਲ ਹਠਯਾਮ ਪ੍ਰਾਣਾਯਾਮ ਕਰਕੇ ਨਾ ਤੇ ਜ਼ਬਰਦਸਤੀ ਸਵਾਸ ਜਿਹੜੇ ਆ ਉਹ ਦਸਮ ਦੁਆਰ ਚੜਾਉਂਦੇ ਆ, ਤੇ ਕੇਵਲ ਸਵਾਸ ਚੜ੍ਹਨ ਨਾਲ ਨਹੀਂ ਗੱਲ ਬਣਦੀ। ਜਦੋਂ ਮਨ ਬੰਦਗੀ ਦੁਆਰਾ ਸੰਸਾਰ ਵੱਲੋਂ ਤੇ ਇੰਦਰੀਆਂ ਵੱਲੋਂ ਉਪਰਾਮ ਹੋ ਕੇ ਨਾ, ਇੰਦਰੀਆਂ ਦੇ ਰਸਾਂ ਤੋਂ ਉਪਰਾਮ ਹੋ ਜਾਏ ਤੇ ਵਾਹਿਗੁਰੂ ਦੀ ਬਖਸ਼ਿਸ਼ ਨਾਲ ਦਸਮ ਦੁਆਰਾ ਖੁੱਲ੍ਹਦਾ, ਮਾਸ ਦੀ ਬੋਟੀ ਡਿੱਗ ਪੈਂਦੀ ਹੈ, ਤੇ ਫਿਰ ਉਹ ਇੱਕ ਬੜਾ ਤਕੜਾ ਆਧਾਰ ਆਸਰਾ ਮਿਲਦਾ, ਤੇ ਉੱਥੇ ਬੜਾ ਆਨੰਦ ਹੁੰਦਾ ਹੈ। ਉਹ ਉੱਥੇ ਮਨ ਸਾਫ਼ ਹੋ ਕੇ ਪਹੁੰਚਦਾ। ਤੇ ਜਿਹੜੇ ਜੋਗੀ ਹਨ ਉਹ ਕੇਵਲ ਪ੍ਰਾਣਾਯਾਮ ਰਾਹੀਂ ਸਵਾਸਾਂ ਨੂੰ ਉੱਪਰ ਚੜਾਉਂਦੇ ਆ, ਮਨ ਮੈਲੇ ਦਾ ਮੈਲਾ ਹੀ ਰਹਿੰਦਾ। ਸੋ ਇਸ ਪ੍ਰਕਾਰ ਮੰਦਰ ਦਸਵਾਂ ਦੁਆਰ, ਜਿਹੜਾ ਦਸਵੇਂ ਦੁਆਰ ਰਹਿਤ ਕਰੇ ਤ੍ਰਿਭਵਨ ਸੋਝੀ ਪਾਏ, ਇੰਜ ਵੀ ਬਚਨ ਹਨ ਗੁਰੂ ਗ੍ਰੰਥ ਸਾਹਿਬ ਦੇ। ਇਹ ਉਹਨਾਂ ਦੇ ਵਾਸਤੇ ਮੰਦਰ ਹੈ, ਜਿਸ ਮੰਦਰ ਵਿੱਚ ਉਹ ਬਿਰਾਜਮਾਨ ਹੋ ਕੇ ਸਖੀਆਂ ਵਾਹਿਗੁਰੂ ਦੀ ਭੇਟਤਾ ਦਾ ਆਨੰਦ ਮਾਣਦੀਆਂ ਹਨ। ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ। ਜਿਹੜਾ ਗੁਰੂ ਦੇ ਸ਼ਬਦ ਰਾਹੀਂ ਉਹਨਾਂ ਨੇ ਆਪਣੇ ਹਿਰਦੇ ਨੂੰ ਵਿਗਾਸਿਆ ਹੈ ਨਾ, ਖੇੜਾ ਬਖਸ਼ਿਆ ਹੈ, ਆਨੰਦ ਪ੍ਰਾਪਤ ਕੀਤਾ, ਇਹੀ ਦੀਪਕ ਜਗਾਇਆ ਉਹਨਾਂ। ਜਿਵੇਂ ਵਚਨ ਹਨ, ਗੁਰ ਕਾ ਸ਼ਬਦ ਕਰ ਦੀਪਕੋ ਇਹ ਸਤ ਕੀ ਸੇਜ ਵਿਸ਼ਾਇਰੀ। ਇਸ ਤਰ੍ਹਾਂ ਦੀਪਕ ਸ਼ਬਦ ਵਿਗਾਸਿਆ, ਗੁਰੂ ਦੇ ਸ਼ਬਦ ਰਾਹੀਂ ਆਪਣਾ ਹਿਰਦਾ ਜਿਹੜਾ ਖੜਾ ਲਿਆ ਉਹਨਾਂ ਨੇ, ਖੇੜੇ ਦੇ ਸਹਿਤ ਕਰ ਲਿਆ, ਇਹ ਦੀਵਾ ਜਗਾਇਆ। ਰਾਮ ਨਾਮ ਉਰਹਾਰ, ਤੇ ਜਿਹੜਾ ਗਲੇ 'ਚ ਹਾਰ ਧਾਰਨ ਕਰੀਦਾ ਉਹ ਵਾਹਿਗੁਰੂ ਦੇ ਰਾਮ ਪਰਮੇਸ਼ਰ ਦੇ ਨਾਮ ਦਾ ਹੀ ਉਹਨਾਂ ਨੇ ਉਰ ਹਿਰਦੇ ਅੰਦਰ ਹਾਰ ਪਰੋ ਕੇ ਪਾਇਆ ਹੈ। ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ। ਸੋ ਇਸ ਪ੍ਰਕਾਰ ਉਹਨਾਂ ਦੇ ਮਸਤਕ ਤੇ ਮਣੀ ਕਿਹੜੀ, ਟਿੱਕਾ ਕਿਹੜਾ ਲਟਕ ਰਿਹਾ, ਵਾਹਿਗੁਰੂ ਦੇ ਪਿਆਰ ਦਾ। ਸੋ ਇਸ ਪ੍ਰਕਾਰ ਪਿਆਰ ਡੁੱਲ ਡੁੱਲ ਪੈਂਦਾ ਸਾਈਂ ਪਰਮੇਸ਼ਰ ਦਾ, ਤੇ ਸਾਰੀਆਂ ਨਾਰੀਆਂ ਅੰਦਰ ਸੋਹਣੀ ਨਾਰੀ ਇਸਤਰੀ ਉਹ ਬਣ ਜਾਂਦੀ ਹੈ। ਤੇ ਜਿਹਦੇ ਹਿਰਦੇ ਅੰਦਰ ਪਿਆਰ ਹੈ, ਇਹ ਮਸਤਕ ਤੇ ਮੱਥੇ ਤੇ ਮਨ ਨੂੰ ਮਣੀ ਲਟਕ ਰਹੀ ਹੈ, ਟਿੱਕਾ ਲਟਕ ਰਿਹਾ ਉਹਨਾਂ ਦਾ। ਸੋਭਾ ਸੁਰਤ ਸੁਹਾਵਣੀ ਸਾਚੈ ਪ੍ਰੇਮ ਅਪਾਰ। ਸੋ ਇਸ ਪ੍ਰਕਾਰ ਜਿਨ੍ਹਾਂ ਦੇ ਅੰਦਰ ਸੱਚੇ ਵਾਹਿਗੁਰੂ ਪਰਮੇਸ਼ਰ ਦਾ ਜੋ ਅਪਾਰ ਬੇਅੰਤ ਹੈ, ਉਹਦਾ ਪ੍ਰੇਮ ਹੈ। ਵਾਹਿਗੁਰੂ ਦੇ ਅਪਾਰ ਪ੍ਰੇਮ ਨੂੰ ਜਿਨ੍ਹਾਂ ਧਾਰਨ ਕੀਤਾ ਹੋਇਆ, ਉਹਨਾਂ ਦੀ ਸੋਭਾ ਕਿਹੜੀ ਹੈ, ਜਿਹੜੀ ਸੁਰਤ ਸੁਹਾਵਣੀ। ਸੁਰਤ ਜਿਹੜੀ ਸ਼ੋਭਨੀਕ ਆ ਉਹਨਾਂ ਦੀ, ਇਹੋ ਹੀ ਉਹਨਾਂ ਦੀ ਸੋਭਾ ਸੁਭਾਇਮਾਨ ਹੋ ਰਹੀ ਹੈ। ਸੁਰਤ ਦੇ ਅੰਦਰ ਜਿਹੜਾ ਉਹਨਾਂ ਆਪਣੇ ਆਪ ਨੂੰ ਸਵਾਰ ਕੇ, ਸੁਰਤ ਜਿਹੜੀ ਸੰਸਾਰ 'ਚੋਂ ਕੱਢ ਕੇ ਪਰਮੇਸ਼ਰ ਨਾਲ ਜੋੜ ਲਈ ਹੈ, ਸੋ ਉਹ ਸੁਹਾਵਣੀਆਂ ਇਸਤਰੀਆਂ ਸ਼ੋਭਨੀਕ ਬਣ ਗਈਆਂ। ਇੱਦਾਂ ਉਹਨਾਂ ਦੀ ਲੋਕ ਪਰਲੋਕ ਵਿੱਚ ਸੋਭਾ ਹੈ। ਸੋ ਸੱਚੇ ਪ੍ਰੇਮ ਦੇ ਆਸਰੇ ਹੋ ਰਹਿੰਦੀਆਂ, ਅਪਾਰ ਜੋ ਪਰਮੇਸ਼ਰ ਹੈ ਉਸ ਦੇ ਸੱਚੇ ਪ੍ਰੇਮ ਆਸਰ। ਬਿਨ ਪਿਰ ਪੁਰਖ ਨ ਜਾਣੈ ਸਾਚੇ ਗੁਰ ਕੈ ਹੇਤ ਪਿਆਰ। ਸੱਚੇ ਗੁਰਾਂ ਦੇ ਨਾਲ ਹਿੱਤ ਪਿਆਰ ਪਾ ਕੇ ਤੇ ਉਹ ਐਸੀ ਅਵਸਥਾ 'ਚ ਪਹੁੰਚ ਗਈ ਜੀਵ ਰੂਪ ਇਸਤਰੀ। ਬਿਨ ਪਿਰ ਪੁਰਖ ਨਾ ਜਾਣਈ। ਬਿਨ ਪਿਰ ਪਤੀ ਅਕਾਲ ਪੁਰਖ ਤੋਂ ਬਗੈਰ ਹੋਰ ਕਿਸੇ ਨੂੰ ਪੁਰਖ ਨਹੀਂ ਜਾਣਦੀ। ਜਿਹੜੀ ਪਤੀ ਵਰਤਾ ਔਰਤ ਹੈ, ਉਹਦੀ ਜਿਹੜੀ ਸਹੀ ਅਵਸਥਾ ਹੋਈ ਹੈ ਕਿ ਆਪਣੇ ਪਤੀ ਤੋਂ ਬਗੈਰ ਹੋਰਨਾਂ ਨੂੰ ਮਰਦ ਹੀ ਨਾ ਜਾਣੇ। ਸੋ ਇਸ ਪ੍ਰਕਾਰ ਇਸਤਰੀਆਂ ਹੋਣ ਦੇ ਵਾਸਤੇ ਇੱਕੋ ਪਤੀ ਦਾ ਧਿਆਨ ਵਸਿਆ ਹੋਇਆ ਹੋਵੇ। ਇਸੇ ਪ੍ਰਕਾਰ ਬਿਨ ਪਿਰ ਪਤੀ ਪਰਮਾਤਮਾ ਤੋਂ ਬਗੈਰ ਹੋਰਨਾਂ ਦੀ ਆਰਾਧਨਾ ਵਾਲੇ ਪਾਸੇ ਨਾ ਜਾਣਾ, ਇਹ ਹੈ ਵੀ ਹੋਰ ਨੂੰ ਪੁਰਖ ਨਾ ਜਾਣਨਾ। ਸੋ ਇਸ ਪ੍ਰਕਾਰ ਗੁਰਾਂ ਦੇ ਨਾਲ ਹਿੱਤ ਹੋਣਾ, ਗੁਰਾਂ ਦੇ ਪ੍ਰੇਮ ਤੇ ਹਿੱਤ ਵਿੱਚ ਰਹਿਣਾ, ਤੇ ਇਸ ਤਰ੍ਹਾਂ ਵਾਹਿਗੁਰੂ ਪਰਮਾਤਮਾ ਨੂੰ ਆਪਣਾ ਪਤੀ ਪੁਰਖ ਜਾਣਨਾ, ਹੋਰਨਾਂ ਨੂੰ ਨਾ ਜਾਣਨਾ, ਭਾਵ ਹੋਰਨਾਂ ਦੀ ਉਪਾਸਨਾ ਵਿੱਚ ਨਾ ਜਾਣਾ। ਨਿਸ ਅੰਧਿਆਰੀ ਸੁੱਤੀਏ ਕਿਉ ਪਿਰ ਬਿਨ ਰਹਿਣ ਵਿਹਾਏ। ਹੁਣ ਜਿਹੜੀਆਂ ਮਨਮੁਖ ਜੀਵ ਰੂਪ ਇਸਤਰੀਆਂ ਹਨ, ਉਹਨਾਂ ਬਾਰੇ ਹਜ਼ੂਰ ਦੱਸ ਰਹੇ ਨੇ ਵੀ ਕਿਉਂ ਤੁਹਾਨੂੰ ਨਹੀਂ ਆਨੰਦ ਆ ਰਿਹਾ, ਕਿਉਂ ਨਹੀਂ ਤੁਸੀਂ ਸੁਭਾਇਮਾਨ ਹੋ ਰਹੀਆਂ, ਕਿਉਂ ਨਹੀਂ ਸ਼ੋਭਾ ਮਿਲ ਰਹੀ, ਕਿਉਂ ਨਹੀਂ ਵਡਿਆਈ ਮਿਲ ਰਹੀ। ਨਿਸ ਅੰਧਿਆਰੀ ਸੁੱਤੀਏ, ਇਹ ਜੀਵ ਰੂਪ ਇਸਤਰੀਏ ਤੂੰ ਜਿਹੜੀ ਹਨੇਰੀ ਰਾਤ ਆ ਉਹਦੇ ਵਿੱਚ ਸੁੱਤੀ ਪਈ ਹੈ। ਅੰਧਿਆਰੀ ਰਾਤ ਜਿਹਦੇ ਵਿੱਚ ਹਨੇਰਾ ਹੀ ਹਨੇਰਾ ਪਸਰਿਆ, ਜਿਵੇਂ ਮੱਸਿਆ ਦੀ ਰਾਤ ਹੁੰਦੀ ਹੈ, ਅਤੇ ਉਹਦੇ 'ਚ ਸੁੱਤੀ ਹੋਈ ਹੈ, ਭਾਵ ਅਗਿਆਨਤਾ ਦੀ ਰਾਤ ਵਿੱਚ
ਸੋ ਇਹ ਅਗਿਆਨਤਾ ਦਾ ਹਨੇਰਾ ਜਿਹੜਾ ਗੁਬਾਰ ਫੈਲਿਆ ਹੋਇਆ ਅਵਿਦਿਆ ਕਰਕੇ, ਉਹਦੇ ਵਿੱਚ ਤੂੰ ਸੁੱਤੀ ਹੋਈ ਹੈ। ਕਿਉਂ ਫਿਰ ਬਿਨ ਰਹਿਣ ਵਿਹਾਏ, ਫਿਰ ਪਰਮਾਤਮਾ ਦੇ ਮਿਲਾਪ ਤੋਂ ਬਗੈਰ ਤੇਰੀ ਸੁੱਖਾਂ ਵਿੱਚ ਰਾਤ ਕਿਵੇਂ ਗੁਜ਼ਰ ਸਕਦੀ ਹੈ? ਜਾਂ ਕਿਵੇਂ ਤੂੰ ਪਤੀ ਤੋਂ ਬਗੈਰ ਰਾਤ ਗੁਜ਼ਾਰ ਰਹੀ ਹੈ ਆਪਣੇ ਜੀਵਨ ਦੀ ਉਮਰ ਰੂਪੀ ਰਾਤ? ਜਿਵੇਂ ਫਰੀਦ ਨੇ ਬਚਨ ਕੀਤਾ, ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਦੁਹਾਗਣੀਆਂ ਨੂੰ, ਛੁੱਟੜਾਂ ਨੂੰ ਜਾ ਕੇ ਪੁੱਛੋ ਤੁਹਾਡੀ ਰਾਤ ਕਿਵੇਂ ਗੁਜ਼ਰਦੀ ਹੈ। ਮੈਂ ਤਾਂ ਅੱਜ ਨਹੀਂ ਪਤੀ ਦੇ ਨੇੜੇ ਸੁੱਤੀ ਤਾਂ ਮੇਰੇ ਅੰਗ ਮੁੜ ਮੁੜ ਜਾਂਦੇ। ਮਤਲਬ ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ। ਅੱਜ ਇੱਕ ਦਿਨ ਨਾਗਾ ਪਿਆ, ਕੋਈ ਵਿੱਥ ਪਈ ਆ, ਵਿਰਲ ਪਿਆ ਤਾਂ ਦੁਖੀ ਹੋ ਗਿਆ ਮਨ। ਅਤੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਵਸਾਰ ਹੀ ਛੱਡਿਆ, ਉਹਨਾਂ ਦੀ ਇਹ ਰਾਤ ਮਨੁੱਖਾ ਜਨਮ ਦੀ ਉਮਰ ਕਿਵੇਂ ਗੁਜ਼ਰਦੀ ਹੈ। ਇਸੇ ਤਰ੍ਹਾਂ ਹਜ਼ੂਰ ਇੱਥੇ ਕਹਿ ਰਹੇ ਨੇ ਕਿ ਹਨੇਰੀ ਰਾਤ ਵਿੱਚ, ਅਗਿਆਨਤਾ ਦੀ ਹਨੇਰੀ ਰਾਤ 'ਚ ਸੁੱਤੀਏ ਹੋਈਏ ਜੀਵ ਰੂਪ ਇਸਤਰੀਏ, ਕਿ ਕਿਵੇਂ ਤੂੰ ਪਤੀ ਤੋਂ ਬਗੈਰ ਆਪਣੀ ਰਾਤ ਗੁਜ਼ਾਰ ਰਹੀ ਹੈ, ਜੀਵਨ ਬਤੀਤ ਕਰ ਰਹੀ ਹੈ। ਅੰਕ ਜਲਾਓ ਤਨ ਜਾਲੀਆਓ, ਮਨ ਧਨ ਜਲ ਬਲ ਜਾਏ। ਅੰਕ ਦਾ ਅਰਥ ਹੈ ਹਿਰਦਾ। ਉਹ ਵੈਸੇ ਅੰਕ ਸ਼ਬਦ ਦੇ ਕਈ ਅਰਥ ਨੇ। ਅੰਕ ਜੱਫੀ, ਅੰਕ ਸਰੂਪ, ਅੰਕ ਹਿਰਦਾ, ਅੰਕ ਪ੍ਰੇਮ ਇਤਿਆਦਿ। ਇੱਥੇ ਅਰਥ ਹੈ ਵੀ ਉਹ ਹਿਰਦਾ ਵੀ ਸੜ ਜਾਏ ਪਰਾਂ, ਤਨ ਜਾਲੀਓ ਸਰੀਰ ਵੀ ਸਾੜ ਸੁੱਟੀਏ, ਮਨ ਵੀ ਸੜ ਬਲ ਜਾਏ, ਅਤੇ ਜਿਹੜਾ ਧਨ ਹੈ ਕੋਲ ਉਹ ਵੀ ਸੜ ਬੜ ਜਾਏ। ਸੋ ਉਹ ਉਸ ਪ੍ਰਮਾਤਮਾ ਤੋਂ ਬਗੈਰ ਕਿਹੜੇ ਕੰਮ ਦਾ ਹੈ, ਪਤੀ ਤੋਂ ਬਗੈਰ ਕਿਹੜੇ ਕੰਮ ਦਾ। ਜਿਵੇਂ ਹੱਬੇ ਟੋਲ ਸੁਹਾਵਣੇ ਸਹੁ ਬੈਠਾ ਅੰਗਣ ਮੱਲ, ਪਹੀ ਨਵੰਝੇ ਬਿਰਥੜਾ ਜੋ ਘਰ ਆਵੇ ਚੱਲ। ਜਿਸ ਪਤੀ ਵਰਤਾ ਔਰਤ ਦਾ ਪਤੀ ਘਰ 'ਚ ਵਿਹੜੇ ਦੇ ਵਿੱਚ ਮੰਜਾ ਡਾਹ ਕੇ ਮੱਲ ਕੇ ਬੈਠਾ ਹੋਵੇ, ਉਹਦੇ ਸਾਰੇ ਪਦਾਰਥ ਸੋਭਨੀਕ ਨੇ। ਅਤੇ ਜਿਹਦਾ ਪਤੀ ਪਰਦੇਸ ਗਿਆ ਹੋਇਆ, ਉਹਨੂੰ ਕੁਛ ਵੀ ਚੰਗਾ ਨਹੀਂ ਲੱਗਦਾ। ਸਾੜ ਦਿਓ ਸੇਜ ਕੋ ਬਿਛਾਓ ਨਾ ਬਿਛਾਈ ਆਜ, ਪੀਛੇ ਕਰ ਪਲੰਗ ਜੇ ਜ਼ਾਲਮ ਵੀ ਭਾਏ ਨਾ। ਸੋ ਇਸ ਪ੍ਰਕਾਰ ਤੋੜਦੇ ਤੰਬੂਰਾਰ ਮੱਧਮ ਮਰੋਰ ਦਾ ਡਾਰ, ਜੁਦੀ ਕਰ ਜੋੜੀ ਕੋ ਗਾਏ ਕੇ ਸੁਨਾਏ ਨਾ। ਰੋ ਰੋ ਬਿਲਾਤ ਚਿਲਾਤ ਨਹੀਂ ਚੈਨ ਪਰੈ, ਤਜੋਗੀ ਮੈਂ ਪ੍ਰਾਣ ਜੋ ਪੀਆ ਘਰ ਆਏ ਨਾ। ਇਤਿਆਦਿਕ ਬੜੇ ਬਚਨ ਇਸ ਸੰਬੰਧ ਵਿੱਚ ਵਿਦਵਾਨਾਂ ਸਿਆਣੇ ਦਾਨਿਆਂ ਨੇ ਲਿਖੇ ਹਨ। ਸੋ ਗੁਰੂ ਕੀ ਬਾਣੀ ਵਿੱਚ ਵੀ ਹਨ। ਭਾਈ ਗੁਰਦਾਸ ਜੀ ਨੇ ਵੀ ਬਚਨ ਲਿਖੇ ਨੇ। ਪੂਰਨ ਸਰਦ ਸਸ ਸਕਲ ਸੰਸਾਰ ਕਹੈ, ਮੇਰੇ ਜਾਨੇ ਬਰ ਬਸੰਤਰ ਕੀ ਊਕ ਹੈ। ਇੱਕ ਪਤੀ ਵਰਤਾ ਇਸਤਰੀ ਜਿਸ ਦਾ ਪਤੀ ਪ੍ਰਦੇਸ ਗਿਆ ਹੋਇਆ, ਉਹਨੂੰ ਗੁਆਂਢਣ ਕਹਿਣ ਲੱਗੀ, ਭੈਣੇ ਪੂਰਨਮਾਸ਼ੀ ਦਾ ਚੰਦਰਮਾ ਬਹੁਤ ਠੰਡਾ, ਵੇਖ ਕਿਵੇਂ ਠੰਡਾ ਪ੍ਰਤੀਤ ਹੋ ਰਿਹਾ, ਛੱਤ 'ਤੇ ਆ ਜਾ ਉੱਪਰ। ਤਾਂ ਉਹ ਪਤੀ ਵਰਤਾ ਇਸਤਰੀ ਜਿਸ ਦਾ ਪਤੀ ਪ੍ਰਦੇਸ ਗਿਆ ਹੋਇਆ, ਉਹ ਕਹਿੰਦੀ ਭਾਵੇਂ ਦੁਨੀਆ ਸਾਰੀ ਇਹ ਗੱਲ ਕਹਿੰਦੀ ਹੈ ਕਿ ਪੂਰਨਮਾਸ਼ੀ ਦਾ, ਸਰਦ ਰੁੱਤ ਦਾ ਜਿਹੜਾ ਚੰਦਰਮਾ ਬੜਾ ਠੰਡਾ ਹੈ, ਪਰ ਮੇਰੇ ਵਾਸਤੇ ਮੱਚਦੀ ਹੋਈ ਅੱਗ ਦੇ ਭਾਂਬੜ ਹਨ। ਮੇਰੇ ਜਾਨੇ ਬਰਬੈ ਸੰਤਰ ਕੀ ਊਕ ਹੈ, ਅਗਨ ਅਗਨ ਤਨ ਮੱਧ ਚਿੰਗਾਰੀ ਛਾਡੇ। ਬਿਰਹ ਉਸਾਸ ਮਾਨੋ ਫਨੰਗ ਕੀ ਫੂਕ ਹੈ, ਕਿ ਜਿਹੜੀ ਵਿਛੋੜੇ ਦੀ ਅੱਗ ਹੈ ਨਾ, ਮੇਰੇ ਸਰੀਰ ਦੇ ਅੰਦਰ ਬੇਅੰਤ ਚਿੰਗਿਆੜੀਆਂ ਛੱਡ ਰਹੀ ਹੈ। ਅਤੇ ਬਿਰਹੋਂ ਕਰਕੇ ਜਿਹੜੇ ਲੰਬੇ ਲੰਬੇ ਹਾਵੇ ਅਤੇ ਹਉਕੇ ਆਉਂਦੇ ਨੇ, ਇਹ ਫਨੀਅਰ ਸੱਪ ਦੀਆਂ ਫੂਕਾਂ ਵਰਗੇ ਨੇ। ਪਰਸਤ ਪਾਵਕ ਪਾਖਾਨ ਫੂਟ ਟੂਟ ਜਾਤ, ਛਾਤੀ ਅਤ ਬਰਜਨ ਹੋਏ ਦੋਏ ਟੂਕ ਹੈ। ਇਹ ਜਿਹੜੀ ਵਿਛੋੜੇ ਦੀ ਅੱਗ ਮੇਰੇ ਅੰਦਰੋਂ ਭੈਣੇ ਨਿਕਲ ਲਈ ਹੈ ਨਾ, ਇਸ ਅੱਗ ਨੂੰ ਛੂਹ ਕੇ ਪੱਥਰ ਵੀ ਦੋ ਟੁਕੜੇ ਹੋ ਜਾਏਗਾ। ਪਰਸਤ ਪਾਵਕ ਪਾਖਾਨ ਫੂਟ ਟੂਟ ਜਾਤ। ਅਤੇ ਨਾ ਰੋਕਣ ਦੇ ਬਾਵਜੂਦ, ਵਰਜਣ ਦੇ ਬਾਵਜੂਦ ਵੀ, ਨਾ ਚਾਹੁੰਦਿਆਂ ਹੋਇਆਂ ਵੀ ਜਿਹੜੀ ਮੇਰੀ ਛਾਤੀ ਆ ਦੋ ਟੁਕੜੇ ਹੋ ਚੱਲੀ ਹੈ। ਪਰਸਤ ਪਾਵਕ ਪਖਾਨ ਫੂਟ ਟੂਟ ਜਾਤ, ਛਾਤੀ ਅਤ ਵਰਜਨ ਹੋਏ ਦੋ ਟੂਕ ਹੈ। ਪੀਆ ਕੇ ਸਧਾਰੇ ਭਾਰੀ ਜੀਵਨ ਮਰਨ ਪਏ। ਪਤੀ ਦੇ ਪਰਦੇਸ ਜਾਣ ਕਰਕੇ ਮੇਰਾ ਜੀਵਨ ਵੀ ਦੁੱਭਰ ਹੈ, ਜੀਵਿਆ ਵੀ ਨਹੀਂ ਜਾਂਦਾ। ਅਤੇ ਕਿਉਂਕਿ ਪਤੀ ਦੀ ਉਡੀਕ ਹੈ, ਜੇ ਮੈਂ ਮਰ ਗਈ ਅਤੇ ਪਤੀ ਘਰ ਆਇਆ ਅਤੇ ਇਹ ਵੀ ਉਹਦੇ ਨਾਲ ਬੇਵਫਾਈ ਹੈ, ਮਰਿਆ ਵੀ ਨਹੀਂ ਜਾਂਦਾ। ਪੀਆ ਕੇ ਸੁਧਾਰੇ ਭਾਰੀ ਜੀਵਨ ਮਰਨ ਭਏ, ਜਨਮ ਲੱਜਾਨੋ। ਮੇਰਾ ਤਾਂ ਸਾਰਾ ਜਨਮ ਹੀ ਲੱਜਾਵਾਨ ਹੈ, ਸ਼ਰਮਸ਼ਾਰ ਹੈ। ਤਾਂ ਫਿਰ ਉਹ ਗੁਆਂਢਣ ਕਹਿਣ ਲੱਗੀ, ਫਿਰ ਪਤੀ ਨਹੀਂ ਤੇਰਾ ਚੰਗਾ, ਇੰਨਾ ਪ੍ਰੇਮ ਤੇਰਾ ਉਹਦੇ ਨਾਲ, ਉਹ ਫਿਰ ਵੀ ਪਰਦੇਸ ਵਿੱਚੋਂ ਨਹੀਂ ਆ ਰਿਹਾ। ਤਾਂ ਉਸ ਪਤੀ ਵਰਤਾ ਔਰਤ ਨੇ ਫਿਰ ਵੀ ਗੁਆਂਢਣ ਨੂੰ ਰੋਕਿਆ, ਉਹਦੇ ਮੂੰਹ ਅੱਗੇ ਹੱਥ ਦੇ ਦਿੱਤਾ, ਕਹਿਣ ਲੱਗੀ, ਨਹੀਂ ਪਤੀ ਵਿੱਚ ਦੋਸ਼ ਨਹੀਂ ਹੈ, ਮੈਂ ਵਿੱਚ ਦੋਸ਼ ਹੋਂ ਕਿਉਂ ਕਰ ਪਿਰ ਪਾਵਾਂ, ਤੇਰੇ ਨੇਕ ਪਿਆਰੇ ਹੋਂ ਪਰ ਚਿਤ ਨਾ ਆਵਾਂ। ਦੋਸ਼ ਆਪਣੇ ਵਿੱਚ ਹੀ ਹੋਏਗਾ। ਤਾਂ ਉਸਨੇ ਕਿਹਾ, ਪ੍ਰੇਮ ਨੇਮ ਚਿੱਤ ਚੂਕ ਹੈ,
ਮੇਰੇ ਕੋਲੋਂ ਹੀ ਪ੍ਰੇਮ ਦਾ ਨੇਮ ਨਿਭਾਉਣ ਵਿੱਚ ਕੋਈ ਚੁੱਕ ਹੋ ਗਈ। ਕਿਸੇ ਗੱਲੋਂ ਮੈਂ ਹੀ ਖੁੰਝ ਗਈ ਹਾਂ, ਤਾਂ ਹੀ ਪਤੀ ਪ੍ਰਦੇਸ਼ ਚਲਾ ਗਿਆ ਤੇ ਫਿਰ ਭੌਂ ਕੇ ਮੁੜਿਆ ਹੀ ਨਹੀਂ, ਮੇਰੀ ਖਬਰਸਾਰ ਨਹੀਂ ਲਈ, ਮੇਰੇ ਵਿੱਚ ਹੀ ਔਗਣ ਹੋਣਗੇ। ਸੋ ਇਸ ਪ੍ਰਕਾਰ ਇੱਥੇ ਦੱਸ ਰਹੇ ਨੇ ਕਿ ਨਿਸੰਧਿਆਰੀ ਸੁਤੀ ਹੈ, ਕਿਉਂ ਪਿਰਬਿਨ ਰਹਿਣ ਵਿਹਾਏ। ਅੰਕ ਜਲੋ ਉਹ ਹਿਰਦਾ ਸੜ ਜਾਵੇ, ਤਨ ਜਲਿਓ ਸਰੀਰ ਵੀ ਸਾੜ ਸੁਟਾਂ, ਮਨ ਧਨ ਜਲ ਬਲ ਜਾਏ। ਮਨ ਵੀ ਤੇ ਧਨ ਵੀ ਜਿਹੜਾ ਕੋਲ ਆ ਵੀ ਸੜ ਬਲ ਜਾਏ, ਕਿਹੜੇ ਕੰਮ ਹੈ। ਜਾਂ ਧਨ ਕੰਤ ਨਾ ਰਾਵੀਆ ਤਾਂ ਬਿਰਥਾ ਜੋਬਨ ਜਾਏ। ਜਾਂ ਧਨ ਇਸਤਰੀ ਨੂੰ ਕੰਤ ਪਰਮਾਤਮਾ ਨੇ ਆਪਣੀ ਅਭੇਦਤਾ ਨਹੀਂ ਬਖਸ਼ੀ, ਆਪਣੇ ਗਲ ਨਾਲ ਨਹੀਂ ਲਾਇਆ, ਤਾਂ ਬਿਰਥਾ ਜੋਬਨ ਜਾਏ। ਜਿਹੜੀ ਜਵਾਨੀ ਹੈ, ਜੋਬਨ ਹੈ, ਇਹ ਵਿਅਰਥਾ ਚਲਾ ਜਾਏਗਾ, ਕਿਸੇ ਅਰਥ ਨਹੀਂ ਆਏਗਾ। ਫਰੀਦ ਨੇ ਕਿਹਾ ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਜੇ ਤਾਂ ਸ਼ਹੁ ਅਕਾਲ ਪੁਰਖ ਦੀ ਪ੍ਰੀਤ ਆ ਮੇਰੇ ਕੋਲ, ਫਿਰ ਤਾਂ ਜਵਾਨੀ ਜਾਂਦੀ ਹੈ ਤਾਂ ਜਾਏ। ਸੋ ਇਸ ਪ੍ਰਕਾਰ ਇੱਥੇ ਬਚਨ ਕੀਤਾ, ਸੇਜੈ ਕੰਤ ਮਹੇਲੜੀ ਸੂਤੀ ਬੂਝ ਨਾ ਪਾਏ। ਸੇਜੈ ਕੰਤ ਮਹੇਲੜੀ, ਕੰਤ ਪਰਮਾਤਮਾ ਤੇ ਜੀਵ ਦਾ ਹਿਰਦਾ ਜਿਹੜਾ ਇੱਥੇ ਹੀ ਆਤਮਾ ਤੇ ਪਰਮਾਤਮਾ ਦਾ ਨਿਵਾਸ ਹੈ। ਬਚਨ ਹਨ, ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਦੋਵਾਂ ਦਾ ਇੱਕੋ ਹੀ ਥਾਂ ਤੇ ਸੰਗ ਸਾਥ ਨੇੜੇ ਨੇੜੇ ਵਾਸਾ, ਪਰ ਵਿੱਚ ਸਿਰਫ ਹੰਗਤਾ ਦੀ ਕੰਧ ਹੈ, ਬੜੀ ਕਰੜੀ ਨਿਕਲੀ ਹੋਈ। ਇਹ ਕੰਧ ਪੂਰਾ ਗੁਰੂ ਤੋੜ ਸਕਦਾ। ਗੁਰ ਪੂਰਾ ਹਉਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਹਜੂਰ ਕਹਿੰਦੇ ਨੇ ਸੇਜੈ ਕੰਤ ਮਹੇਲੜੀ, ਮਹੇਲੀ ਮਹਿਲ ਸ਼ਬਦ ਤੋਂ ਬਣਿਆ ਇਸਤਰੀ। ਕਹਿੰਦੇ ਪਤੀ ਦੀ ਕੰਤ ਦੀ ਛੇਜ ਤੇ ਮਹੇਲੜੀ ਹੈ ਇਹ ਜੀਵ ਰੂਪ ਇਸਤਰੀ, ਪਰ ਸੂਤੀ ਬੂਝ ਨਾ ਪਾਏ। ਸੁੱਤੀ ਹੋਈ ਹੈ, ਅਵਿਦਿਆ ਦੀ ਨੀਂਦ ਵਿੱਚ ਅਸੀਂ ਜੀਵ ਸੁੱਤੇ ਹੋਏ ਹਾਂ। ਤੇ ਸੁੱਤਿਆਂ ਨੂੰ, ਸੁੱਤਾ ਬੰਦਾ ਮਰੇ ਬਰਾਬਰ, ਉਹਦੀ ਪੱਗ ਲੈ ਜਾਏ, ਕੋਈ ਜੁੱਤੀ ਲੈ ਜਾਏ, ਕੋਈ ਨੂੰ ਪਲਕ ਤੋਂ ਉਲਟਾ ਕੇ ਥੱਲੇ ਸੁੱਟਦੇ ਨੂੰ ਪਤਾ ਨਹੀਂ ਲੱਗਦਾ, ਜਾਗਣ ਤੇ ਪਤਾ ਲੱਗਦਾ ਮੈਂ ਥੱਲੇ ਡਿੱਗ ਪਿਆ। ਇਸ ਪ੍ਰਕਾਰ ਹਜੂਰ ਕਹਿੰਦੇ ਨੇ ਕਿ ਜਿਹੜੀ ਜੀਵ ਰੂਪ ਇਸਤਰੀ ਸੁੱਤੀ ਪਈ ਹੈ, ਸੁੱਤਿਆਂ ਪਿਆ ਉਸਨੇ ਬੂਝ ਗਿਆਤ ਨਹੀਂ ਪ੍ਰਾਪਤ ਕੀਤੀ ਕਿ ਪਤੀ ਵੀ ਨੇੜੇ ਪਿਆ ਹੋਇਆ। ਭਾਵ ਵਾਹਿਗੁਰੂ ਨਾਲ ਮਿਲਾਪ ਨਹੀਂ, ਅਵਿਦਿਆ ਕਰਕੇ, ਅਗਿਆਨਤਾ ਕਰਕੇ, ਨਹੀਂ ਤਾਂ ਪ੍ਰਮਾਤਮਾ ਤਾਂ ਦੂਰ ਨਹੀਂ ਹੈ। ਅਸੀਂ ਸੰਸਾਰੀਆਂ ਨੇ ਸਮਝ ਲਿਆ ਕਿ ਪ੍ਰਮਾਤਮਾ ਦੂਰ ਆ ਕਿਤੇ, ਪਰ ਨਹੀਂ। ਕਹਿੰਦੇ ਬਿਲਕੁਲ ਹਿਰਦੇ ਦੀ ਛਿਜ ਤੇ ਉਹ ਵੀ ਬਿਰਾਜਮਾਨ ਹੈ, ਪਰ ਇਹ ਜੀਵ ਰੂਪ ਇਸਤਰੀ ਸੁੱਤੀ ਪਈ ਹੈ, ਇਸਨੇ ਬੂਝ ਗਿਆਤ ਨਹੀਂ ਪ੍ਰਾਪਤ ਕੀਤੀ। ਹਉ ਸੁੱਤੀ ਪਿਰ ਜਾਗਣਾ, ਕਿਸ ਕੋ ਪੁੱਛਾਂ ਜਾਏ। ਕਹਿੰਦੇ ਪਿਰ ਪਰਮਾਤਮਾ ਤੇ ਜਾਗਰਤ ਅਵਸਥਾ ਵਿੱਚ ਹੈ। ਪਿਰ ਨੇ ਤਾਂ ਸਦਾ ਪਤੀ ਨੇ ਜਾਗਣਾ ਹੀ ਹੋਇਆ, ਉਹ ਤਾਂ ਸੌਂਦਾ ਹੀ ਨਹੀਂ। ਇੱਥੇ ਸੌਣਾ ਤੇ ਜਾਗਣਾ, ਜਾਗਤ ਸੋਵਤ ਬਹੁ ਪ੍ਰਕਾਰ, ਗੁਰਮੁਖ ਜਾਗੈ ਸੋਈ ਸਾਰ। ਇੱਥੇ ਅਗਿਆਨਤਾ ਵਿਦਿਆ ਦੀ ਨੀਂਦ ਵਿੱਚ ਰਹਿਣਾ, ਇਹ ਹੈ ਸੌਣਾ। ਤੇ ਜਾਗਰਤ ਸੁਚੇਤ ਰਹਿਣਾ, ਬੰਦਗੀ ਕਰਨੀ, ਵਿਕਾਰਾਂ ਦੇ ਹੱਲਿਆਂ ਤੋਂ ਸੁਚੇਤ ਰਹਿਣਾ, ਇਹ ਜਾਗਣਾ ਹੈ। ਫਿਰ ਪਰਮਾਤਮਾ ਤਾਂ ਸਤਿਗੁਰ ਜਾਗਤਾ ਹੈ ਦੇਵ, ਉਹ ਤਾਂ ਹਮੇਸ਼ਾ ਜਾਗਰਤ ਅਵਸਥਾ ਵਿੱਚ ਹੈ। ਫਿਰ ਪਰਮਾਤਮਾ ਤੇ ਮੈਂ ਸੁੱਤੀ ਹੋਈ ਸੀ, ਕਿਸ ਕੋ ਪੁੱਛੋਂ ਜਾਏ। ਤੇ ਮੈਂ ਹੁਣ ਕਿਹਨੂੰ ਜਾ ਕੇ ਪੁੱਛਾਂ ਵੀ ਕਿਵੇਂ ਮਿਲਿਆ ਜਾ ਸਕਦਾ। ਸਤਿਗੁਰ ਮੇਲੀ ਭੈ ਵਸੀ, ਨਾਨਕ ਪ੍ਰੇਮ ਸਿਖਾਏ। ਇਸ ਪ੍ਰਸ਼ਨ ਦਾ ਜਵਾਬ ਸਤਿਗੁਰੂ ਦਿੰਦੇ ਨੇ ਕਿ ਜਿਹਨੂੰ ਸੱਚੇ ਗੁਰਾਂ ਨੇ ਮੇਲ ਲਿਆ, ਜਿਹੜੀ ਜੀਵ ਰੂਪ ਇਸਤਰੀ ਸਤਿਗੁਰੂ ਜੀ ਨੇ ਮੇਲ ਲਈ, ਤੇ ਉਹ ਵਾਹਿਗੁਰੂ ਦੇ ਡਰ ਅਦਬ ਦੇ ਵਿੱਚ ਵਸੀ। ਨਾਨਕ ਪ੍ਰੇਮ ਸਿਖਾਏ, ਉਹਨੂੰ ਗੁਰੂ ਮਹਾਰਾਜ ਦੇ ਪਾਸੋਂ ਪ੍ਰੇਮ ਦੀ ਦਾਤ ਮਿਲੀ ਹੈ, ਤੇ ਪ੍ਰੇਮ ਹੀ ਉਹਦਾ ਸਖਾ ਸਹਾਈ ਬਣ ਗਿਆ। ਸਖਾ ਹੁੰਦਾ ਮਿੱਤਰ, ਸਹਾਇਤਾ ਕਰਨ ਵਾਲਾ। ਪ੍ਰੇਮ ਦੀ ਸਹਾਇਤਾ ਦੁਆਰਾ ਵਾਹਿਗੁਰੂ ਦੇ ਉਜਲ ਭੈ ਅਦਬ ਦੇ ਅੰਦਰੋਂ ਵਸੀ, ਤੇ ਇਉਂ ਸਤਿਗੁਰੂ ਮਹਾਰਾਜ ਨੇ ਮੇਲ ਦਿੱਤੀ, ਆਪਣੇ 'ਚ ਮਲਾਲੀ ਕਹਿ ਲਓ, ਵਾਹਿਗੁਰੂ ਵਿੱਚ ਮੇਲ ਦਿੱਤੀ, ਅਭੇਦ ਨਿਸ਼ਚਾ ਬਖਸ਼ ਦਿੱਤਾ। ਇਸ ਤਰ੍ਹਾਂ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਅਗਲੀ ਅਸ਼ਟਪਦੀ ਸਤਿਗੁਰੂ ਜੀ ਉਚਾਰਦੇ ਹਨ। ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਸਿੱਖ ਧਰਮ ਦੇ ਬਾਨੀ ਦਾਤਾ ਜੀ, ਅਗਲਾ ਸ਼ਬਦ ਅਸ਼ਟਪਦੀ ਉਚਾਰਦੇ ਹਨ। ਆਪੇ ਗੁਣ ਆਪੇ ਕਥਾ, ਆਪੇ ਸੁਣ ਵਿਚਾਰ। ਹੇ ਵਾਹਿਗੁਰੂ, ਤੂੰ ਆਪ ਹੀ ਗੁਣ ਰੂਪ ਹੈ। ਜੋ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ, ਸਤ ਸੰਤੋਖ ਦਇਆ ਧਰਮ ਵਿਚਾਰ, ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਆਦਿਕ, ਸਾਰੇ ਗੁਣਾਂ ਦਾ ਰੂਪ ਵੀ ਤੂੰ ਵਾਹਿਗੁਰੂ ਆਪ ਹੈ। ਤੇ ਆਪੇ ਕਥਾ, ਆਪ ਹੀ ਪਰਮਾਤਮਾ ਗੁਣ ਰੂਪ ਹੈ। ਆਪੇ ਕਥਾ, ਆਪ ਹੀ ਕਥਨ ਕਰਦਾ ਆਪਣੇ ਗੁਣਾਂ ਨੂੰ। ਭਾਵ ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਜੇ ਰੱਬ ਦੀ ਸਤਾ ਨਾ ਹੋਵੇ ਤੇ ਅਸੀਂ ਗੁਣ ਵੀ ਨਹੀਂ ਗਾ ਸਕਦੇ।
ਸੋਝੀ ਨਹੀਂ ਹੁੰਦੀ, ਨਾ ਸਮਰੱਥਾ ਕੋਲ ਹੋਵੇ, ਕੁਛ ਵੀ ਨਹੀਂ ਕਰ ਸਕਦੇ। ਸਮਰੱਥਾ ਵੀ ਆਪ ਬਖਸ਼ਦਾ ਹੈ, ਸੋਝੀ ਸਮਤ ਵੀ ਆਪ ਬਖਸ਼ਦਾ, ਬੁੱਧੀ 'ਚ ਚਾਨਣ ਕਰ ਦਿੰਦਾ, ਤਾਂ ਹੀ ਕੋਈ ਗੁਣ ਗਾਉਂਦਾ ਹੈ। ਆਪ ਹੀ ਵਾਹਿਗੁਰੂ ਜੀ ਗੁਣ ਰੂਪ ਨੇ, ਆਪ ਹੀ ਕਥਨ ਕਰਦੇ ਹਨ ਵਾਹਿਗੁਰੂ ਜੀ, ਆਪੇ ਸੁਣ ਵਿਚਾਰ। ਆਪ ਹੀ ਵਿਚਾਰਾਂ ਕਰਕੇ ਆਪ ਹੀ ਸੁਣਨ ਵਾਲੇ ਸਰੋਤੇ ਹਨ, ਆਪੇ ਸੁਣ ਕੇ ਵਿਚਾਰਦੇ ਵੀ ਹਨ ਆਪਣੇ ਗੁਣਾਂ ਨੂੰ। ਆਪੇ ਰਤਨ ਪਰਖ ਤੂੰ ਹੈ ਵਾਹਿਗੁਰੂ, ਆਪ ਹੀ ਤੂੰ ਰਤਨ ਰੂਪ ਹੈ। ਭਾਵ ਵੈਰਾਗ ਰੂਪੀ ਰਤਨ ਤੂੰ ਹੀ ਹੈ, ਸ਼ੁਭ ਗੁਣਾ ਰੂਪੀ ਰਤਨ ਤੂੰ ਹੀ ਹੈ, ਪਰਖ ਤੂੰ। ਤੇ ਆਪ ਹੀ ਵਾਹਿਗੁਰੂ ਜੀ ਤੁਸੀਂ ਪਰਖ ਕਰਨ ਵਾਲੇ ਹੋ ਗੁਣਾਂ ਦੀ। ਖੋਟੇ ਖਰੇ ਪਰਖੀਨ ਸਾਹਿਬ ਕੈ ਦੀਵਾਨ, ਸੋ ਇਸ ਪ੍ਰਕਾਰ ਖਰੇ ਪਰਖ ਖਜ਼ਾਨੇ ਪਾਈਨ ਖੋਟੇ ਸੁੱਟੀਏ ਬਾਹਰ ਵਾਰ। ਇਹ ਪਰਖ ਕਰਨ ਵਾਲੇ ਵੀ ਤੁਸੀਂ ਆਪ ਹੀ ਹੋ, ਆਪੇ ਮੋਲ ਅਪਾਰ। ਤੇ ਹੇ ਅਪਾਰ ਬੇਅੰਤ ਵਾਹਿਗੁਰੂ ਜੀ, ਆਪਣੇ ਸ਼ੁਭ ਗੁਣਾ ਰੂਪੀ ਰਤਨਾਂ ਦਾ ਮੁੱਲ ਪਾਉਣ ਵਾਲੇ ਵੀ ਤੁਸੀਂ ਆਪ ਹੀ ਹੋ। ਸਾਚੋ ਮਾਨ ਮਹੱਤ ਤੂੰ, ਹੇ ਸੱਚ ਸਰੂਪ ਵਾਹਿਗੁਰੂ ਜੀ, ਮਾਣ ਪ੍ਰਤਿਸ਼ਠਾ ਰੂਪ ਵੀ ਤੁਸੀਂ ਆਪ ਹੀ ਹੋ, ਤੇ ਮਹੱਤ ਵਡਿਆਈ ਰੂਪ ਵੀ ਤੁਸੀਂ ਆਪ ਹੀ ਹੋ। ਆਪੇ ਦੇਵਨਹਾਰ, ਇਹ ਮਾਣ ਵਡਿਆਈ ਦੇਣ ਵਾਲੇ ਵੀ ਤੁਸੀਂ ਆਪ ਹੀ ਹੋ ਨਾ। ਸਭ ਦੇ ਤਾਈਂ, ਜਿਨ੍ਹਾਂ ਦੇ ਤਾਈਂ ਤੁਸੀਂ ਬਖਸ਼ਦੇ ਹੋ ਵਡਿਆਈ, ਉਹਨਾਂ ਨੂੰ ਮਿਲਦੀ ਹੈ ਨਾ। ਲਿਖ ਦਾਤ ਜੋਤ ਵਡਿਆਈ, ਆਪ ਹੀ ਮਾਣ ਆਦਰ ਰੂਪ ਹੋ, ਆਪ ਹੀ ਮਹੱਤ ਵਡਿਆਈ ਰੂਪ ਹੋ, ਆਪ ਹੀ ਦੇਣ ਵਾਲੇ ਦਾਤੇ ਹੋ। ਹਰ ਜੀਓ ਤੂੰ ਕਰਤਾ ਕਰਤਾਰ, ਹੇ ਮੇਰੇ ਹਰੀ ਵਾਹਿਗੁਰੂ ਜੀ, ਤੁਸੀਂ ਹੀ ਕਰਤਾ ਹੋ ਸ੍ਰਿਸ਼ਟੀ ਨੂੰ ਰਚਣ ਵਾਲੇ। ਕਰਤਾਰ, ਜੀਆਂ ਦੀ ਜੀਵਨ ਰੂਪੀ ਤਾਰ ਤੁਹਾਡੇ ਕਰ ਹੱਥ ਵਿੱਚ ਹੈ। ਤੁਸੀਂ ਪਹਿਲਾਂ ਵੀ ਕਰਤਾ ਸੀ ਸ੍ਰਿਸ਼ਟੀ ਨੂੰ ਸਾਜਣ ਵਾਲੇ, ਹੁਣ ਵੀ ਕਰਤਾਰ, ਸਾਰੇ ਸ੍ਰਿਸ਼ਟੀ ਦੇ ਮਾਲਕ ਤੁਸੀਂ ਹੀ ਹੋ ਵਾਹਿਗੁਰੂ ਜੀ। ਜਿਉਂ ਭਾਵੈ ਤਿਉਂ ਰਾਖ ਤੂੰ, ਹਰ ਨਾਮ ਮਿਲੈ ਆਚਾਰ। ਜਿਵੇਂ ਵੀ ਤੁਹਾਨੂੰ ਭਾਉਂਦਾ, ਚੰਗਾ ਲੱਗਦਾ, ਉਸੇ ਤਰ੍ਹਾਂ ਹੀ ਸਾਡੀ ਰੱਖਿਆ ਕਰੋ, ਸਾਨੂੰ ਰੱਖ ਲਵੋ। ਜਿਵੇਂ ਤੁਹਾਨੂੰ ਭਾਉਂਦਾ ਉਸੇ ਤਰ੍ਹਾਂ ਤੁਸੀਂ ਰੱਖ ਦਿਓ ਅਥਵਾ ਰੱਖਿਆ ਕਰੋ। ਹਰ ਨਾਮ ਮਿਲੈ ਆਚਾਰ, ਸੋ ਜਿਹਨੂੰ ਤੁਸੀਂ ਰੱਖਦੇ ਹੋ ਬਖਸ਼ਿਸ਼ ਕਰਨੀ ਹੁੰਦੀ ਹੈ। ਹੇ ਹਰੀ ਜੀ, ਤੁਹਾਡਾ ਜੋ ਨਾਮ ਹੈ ਉਹਨੂੰ ਮਿਲ ਜਾਂਦਾ, ਤੇ ਇਹੀ ਉੱਚੇ ਕਰਤੱਵ ਹਨ। ਸਾਡੀ ਇੱਛਾ ਹੈ ਕਿ ਜਿਵੇਂ ਤੁਹਾਨੂੰ ਭਾਉਂਦਾ ਸਾਨੂੰ ਰੱਖ ਲਓ, ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਲਓ। ਹਰੀ ਜੀ, ਤੁਹਾਡਾ ਨਾਮ ਸਾਨੂੰ ਮਿਲ ਜਾਏ ਤਾਂ ਇਹੀ ਉੱਚੇ ਆਚਾਰ ਕਰਤੱਵ ਸ਼ੁਭ ਕਰਮ ਹਨ। ਰਹਾਓ, ਜਿਵੇਂ ਬਚਨ ਹਨ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਆਪੇ ਹੀਰਾ ਨਿਰਮਲਾ, ਆਪੇ ਰੰਗ ਮਜੀਠ। ਵਾਹਿਗੁਰੂ ਆਪ ਹੀ ਉਜਲ ਹੀਰਾ ਰੂਪ ਹਨ, ਮੈਲ ਤੋਂ ਰਹਿਤ। ਹੀਰਾ ਪ੍ਰਮਾਤਮਾ, ਹੀਰਾ ਦਾ ਮਤਲਬ ਹੈ ਕਿ ਜੋ ਬਹੁਤ ਮੁੱਲ ਵਾਲਾ ਹੈ, ਬਹੁਤ ਕੀਮਤੀ ਸ਼ੈ। ਐਸੋ ਹੀਰਾ ਨਿਰਮਲ ਨਾਮ, ਜਾਸ ਜਬਤ ਪੂਰਨ ਸਭ ਕਾਮ। ਪ੍ਰਮਾਤਮਾ ਦਾ ਨਾਮ ਤਾਂ ਹੀ ਹੀਰਾ ਕਿਉਂਕਿ ਵਾਹਿਗੁਰੂ ਆਪ ਹੀਰਾ ਹੈ, ਉਹਦੀ ਬਰਾਬਰ ਦੀ ਕੀਮਤ ਵਾਲਾ ਕੋਈ ਹੈ ਨਹੀਂ। ਆਪ ਹੀ ਉਜਲ ਪਵਿੱਤਰ, ਮੈਲ ਤੋਂ ਰਹਿਤ ਹੀਰੇ ਉਹ ਸੱਚੇ ਪਾਤਸ਼ਾਹ। ਆਪੇ ਰੰਗ ਮਜੀਠ, ਤੇ ਜਿਹੜਾ ਮਜੀਠ ਦਾ ਰੰਗ ਹੈ ਗਾੜਾ, ਉਹ ਜਿਹੜਾ ਰੰਗ ਆ ਉਹ ਤੁਹਾਡਾ ਹੀ ਹੈ। ਮਜੀਠ ਦੇ ਰੰਗ ਵਾਲੇ ਤੁਸੀਂ ਆਪ ਹੀ ਹੋ, ਕਿਉਂਕਿ ਵਾਹਿਗੁਰੂ ਦੇ ਨਾਮ ਦਾ ਰੰਗ ਮਜੀਠੀ ਰੰਗ ਹੈ, ਪੱਕਾ ਰੰਗ ਹੈ। ਜਿਹੜਾ ਮਾਇਆ ਦਾ ਰੰਗ, ਇਹਨੂੰ ਕੁਸੁੰਬੇ ਦਾ ਰੰਗ ਕਿਹਾ ਹਜ਼ੂਰ ਨੇ। ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ। ਤੇ ਜਿਹੜਾ ਮਾਇਆ ਦਾ ਰੰਗ ਇਹਨੂੰ ਕਿਹਾ, ਉਹ ਮਾਇਆ ਰੰਗ ਕਸੁੰਭ ਖਿਨ ਮੈਂ ਲੈ ਜਾਵਣਾ। ਉਹ ਕਸੁੰਬੇ ਦਾ ਰੰਗ ਹੈ, ਝਾਟੀ ਚਾਰ ਬੂੰਦਾਂ ਪੈ ਜਾਣ ਪਾਣੀ ਦੀਆਂ, ਮੀਂਹ ਪੈ ਜਾਏ, ਉਹ ਲੈ ਜਾਂਦਾ। ਸੋ ਇਹ ਜਿਹੜਾ ਰੱਬ ਦਾ ਰੰਗ ਹੈ, ਰਾਮ ਰੰਗ ਕਦੇ ਉਤਰ ਨਾ ਜਾਏ। ਆਪੇ ਮੋਤੀ ਉਜਲੋ, ਆਪੇ ਭਗਤ ਬਸੀਠ। ਆਪੇ ਤੁਸੀਂ ਮਹਾਰਾਜ ਉਜਲੇ ਮੋਤੀ ਰੂਪ ਹੋ, ਆਪੇ ਭਗਤ ਬਸੀਠ, ਤੇ ਆਪ ਹੀ ਭਗਤਾਂ ਦੇ ਬਸੀਠ ਵਿਚੋਲੇ ਰੂਪ ਹੋ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਵਿਚੋਲਾ ਜਾਂ ਵਕੀਲ ਅਰਥ ਕਰਦੇ ਨੇ, ਉਹ ਬਸੀਠ ਗੁਰੂ ਹਨ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਆਪ ਭਗਤਾਂ ਦੇ ਬਸੀਠ ਰੂਪ ਨੇ, ਦਰਗਾਹ ਦੇ ਨਾਲ ਮਿਲਾਪ ਕਰਾਉਣ ਵਾਲੇ ਸੱਚੇ ਪਾਤਸ਼ਾਹ। ਉਹ ਵੀ ਵਾਹਿਗੁਰੂ ਆਪ ਹੀ ਸਤਿਗੁਰੂ ਬਣੇ ਹੋਏ ਨੇ। ਗੁਰ ਕੈ ਸ਼ਬਦ ਸਲਾਹਣਾ, ਘਟ ਘਟ ਡੀਠ ਅਡੀਠ। ਗੁਰੂ ਦੇ ਸ਼ਬਦ ਦੁਆਰਾ ਸਲਾਹੁਣਾ ਹੈ ਵਾਹਿਗੁਰੂ ਪਰਮਾਤਮਾ ਨੂੰ, ਜੋ ਘਟ ਘਟ ਵਿੱਚ ਵਸਦਾ ਹੈ। ਡੀਠ ਦਿਖਾਈ ਦਿੰਦਾ ਤੇ ਅਡੀਠ ਅਦ੍ਰਿਸ਼ਟ ਵੀ ਹੈ, ਦਿਸਣ ਵਾਲਾ ਵੀ ਹੈ। ਭਗਤਾਂ ਨੂੰ ਗਿਆਨ ਹੋ ਗਿਆ ਤੇ ਦਿਸਿਆ, ਬਾਕੀ ਲੋਕਾਂ ਵਾਸਤੇ ਅਦ੍ਰਿਸ਼ਟ ਹੈ। ਆਪੇ ਸਾਗਰ ਬੋਹਿਥਾ, ਆਪ ਹੀ ਸੰਸਾਰ ਸਮੁੰਦਰ ਰੂਪ ਵੀ ਪਰਮੇਸ਼ਰ ਆਪ ਹੀ ਹਨ।
ਤੇ ਆਪ ਹੀ ਬੋਹਿਥਾ। ਇਸੇ ਤਰ੍ਹਾਂ ਆਪੇ ਸਾਗਰ, ਆਪ ਹੀ ਸਾਗਰ ਹੈ ਸ਼ੁਭ ਗੁਣਾਂ ਦਾ, ਤੇ ਆਪ ਹੀ ਬੋਹਿਥਾ ਜਹਾਜ਼ ਰੂਪ ਹੈ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ। ਆਪੇ ਗੁਰੂ ਰੂਪ ਹੋ ਕੇ ਆਪੇ ਪਾਰ ਅਪਾਰ, ਆਪ ਹੀ ਪਾਰ ਲੰਘਣ ਵਾਲਾ ਹੈ ਸੰਸਾਰ ਸਮੁੰਦਰ ਤੋਂ ਭਗਤ ਰੂਪ ਵਿੱਚ। ਆਪ ਹੀ ਪਾਰਾਵਾਰ ਤੋਂ ਰਹਿਤ ਅਪਾਰ ਬੇਅੰਤ ਹੈ ਵਾਹਿਗੁਰੂ। ਸਾਚੀ ਵਾਟ ਸੁਜਾਨ ਤੂੰ ਸ਼ਬਦ ਲੰਘਾਵਣ ਹਾਰ। ਸੱਚੀ ਵਾਟ ਭਗਤੀ ਦੀ, ਭਗਤੀ ਦੇ ਰਾਹ ਤੇ ਚੱਲ ਕੇ ਕੋਈ ਪਾਰ ਉਤਰ ਸਕਦਾ। ਤੇਰੇ ਦਰ ਵੱਲ ਨੂੰ ਜਿਹੜੀ ਵਾਟ ਰਸਤਾ ਜਾਂਦਾ ਉਹ ਵੀ ਤੂੰ ਆਪ ਹੀ ਸੱਚੇ ਪਾਤਸ਼ਾਹ। ਤੇ ਵਾਹਿਗੁਰੂ ਜੀ ਤੁਸੀਂ ਸੁਜਾਨ ਦਾਨੇ ਪ੍ਰਧਾਨੇ, ਬਹੁਤ ਵੱਡੇ ਗਿਆਤਾ ਹੋ। ਤੁਹਾਡੇ ਵਰਗਾ ਕੋਈ ਸੁਜਾਨ ਸਿਆਣਾ ਸਮਝਦਾਰ ਹੋਰ ਹੈ ਕੋਈ ਨਹੀਂ। ਸ਼ਬਦ ਲੰਘਾਵਣ ਹਾਰ, ਗੁਰੂ ਦੇ ਸ਼ਬਦ ਨਾਲ ਜੋੜ ਕੇ ਉਪਦੇਸ਼ ਦੇ ਨਾਲ ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਆਪ ਹੀ ਹੋ। ਨਿਡਰਿਆ ਡਰ ਜਾਣੀਐ ਬਾਝ ਗੁਰੂ ਗੁਬਾਰ। ਹਜ਼ੂਰ ਕਹਿੰਦੇ ਨੇ ਗੁਰੂ ਤੋਂ ਬਗੈਰ ਜੀਵ ਦੇ ਅੰਦਰ ਗੁਬਾਰ ਹਨੇਰਾ ਹੀ ਛਾਇਆ ਰਹਿੰਦਾ ਗਿਆਨਤਾ ਦਾ। ਤੇ ਨਿਡਰਿਆ ਡਰ ਜਾਣੀਐ, ਜਿਹੜੇ ਡਰ ਵਿਆਪਦੇ ਉਹ ਕਿਹਨਾਂ ਨੂੰ? ਜਿਹੜੇ ਪ੍ਰਮਾਤਮਾ ਵੱਲੋਂ ਨਿਡਰ ਹਨ। ਪ੍ਰਮਾਤਮਾ ਦਾ ਭੈ ਤੇ ਅਦਬ, ਉਜਲ ਭੈ ਜਿਨ੍ਹਾਂ ਨਹੀਂ ਧਾਰਨ ਕੀਤਾ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਭਉ ਤਿਨ ਨਾਹੇ ਭਉ, ਮੁੱਚ ਭਉ ਨਿਭਵਿਆ। ਨਾਨਕ ਇਹੋ ਪਟੰਤਰਾ ਤਿਤ ਦੀ ਬਣ ਗਿਆ। ਜਿਨ੍ਹਾਂ ਨੂੰ ਵਾਹਿਗੁਰੂ ਦਾ ਡਰ ਹੈ ਉਹਨਾਂ ਨੂੰ ਕੋਈ ਡਰ ਨਹੀਂ ਹੋਰ। ਤੇ ਜਿਨ੍ਹਾਂ ਨੂੰ ਪ੍ਰਮਾਤਮਾ ਵੱਲੋਂ ਜਿਹੜੇ ਨਿਭਵ ਹੋ ਗਏ, ਨਿਡਰ ਹੋ ਗਏ, ਮੁੱਚ ਭਉ, ਬਾਹਲੇ ਭਉ, ਉਹਨਾਂ ਨੂੰ ਬਹੁਤੇ ਭਉ ਵਿਆਪਦੇ ਹਨ। ਸੋ ਇਸ ਪ੍ਰਕਾਰ ਇਉਂ ਜਾਣਿਆ ਜਾਂਦਾ ਹੈ ਕਿ ਜਿਹੜੇ ਵਾਹਿਗੁਰੂ ਵੱਲੋਂ ਬੇਖੌਫ ਹਨ, ਪ੍ਰਮਾਤਮਾ ਦੇ ਅਦਬ ਵਿੱਚ ਨਹੀਂ ਰਹਿੰਦੇ, ਉਹਨਾਂ ਨੂੰ ਡਰ ਵਿਆਪਦਾ ਹੈ। ਗੁਰੂ ਤੋਂ ਬਗੈਰ ਗੁਬਾਰ ਹੀ ਗੁਬਾਰ ਹੈ। ਅਸਥਿਰ ਕਰਤਾ ਦੇਖੀਐ ਹੋਰ ਕੀਤੀ ਆਵੇ ਜਾਏ। ਕਰਤਾ ਅਕਾਲ ਪੁਰਖ ਪ੍ਰਮਾਤਮਾ ਹੀ ਸਥਿਰ ਹੈ, ਸਦੀਵੀ ਰਹਿਣ ਵਾਲਾ, ਟਿਕੇ ਰਹਿਣ ਵਾਲਾ ਦੇਖੀਦਾ ਹੈ। ਹੋਰ ਕਿੰਨੀ ਸ੍ਰਿਸ਼ਟੀ ਹੈ ਜੋ ਆਉਂਦੀ ਤੇ ਜਾਂਦੀ। ਹੋਰ ਕਿੰਨੇ ਜੀਵਨ ਵੱਡੇ ਤੋਂ ਵੱਡੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ। ਸੋ ਜਿਸ ਪ੍ਰਕਾਰ ਇੱਕ ਸ਼ਿਵ ਪਏ ਇੱਕ ਗਏ ਇੱਕ ਫਿਰ ਪਏ, ਰਾਮਚੰद्र कृष्ण के अवतार भी अनेक हैं। ब्रह्मा और विष्णु केते वेद और पुराण जेते सिमरत समूहन के होए बताए हैं। इत्यादि वाक्य दसम पातशाह ने। सो इयों हजूर कहते ने अस्थिर थिर पार ब्रह्म परमेश्वरो। सो इस प्रकार वाहिगुरू करता ही स्थिर वेखीदा है। होर किन्नी सृष्टि आउंदी ते जांदी है। आपे निर्मल एक तू होर बंदी धंधा पाए। हे वाहिगुरू तू आप ही आप है जो निर्मल उज्जल ते पवित्र है। इको तू ही। होर सृष्टि बंदी बद्धी हुई है धंधियां च पा के। ਜਿਹੜੇ ਸੰਸਾਰ ਦੇ ਧੰਦੇ ਹਨ, ਕਜੀਏ ਪਵਾੜੇ ਫਸੌਤੀਆਂ, ਇਹਨਾਂ ਬੰਧਨਾਂ 'ਚ ਪਈ ਹੋਈ ਸ੍ਰਿਸ਼ਟੀ ਬੱਧੀ ਹੋਈ ਹੈ। ਗੁਰ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਏ। ਜਿਨ੍ਹਾਂ ਦੀ ਗੁਰੂ ਮਹਾਰਾਜ ਜੀ ਨੇ ਰੱਖਿਆ ਕੀਤੀ ਸੇ ਉਬਰੇ ਬਚ ਗਏ। ਕਿਵੇਂ ਜੀ? ਸਾਚੇ ਸਿਉ ਲਿਵ ਲਾਏ। ਸਤਿਗੁਰੂ ਦੇ ਅਨੁਸਾਰੀ ਹੋ ਕੇ ਸੱਚੇ ਪ੍ਰਮਾਤਮਾ ਵਿੱਚ ਉਹਨਾਂ ਨੇ ਆਪਣੀ ਸੁਰਤ ਨੂੰ ਜੋੜ ਲਿਆ। ਲਿਵ ਲਾ ਕੇ ਵਾਹਿਗੁਰੂ ਵਿੱਚ ਉਹ ਉਬਰੇ ਬਚ ਗਏ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਰੱਖਿਆ ਹੈ। ਹਰ ਜੀਓ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ। ਹਰੀ ਵਾਹਿਗੁਰੂ ਪਰਮਾਤਮਾ ਨੂੰ ਗੁਰੂ ਦੇ ਸ਼ਬਦ ਦੁਆਰਾ ਪਛਾਣਿਆ ਜਾਂਦਾ ਹੈ। ਔਰ ਜਿਹੜੇ ਗੁਰਾਂ ਦੇ ਵਾਕ ਬਚਨਾਂ ਦੁਆਰਾ ਸੱਚ ਸਰੂਪ ਪਰਮੇਸ਼ਰ ਵਿੱਚ ਰੱਤੇ ਗਏ ਹਨ, ਉਹ ਉਹਨਾਂ ਨੇ ਪਛਾਣਿਆ। ਵਾਹਿਗੁਰੂ ਦੀ ਪਛਾਣ ਕਰਕੇ ਉਹ ਗੁਰਾਂ ਦੇ ਵਾਕ ਨਾਲ ਜੁੜ ਕੇ ਸੱਚੇ ਵਿੱਚ ਰੱਤੇ ਗਏ ਨੇ, ਰੰਗੇ ਹੋਏ ਨੇ। ਤਿਤ ਤਨ ਮੈਲ ਨ ਲੱਗਈ ਸੱਚ ਘਰ ਜਿਸ ਉਤਾਕ। ਉਤਾਕ ਦਾ ਅਰਥ ਹੈ ਬੈਠਕ। ਜਿਵੇਂ ਬਚਨਾਂ ਸੱਚੀ ਬੈਸਕ ਤਿਨਾ ਸੰਗ ਜਨ ਸੰਗ ਜਪੀਆ ਨਾਉ। ਸੱਚ ਘਰ ਸਤ ਸੰਗਤ ਵੀ ਤੇ ਸੱਚ ਸਰੂਪ ਵਾਹਿਗੁਰੂ ਦੇ ਘਰ ਵਿੱਚ ਜਿਨ੍ਹਾਂ ਦੀ ਬੈਠਕ ਹੈ। ਸਤਸੰਗ ਦੇ ਤਾਂ ਹੀ ਸੱਚਾ ਘਰ ਰੱਬ ਦਾ ਘਰ ਕਿਹਾ ਜਾਂਦਾ। ਬੈਕੁੰਠ ਨਗਰ ਜਹਾਂ ਸੰਤ ਵਾਸਾ ਜਾਂ ਤਹਾਂ ਬੈਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਹੈ। ਜੰਜ ਵੀ ਕਿਹਾ ਸਾਧ ਸੰਗਤ ਸੱਚਖੰਡ ਵਸਾਇਆ ਭਾਈ ਗੁਰਦਾਸ ਜੀ ਨੇ। ਇਉਂ ਸੱਚ ਘਰ ਵਿੱਚ ਜਿਸ ਦੀ ਉਤਾਕ ਬੈਠਕ ਹੈ, ਤਿਤ ਤਨ ਮੈਲ ਨਾ ਲੱਗ ਗਈ। ਮਨੋ ਹੋ ਕੇ ਜੋ ਸੱਚੇ ਘਰ ਵਿੱਚ ਬੈਠੇ ਨੇ, ਜਿਨ੍ਹਾਂ ਦੀ ਬੈਠਕ ਹੈ, ਤਿਤ ਤਨ ਮੈਲ ਨਾ ਲੱਗ ਗਈ। ਉਹਨਾਂ ਦੇ ਮਨ ਤਾਂ ਹੀ ਤਨ ਇੰਦਰੀਆਂ ਤਾਂ ਹੀ ਫਿਰ ਮੈਲ ਨਹੀਂ ਹੋਰ ਲੱਗਦੀ। ਪਹਿਲੀ ਉਤਰਦੀ ਹੈ, ਨਵੀਂ ਮੈਲ ਚੰਬੜਦੀ ਨਹੀਂ ਹੈ। ਜਿਹੜੇ ਮਨੋ ਤਨੋਂ ਸਤਸੰਗ ਕਰਦੇ ਨੇ। ਨਦਰ ਕਰੇ ਸੱਚ ਪਾਈਐ
ਬਿਨ ਨਾਵੈ ਕਿਆ ਸਾਕ। ਹਜ਼ੂਰ ਕਹਿੰਦੇ ਨੇ ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਸੱਚ ਸਰੂਪ ਵਾਹਿਗੁਰੂ ਨੂੰ ਪਾ ਲਈਦਾ ਹੈ। ਸੱਚ ਸਰੂਪ ਵਾਹਿਗੁਰੂ ਦਾ ਸੱਚਾ ਨਾਮ ਪਾ ਲਈਦਾ। ਬਿਨ ਨਾਵੈ ਕਿਆ ਸਾਕ। ਨਾਮ ਤੋਂ ਬਗੈਰ ਕਿਆ ਸੰਬੰਧ ਹੈ ਵਾਹਿਗੁਰੂ ਨਾਲ। ਔਰ ਨਾਮ ਤੋਂ ਬਗੈਰ ਸਾਕ ਮਤਲਬ ਸੰਬੰਧ ਨਹੀਂ ਬਣਦਾ। ਪਰਮੇਸ਼ਰ ਦੇ ਨਾਲ ਕੀ ਸੰਬੰਧ ਬਣਦਾ ਜੇ ਨਾਮ ਹੀ ਹੈ ਨਹੀਂ ਤਾਂ। ਨਾਮ ਹੀ ਕੜੀ ਹੈ ਪਰਮੇਸ਼ਰ ਨਾਲ ਜੋੜਨ ਵਾਲੀ। ਜਿਨੀ ਸੱਚ ਪਛਾਣਿਆ ਸੇ ਸੁਖੀ ਹੈ ਜੁਗ ਚਾਰ। ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ 'ਤੇ ਯਕੀਨ ਕਰਕੇ, ਗੁਰਾਂ ਦੇ ਉਪਦੇਸ਼ ਦੁਆਰਾ ਜਿਨ੍ਹਾਂ ਨੇ ਸੱਚ ਸਰੂਪ ਵਾਹਿਗੁਰੂ ਨੂੰ ਪਛਾਣ ਲਿਆ ਹੈ, ਉਹਦੀ ਮਹਿਮਾ ਨੂੰ, ਵਡਿਆਈ ਨੂੰ, ਮਹਾਨਤਾ ਨੂੰ ਸਮਝ ਲਿਆ, ਸੇ ਸੁਖੀ ਹੈ ਜੁਗ ਚਾਰ। ਚੌਂ ਯੁਗਾਂ ਅੰਦਰ ਭਾਵ ਸਾਰੇ ਸਮਿਆਂ ਦੇ ਵਿੱਚ ਹਮੇਸ਼ਾ ਲਈ ਉਹ ਸੁਖੀ ਹਨ। ਹਉਮੈ ਤ੍ਰਿਸ਼ਨਾ ਮਾਰ ਕੇ ਸੱਚ ਰੱਖਿਆ ਔਰ ਤਾਰ। ਹੰਗਤਾ ਨੂੰ ਮਾਰ ਕੇ ਤੇ ਤ੍ਰਿਸ਼ਨਾ ਨੂੰ ਮਾਰ ਕੇ। ਤ੍ਰਿਸ਼ਨਾ ਜਿਹੜੀ ਹੈ, ਤ੍ਰਿਸ਼ਨਾ ਥੱਕੀ ਨਾਨਕਾ ਜਾਮਨ ਰਤਾ ਨਾਏ। ਨਾਮ ਵਿੱਚ ਮਨ ਰੰਗਿਆ ਗਿਆ ਤਾਂ ਫਿਰ ਤ੍ਰਿਸ਼ਨਾ ਨਹੀਂ ਰਹਿ ਜਾਂਦੀ। ਯਥਾ ਲਾਭ ਤਥਾ ਸੰਤੁਸ਼ਟ ਸੁਤੇ ਸਿੱਧੀ ਜੀਵਨ ਗੁਜ਼ਾਰਦੇ ਰੱਬ ਦੇ ਪਿਆਰੇ। ਕਾਹਨੂੰ ਤ੍ਰਿਸ਼ਨਾ ਕਰਨਗੇ ਜਿਨ੍ਹਾਂ ਦੇ ਅੰਦਰ ਇਹ ਗਿਆਨ ਵਸਿਆ ਹੋਇਆ ਕਿ ਇੱਥੋਂ ਫਾਨੀ ਸੰਸਾਰ ਤੋਂ ਚਲੇ ਜਾਣਾ। ਸੋ ਇਸ ਪ੍ਰਕਾਰ ਇਹ ਹਿਰਦੇ 'ਚ ਦ੍ਰਿੜ ਗਿਆਨ ਦਿਨੇ ਰਾਤ ਬੈਠਾ ਰਹਿੰਦਾ ਅਤੇ ਇਉਂ ਨਾ ਹਉਮੈ ਫਿਰ ਰਹਿੰਦੀ ਹੈ ਵੀ ਪਾਇਆ ਕੀ ਇਸ ਸਰੀਰ ਦੀ ਅਸੀਂ ਹਾਂ ਕੌਣ, ਸਾਨੂੰ ਬਣਾਇਆ ਕਿਹਨੇ, ਸਾਡੀ ਤਾਕਤ ਕਿੰਨੀ ਕਿ ਕੁਛ ਵੀ ਨਹੀਂ। ਇਉਂ ਹਉਮੈ ਨੂੰ ਅਤੇ ਤ੍ਰਿਸ਼ਨਾ ਨੂੰ ਮਾਰ ਕੇ ਉਹਨਾਂ ਨੇ ਸੱਚ ਸਰੂਪ ਵਾਹਿਗੁਰੂ ਦੇ ਪ੍ਰੇਮ ਨੂੰ, ਨਾਮ ਨੂੰ ਔਰ ਹਿਰਦੇ ਅੰਦਰ ਧਾਰਨ ਕਰਕੇ ਰੱਖਿਆ ਹੋਇਆ। ਇਹੀ ਹਿਰਦੇ 'ਚ ਵਸਾਇਆ ਹੋਇਆ। ਸਾਚੀ ਦਰਗਹਿ ਬੈਸਈ ਭਗਤ ਸੱਚੀ ਅਰਦਾਸ। ਜਿਨ੍ਹਾਂ ਦੀ ਸੱਚੀ ਭਗਤੀ ਹੈ ਅਤੇ ਸੱਚੀ ਹਿਰਦੇ 'ਚੋਂ ਅਰਦਾਸ ਹੈ ਵਾਹਿਗੁਰੂ ਦੇ ਚਰਨਾਂ 'ਚ ਹੁੰਦੀ, ਉਹ ਸਾਚੀ ਦਰਗਹਿ ਬੈਸਈ। ਜਿਹੜੀ ਰੱਬ ਦੀ ਸੱਚੀ ਦਰਗਾਹ ਹੈ ਉੱਥੇ ਸਤਿਕਾਰ ਨਾਲ ਉਹ ਬੈਠਦੇ ਹਨ, ਉੱਥੇ ਢੋਈ ਮਿਲਦੀ ਹੈ ਉਹਨਾਂ ਨੂੰ। ਸੋ ਇਸ ਪ੍ਰਕਾਰ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਪਤ ਸਿਉ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਪ੍ਰਗਟਾਵਾ ਹੋ ਗਿਆ, ਪ੍ਰਗਾਸ ਚਾਨਣ ਹੋ ਗਿਆ ਹੈ ਨਾਮ ਦਾ, ਉਹਨਾਂ ਦਾ ਵਾਹਿਗੁਰੂ ਦੇ ਦਰ 'ਤੇ ਬੜੀ ਇੱਜ਼ਤ ਦੇ ਨਾਲ ਲੇਖਾ ਜੋਖਾ ਨਿਬੜ ਜਾਂਦਾ। ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਪਤ ਸਿਉ ਲੇਖਾ ਨਿਬੜੈ। ਹਿਸਾਬ ਕਿਤਾਬ ਖਤਮ ਹੋ ਜਾਂਦਾ। ਸੋ ਇਸ ਪ੍ਰਕਾਰ ਬਾਕੀ ਨਹੀਂ ਰਹਿ ਜਾਂਦੀ ਕਰਮਾਂ ਦੀ। ਅਤੇ ਉਹ ਇਉਂ ਇਹ ਬੜੀ ਇੱਜ਼ਤ ਦੇ ਸਹਿਤ ਉੱਥੇ ਆਦਰ ਮਾਣ ਉਹ ਪ੍ਰਾਪਤ ਕਰਦੇ ਹਨ। ਲੇਖਾ ਖਤਮ ਹੋ ਜਾਂਦਾ ਹੈ ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਹੋ ਗਿਆ। ਜੋਤ ਨਿਰੰਤਰ ਜਾਣੀਐ ਉੱਚਾ ਉੱਚਾ ਆਖੀਐ ਕਹੋ ਨਾ ਦੇਖਿਆ ਜਾਏ। ਪਰਮਾਤਮਾ ਬਹੁਤ ਉੱਚਾ ਹੈ। ਸਾਰੇ ਲੋਕ ਸ਼ਾਸਤਰਾਂ ਦੁਆਰਾ, ਵੇਦਾਂ ਦੁਆਰਾ ਉੱਚਾ ਹੀ ਕਹਿੰਦੇ ਆ ਵਾਹਿਗੁਰੂ। ਨੇਤ ਨੇਤ ਕਥੰਤ ਬੇਦਾ ਊਚ ਮੂਚ ਅਪਾਰ ਗੋਬਿੰਦਾ। ਉੱਚਾ ਹੀ ਉੱਚਾ ਆਖੀਦਾ ਹੈ, ਕਹੋ ਨਾ ਦੇਖਿਆ ਜਾਏ। ਮੈਂ ਵੀ ਕਹਿੰਦਾ ਹਾਂ ਜੇ ਮੈਂ ਕਹਾਂ ਕਿ ਪਰਮਾਤਮਾ ਬਹੁਤ ਉੱਚਾ, ਨਾ ਦੇਖਿਆ ਜਾਏ ਤਾਂ ਇੰਝ ਕਹਿਣ ਨਾਲ ਵੇਖਿਆ ਨਹੀਂ ਜਾ ਸਕਦਾ ਵਾਹਿਗੁਰੂ ਕਿੱਡਾ ਕੁ ਵੱਡਾ ਹੈ। ਜਹ ਦੇਖਾਂ ਤਹ ਏਕ ਤੂੰ ਸਤਿਗੁਰ ਦੀਆ ਦਿਖਾਏ। ਪਰ ਮੇਰੇ ਸਤਿਗੁਰੂ ਨੇ ਮੈਨੂੰ ਇਹ ਵਿਖਾਇਆ ਹੈ। ਜਦੋਂ ਸਤਿਗੁਰੂ ਨੇ ਵਿਖਾਤਾ, ਤੇਰਾ ਗਿਆਨ ਬਖਸ਼ਤਾ, ਦਰਸ਼ਨ ਕਰਾਤਾ, ਤਾਂ ਹੁਣ ਮੈਂ ਜਿੱਧਰ ਵੀ ਵੇਖਦਾ ਹਾਂ ਉੱਥੇ ਇੱਕ ਤੂੰ ਹੀ ਤੂੰ ਹੈ, ਹੋਰ ਦੂਜਾ ਕੋਈ ਦਿਖਾਈ ਨਹੀਂ ਦਿੰਦਾ ਵਾਹਿਗੁਰੂ ਜੀ। ਇਹ ਹੈ ਵਾਹਿਗੁਰੂ ਦਾ ਗਿਆਨ। ਇਸ ਨੂੰ ਕਹਿੰਦੇ ਨੇ ਬ੍ਰਹਮ ਗਿਆਨ। ਜਦੋਂ ਸਤਿਗੁਰੂ ਨੇ ਵਿਖਾਤਾ, ਪਰਮੇਸ਼ਰ ਦਾ ਦਰਸ਼ਨ ਕਰਾਤਾ, ਅਤੇ ਹੁਣ ਉਹ ਅੱਖਾਂ ਐਸੀਆਂ ਬਖਸ਼ ਦਿੱਤੀਆਂ ਹਨ। ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਿਸੰਦੋ ਮਾਂ ਪਿਰੀ। ਜਿਨ੍ਹਾਂ ਅੱਖਾਂ ਨਾਲ ਦਿਸਦਾ ਮੇਰਾ ਪਿਆਰਾ, ਉਹ ਅੱਖਾਂ ਹੋਰ ਨੇ। ਮਨ ਬੁੱਧ ਰੂਪੀ ਨੇਤਰਾਂ 'ਚ ਪਹਿਲਾਂ ਭਰਮ ਦੇ ਫੋਲੇ ਪਏ ਹੋਏ ਹੁੰਦੇ ਨੇ। ਜਦੋਂ ਸਤਿਗੁਰੂ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਕੇ ਉਹ ਭਰਮ ਦੇ ਫੋਲੇ ਨਿਵਰਤ ਕਰ ਦਿੰਦੇ ਆ ਅਤੇ ਇਸੇ ਤਰ੍ਹਾਂ ਵਿਰਾਗ ਅਤੇ ਵਿਵੇਕ ਦੇ ਨੇਤਰ ਖੋਲ੍ਹ ਦਿੰਦੇ ਆ। ਉਹਨਾਂ ਦੁਆਰਾ ਵਾਹਿਗੁਰੂ ਜੀ ਦਾ ਗਿਆਨ ਹੁੰਦਾ। ਉਹ ਕਹਿੰਦੇ ਜਦੋਂ ਸਤਿਗੁਰੂ ਨੇ ਮੈਨੂੰ ਵਿਖਾਤਾ ਅਤੇ ਹੁਣ ਮੈਂ ਜਿੱਧਰ ਦੇਖਤਾ ਉਧਰ ਤੂੰ ਹੀ ਤੂੰ। ਨਾ ਤੇਰੀ ਸੀ ਰੰਗਤ ਨਾ ਤੇਰੀ ਸੀ ਬੂ। ਰੂਹ ਦਰ ਹਰ ਜਸਮ ਗੁਰੂ ਗੋਬਿੰਦ ਸਿੰਘ। ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਸੋ ਇਸ ਪ੍ਰਕਾਰ ਸਤਿਗੁਰਾਂ ਨੇ ਵਿਖਾਤਾ ਅਤੇ ਹੁਣ ਜਿੱਧਰ ਵੇਖਦੇ ਹਾਂ ਕਿ ਤੂੰ ਹੀ ਦਿਖਾਈ ਦਿੰਦਾ। ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਸਹਿਜ ਗਿਆਨ ਵਾਲੀ ਅਵਸਥਾ, ਚੌਥਾ ਪਦ, ਮਾਨਸਿਕ ਅਡੋਲਤਾ ਵਿੱਚ ਪਹੁੰਚ ਕੇ ਅਤੇ ਸੁਭਾਏ ਸ੍ਰੇਸ਼ਟ ਪ੍ਰੇਮ ਦੇ ਸਹਿਤ ਹੋ ਕੇ ਜਾਣ ਲਈਦਾ ਹੈ ਕਿ ਵਾਹਿਗੁਰੂ ਦੀ ਜੋਤ ਨਿਰੰਤਰ ਲਗਾਤਾਰ ਅੰਤਰੇ ਤੋਂ ਬਿਨਾਂ ਇੱਕ ਰਸ ਸਾਰੇ ਸਮਾਈ ਹੋਈ ਹੈ। ਇੰਝ ਇੱਕ ਰਸ ਸਮਾਈ ਹੋਈ ਜੋਤ ਨੂੰ ਜਾਣ ਲਈਦਾ ਅਤੇ ਸਹਿਜ ਗਿਆਨ ਅਤੇ ਸੁਭਾਏ ਪ੍ਰੇਮ ਦੇ ਸਹਿਤ ਹੋ ਗਏ। ਸ੍ਰੀ ਰਾਗ ਮਹੱਲਾ ਪਹਿਲਾ।
ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਅਗਲਾ ਸ਼ਬਦ ਉਚਾਰਨ ਕਰਦੇ ਹਨ ਦਾਤਾ ਜੀ, ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹ ਹੋ। ਸੋ ਇਸ ਪ੍ਰਕਾਰ ਜਿਵੇਂ ਕਬੀਰ ਜੀ ਨੇ ਬਚਨ ਕੀਤਾ, ਕਬੀਰ ਥੋੜਾ ਜਲ ਮਾਛਲੀ ਝੀਵਰ ਮੇਲਿਓ ਜਾਲ, ਇਹ ਟੁੱਗਨੇ ਨਾ ਛੂਟ ਸੈ ਫਿਰ ਕਰ ਸਮੁੰਦ ਸੰਭਾਲ। ਕਬੀਰ ਜੀ ਕਹਿੰਦੇ ਨੇ ਕਿ ਥੋੜ੍ਹੇ ਜਲ ਵਿੱਚ, ਛੱਪੜੀ ਦੇ ਜਲ ਵਿੱਚ ਸੀ ਕੋਈ ਮੱਛੀ, ਤੇ ਝੀਵਰ ਨੇ ਜਿਹੜਾ ਫੰਦਕ ਹੈ ਸ਼ਿਕਾਰੀ ਮੱਛੀਆਂ ਫੜਨ ਵਾਲਾ, ਪੁਰਾਣੇ ਸਮੇਂ 'ਚ ਮਲਾਹ ਜਾਂ ਝੀਵਰ ਮੱਛੀਆਂ ਫੜਦੇ ਸੀ। ਸੋ ਇਸ ਪ੍ਰਕਾਰ ਕਹਿੰਦੇ ਝੀਵਰ ਨੇ ਜਾਲ ਪਾ ਲਿਆ ਉਸ ਛੱਪੜੀ ਦੇ ਵਿੱਚ ਤੇ ਮਛਲੀ ਪਕੜੀ ਗਈ। ਸੋ ਕਬੀਰ ਜੀ ਕਹਿੰਦੇ ਆ, ਕਬੀਰ ਥੋੜ੍ਹਾ ਜਲ ਮਾਛਲੀ ਝੀਵਰ ਮੇਲਿਓ ਜਾਲ, ਇਹ ਟੁੱਗਣਾ ਨਾ ਛੂਟ ਸਾ। ਤੂੰ ਜਿਹੜਾ ਟੁੱਗਣਾ ਆਇਆ ਸੀ ਨਾ ਛੋਟਾ ਜਿਹਾ ਛੱਪੜ, ਇਹਦੇ 'ਚ ਬੈਠੀ ਹੋਈ ਤੂੰ ਨਹੀਂ ਸੀ ਛੁੱਟ ਸਕਦੀ, ਜਾਲ ਤੋਂ ਬਚ ਸਕਦੀ। ਫਿਰ ਕਰ ਸਮੁੰਦ ਸੰਭਾਲ, ਤਾਂ ਤੈਨੂੰ ਸਮੁੰਦਰ ਨੂੰ ਸੰਭਾਲਣਾ ਚਾਹੀਦਾ ਸੀ, ਸਮੁੰਦਰ ਜਾਣਾ ਚਾਹੀਦਾ ਸੀ। ਸੋ ਇਸ ਪ੍ਰਕਾਰ ਇੱਥੇ ਵੀ ਸਤਿਗੁਰੂ ਮਹਾਰਾਜ ਦੱਸ ਰਹੇ ਨੇ ਵੀ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹ ਹੋ। ਮੱਛੀ ਨੇ ਨਾ ਜਾਲ ਨੂੰ ਜਾਣਿਆ ਕਿ ਇਹ ਫਸੌਤੀ ਹੈ, ਤੇ ਨਾ ਹੀ ਸਰ ਜਿਹੜਾ ਸੀ ਸਮੁੰਦਰ ਖਾਰਾ ਤੇ ਅਸਗਾਹ ਡੂੰਘਾ, ਬਹੁਤ ਡੂੰਘਾ, ਜਿਹਦਾ ਹੱਥ ਨਹੀਂ ਪਾਇਆ ਜਾਂਦਾ। ਉਹ ਖਾਰਾ ਤਾਂ ਸੀ ਪਰ ਉਹਦੀ ਮਹਿਮਾ ਨੂੰ ਨਹੀਂ ਸੀ ਜਾਣਿਆ। ਇਸੇ ਪ੍ਰਕਾਰ ਜਿਹੜੀ ਦੇਵੀ ਦੇਵਤਿਆਂ ਦੀ ਹੋਰਨਾਂ ਦੀ ਉਪਾਸਨਾ ਹੈ ਉਹ ਛੱਪੜੀਆਂ ਦੀ ਨਿਆਈ ਹੈ। ਜੋ ਵਾਹਿਗੁਰੂ ਪਰਮਾਤਮਾ ਹੈ ਉਹ ਸਮੁੰਦਰ ਦੀ ਨਿਆਈ ਹੈ। ਕਬੀਰ ਸਮੁੰਦ ਨਾ ਛੋਡੀਆ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹੇ ਹੈ ਕੋਏ। ਕਹਿੰਦੇ ਸਮੁੰਦਰ ਨੂੰ ਨਹੀਂ ਛੱਡਣਾ ਚਾਹੀਦਾ ਭਾਵੇਂ ਅਤਿਅੰਤ ਖਾਰਾ ਹੋਵੇ। ਇਸੇ ਤਰ੍ਹਾਂ ਸਮੁੰਦਰ ਹੈ ਵਾਹਿਗੁਰੂ ਪਰਮੇਸ਼ਰ, ਉਹਦੇ 'ਚ ਖਾਰਾਪੁਣਾ ਕੀ ਹੈ? ਵਿਸ਼ੇ ਸੁਖ ਮਿਠਾਸ ਨਹੀਂ, ਦੁਨੀਆ ਦੇ ਵਿਸ਼ਿਆਂ ਵਿਕਾਰਾਂ ਦੇ ਰਸ ਨਹੀਂ ਉੱਥੇ ਹਨ, ਉੱਥੇ ਆਤਮਿਕ ਆਨੰਦ ਹੈ। ਸੋ ਇਸ ਪ੍ਰਕਾਰ ਪੋਖਰ ਪੋਖਰ ਹੋਰਨਾਂ ਦੇ ਮਗਰ ਲੱਗਣਾ ਵਰ ਲੈਣ ਵਾਸਤੇ ਜਾਂ ਸੰਪੈ ਕੋ ਈਸਰ ਧਿਆਈ ਹੈ। ਸੰਪਤੀ ਜਾਇਦਾਦ ਪਦਾਰਥਾਂ ਵਾਸਤੇ ਮਾਲ ਸਬਾਬ ਲਈ ਲੋਕ ਸ਼ਿਵ ਦੀ ਉਪਾਸਨਾ ਕਰਦੇ ਆ, ਕੋਈ ਲక్ష్ਮੀ ਦੀ ਕਰਦੇ, ਕੋਈ ਕਿਸੇ ਦੀ। ਸੋ ਇਸ ਪ੍ਰਕਾਰ ਕਹਿੰਦੇ ਉੱਥੋਂ ਸੱਚਾ ਸੁੱਖ ਨਹੀਂ ਤੁਹਾਨੂੰ ਮਿਲਣਾ। ਉੱਥੇ ਤੁਸੀਂ ਕਾਲ ਰੂਪੀ ਜਿਹੜਾ ਮੌਤ ਰੂਪੀ ਜਾਲ ਵਿੱਚ ਫਸ ਜਾਣਾ। ਸੋ ਇਸ ਤਰ੍ਹਾਂ ਮਾਇਆ ਦੇ ਜਾਲ 'ਚ ਫਸੇ ਰਹਿ ਜਾਓਗੇ, ਮੁੱਕ ਜਾਓਗੇ, ਖਤਮ ਹੋ ਜਾਓਗੇ, ਛੁਟਕਾਰਾ ਨਹੀਂ ਹੋਣਾ। ਇਸੇ ਪ੍ਰਕਾਰ ਜੀਵ ਰੂਪ ਮਛਲੀ ਨੇ ਜਾਲ ਨੂੰ ਨਹੀਂ ਜਾਣਿਆ, ਜਿਹੜੀ ਮਾਇਆ ਦਾ ਜਾਲ ਪਸਰਿਆ ਹੋਇਆ ਸੰਸਾਰ ਵਿੱਚ, ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ। ਸੋ ਇਸ ਪ੍ਰਕਾਰ ਹਜੂਰ ਕਹਿੰਦੇ ਨੇ ਕਿ ਸਰ ਖਾਰਾ ਸਗਾਹ, ਸਰ ਜਿਹੜਾ ਸਮੁੰਦਰ ਸੀ ਸਗਾਹ ਡੂੰਘਾ ਖਾਰਾ ਸੀ। ਪਰਮੇਸ਼ਰ ਅਕਾਲ ਪੁਰਖ ਉਹਦੀ ਵੀ ਮਹਿਮਾ ਨੂੰ ਨਹੀਂ ਜਾਣਿਆ। ਅਤ ਸਿਆਣੀ ਸੋਹਣੀ ਕਿਉਂਕਿ ਤੋਵੇ ਸਾਹੋ, ਭਾਵੇਂ ਮੱਛੀ ਅਤਿਅੰਤ ਹੀ ਸਿਆਣੀ ਸਮਝਦਾਰ ਸਮਝਦੀ ਸੀ ਆਪਣੇ ਆਪ ਨੂੰ, ਸੋਹਣੀ ਸੀ, ਪਰ ਕਿਉਂ ਵਿਸਾਹ ਕਰ ਲਿਆ ਜਾਲ ਦਾ। ਕੀਤੇ ਕਾਰਨ ਪਕੜੀ ਕਾਲ ਨ ਟਲੈ ਸਰਾਹੋ, ਆਪਣੇ ਕੀਤੇ ਕਰਮ ਕਰਕੇ ਪਕੜੀ ਗਈ, ਤੇ ਹੁਣ ਜਿਹੜਾ ਕਾਲ ਆ ਸਿਰ ਤੋਂ ਟਲਦਾ ਨਹੀਂ। ਇਹ ਜੀਵ ਰੂਪ ਮੱਛੀ ਹੈ। ਸੋ ਇਸ ਪ੍ਰਕਾਰ ਅਕਾਲ ਪੁਰਖ ਨੂੰ ਛੱਡ ਕੇ ਹੋਰਨਾਂ ਦੀ ਉਪਾਸਨਾ ਕੀਤੀ, ਜਾਂ ਮਾਇਆ ਦਾ ਜਿਹੜਾ ਜਾਲ ਸੀ ਇਹਨੂੰ ਨਾ ਜਾਣਿਆ ਵੀ ਇਹ ਤਾਂ ਫਸੌਤੀ ਹੈ, ਤੇ ਇਸ ਤਰ੍ਹਾਂ ਫਸ ਗਏ। ਭਾਈ ਰੇ ਇਉਂ ਸਿਰ ਜਾਣੋ ਕਾਲ, ਹੇ ਭਾਈ, ਹੇ ਭਾਈ, ਸਾਨੂੰ ਸਾਰਿਆਂ ਨੂੰ ਜੀਆਂ ਨੂੰ ਕਹਿ ਰਹੇ ਨੇ ਕਿ ਇਸ ਤਰ੍ਹਾਂ ਹੀ ਸਮਝ ਲਓ ਸਿਰ 'ਤੇ ਕਾਲ ਖੜਾ ਹੈ। ਇੰਝ ਜਾਣ ਲਓ ਕਿ ਸਿਰ 'ਤੇ ਕਾਲ ਖੜਾ, ਮੌਤ ਸਿਰ 'ਤੇ ਖੜੀ ਹੈ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸੀ ਕਿ ਮਮ ਸਰ ਮੂਏ ਅਜਰਾਇਲ ਗਿਰਫਤਹ ਦਿਲ ਹੇਚ ਨਾ ਦਾਨੀ। ਇੰਝ ਸਮਝਣਾ ਚਾਹੀਦਾ ਮੌਲਵੀ ਸਾਹਿਬ ਵੀ ਮੇਰੇ ਸਿਰ ਦੇ ਕੇਸ ਜਿਹੜੇ ਮੌਤ ਦੇ ਫਰਿਸ਼ਤੇ ਨੇ ਪਕੜੇ ਹੋਏ ਨੇ, ਪਰ ਜੀਵ ਨੇ ਦਿਲ ਵਿੱਚ ਇੱਕੋ ਹੀ ਗੱਲ ਨਹੀਂ ਜਾਣੀ। ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉ ਮੱਛੀ ਤਿਉ ਮਾਨਸਾ ਪਵੈ ਚਿੰਤਾ ਜਾਲ। ਜਿਵੇਂ ਮੱਛੀ ਨੂੰ ਅਚਨਚੇਤ ਜਾਲ ਪੈ ਜਾਂਦਾ ਨਾ ਤੇ ਫਸ ਜਾਂਦੀ ਹੈ, ਇਸੇ ਤਰ੍ਹਾਂ ਇਹਨਾਂ ਮਾਨਸਾਂ ਜੀਆਂ ਦੇ ਤਾਈਂ ਵੀ ਚਿੰਤਾ ਅਚਨਚੇਤ ਜਾਲ ਗਲ 'ਚ ਪੈਣਾ ਮੌਤ ਦਾ। ਸੋ ਇਸ ਪ੍ਰਕਾਰ ਇਹ ਫਸ ਜਾਣਗੇ ਉਸ ਜਾਲ ਦੇ ਅੰਦਰ। ਰਹਾਓ ਸਭ ਜਗ ਬਾਧੋ ਕਾਲ ਕੋ, ਸਾਰਾ ਜਗਤ ਕਾਲ ਦਾ ਬੰਨਿਆ ਹੋਇਆ। ਬਿਨ ਗੁਰ ਕਾਲ ਅਫਾਰ, ਬਿਨਾਂ ਗੁਰਾਂ ਦੀ ਸ਼ਰਨ ਤੋਂ ਜਿਹੜਾ ਕਾਲ ਹੈ ਉਹ ਅਮੋੜ ਹੈ, ਅਵੈੜਾ ਹੈ। ਸੋ ਇਸ ਪ੍ਰਕਾਰ ਉਹਨੇ ਇਹਨਾਂ ਜੀਆਂ ਨੂੰ ਆਪਣੀ ਫਸੌਤੀ 'ਚ ਫਸਾ ਹੀ ਲੈਣਾ। ਬਿਨਾਂ ਗੁਰਾਂ ਦੀ ਸ਼ਰਨ ਤੋਂ ਜਿਹੜਾ ਅਮੋੜ ਕਾਲ ਹੈ ਉਹਦੇ ਵਿੱਚ ਇਹਨਾਂ ਜੀਆਂ ਨੇ ਫਸ ਜਾਣਾ ਹੈ। ਸੱਚ ਰੱਤੇ ਸੇ ਉਬਰੇ ਦੁਬਦਾ ਛੋੜ ਵਿਕਾਰ, ਇੱਕ ਉਹ ਹਨ
ਜਿਹੜੇ ਸੱਚ ਸਰੂਪ ਪਰਮੇਸ਼ਰ ਦੇ ਸੱਚੇ ਨਾਮ ਵਿੱਚ ਰੱਤੇ ਰੰਗੇ ਗਏ ਸੇ ਉਭਰੇ, ਉਹ ਬਚ ਗਏ। ਕਿਵੇਂ ਜੀ? ਦੁਬਿਧਾ ਛੋੜ ਵਿਕਾਰ। ਇੱਕ ਤਾਂ ਉਹਨਾਂ ਸੰਸਾਰ ਵੱਲ ਨੂੰ ਜਿਹੜਾ ਧਿਆਨ ਜਾਂਦਾ ਸੀ, ਇਹਨੂੰ ਹੀ ਦੁਬਿਧਾ ਕਹਿੰਦੇ ਨੇ। ਹਜੂਰ ਨੇ ਕਿਹਾ, ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਤਿਸੈ ਵਡਿਆਈ, ਜੋ ਇਸ ਮਾਰੇ ਤਿਸਕਾ ਦੁਖ ਜਾਈ। ਐਸਾ ਕਿ ਕੋਈ ਜੋ ਦੁਬਿਧਾ ਮਾਰ ਗਵਾਵੈ, ਇਸੇ ਮਾਰ ਰਾਜ ਜੋਗ ਕਮਾਵੈ। ਅਖੀਰ ਤੇ ਕਿਹਾ, ਗੁਰ ਦੁਬਿਧਾ ਜਾਂ ਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੀ। ਇੱਥੇ ਵੀ ਹਜੂਰ ਕਹਿ ਰਹੇ ਨੇ ਦੁਚਿੱਤਾਪਣ। ਇੱਕ ਰੱਬ ਦਾ ਨਾਮ ਜਪੀਏ ਤੇ ਦੂਜਾ ਸੰਸਾਰ ਵਾਲੇ ਪਾਸੇ ਨੂੰ ਬਾਰ-ਬਾਰ ਧਿਆਨ ਜਾਣਾ, ਉਹ ਵੀ ਚੀਜ਼ ਚਾਹੀਦੀ, ਆ ਵੀ ਮੰਗ ਲਈ, ਆ ਵੀ ਮੰਗ ਲਈਏ। ਇਸ ਤਰ੍ਹਾਂ ਦਵੈਤ ਭਾਅ 'ਚ ਮਨ ਲੱਗਾ ਹੋਇਆ। ਦੁਚਿੱਤਾਪਣ ਤੇ ਵਿਕਾਰ ਸਾਰੇ ਛੱਡ ਕੇ, ਇਹ ਦੁਨੀਆ ਦੇ ਵਿਸ਼ੇ ਸੁਖ ਮਿਠਾਸ ਰਸ ਛੱਡ ਕੇ, ਵਿਕਾਰ ਦੁਬਿਧਾ ਛੱਡ ਕੇ ਸੱਚ ਵਿੱਚ ਰੱਤੇ ਗਏ, ਉਹ ਉਭਰੇ ਬਚ ਗਏ ਹਨ। ਹਉ ਤਿਨ ਕੈ ਬਲਿਹਾਰਣੈ, ਦਰ ਸੱਚੈ ਸਚਿਆਰ। ਹਜੂਰ ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਉਹਨਾਂ ਤੋਂ ਬਲਿਹਾਰ ਸਦਕੇ ਕੁਰਬਾਨ ਜਾਂਦੇ ਹਾਂ। ਸੱਚੇ ਅਕਾਲ ਪੁਰਖ ਦੇ ਦਰ 'ਤੇ ਉਹ ਸਚਿਆਰਾਂ ਵਿੱਚ ਗਿਣੇ ਗਏ, ਸਮਝਦਾਰਾਂ ਵਿੱਚ ਗਿਣੇ ਗਏ, ਸੱਚ ਵਾਲੇ ਗਿਣੇ ਗਏ। ਸੱਚ ਦਾ ਧਾਰਨਿਕ ਹੋਏ ਤੇ ਉਹ ਹੀ ਸਚਿਆਰ ਹੈ। ਆਮ ਤੌਰ 'ਤੇ ਸਚਿਆਰ ਸਿਆਣੇ ਨੂੰ ਕਿਹਾ ਜਾਂਦਾ। ਸੋ ਸੀਚਾਨੇ ਜਿਉਂ ਪੰਖੀਆ ਜਾਲੀ ਬੱਧ ਕਹਾਥ। ਜਿਵੇਂ ਜੀਵ ਫਸਦੇ ਹਨ ਨਾ ਜਾਲਾਂ 'ਚ, ਤੇ ਇਸੇ ਪ੍ਰਕਾਰ ਇਹ ਦ੍ਰਿਸ਼ਟਾਂਤ ਦੇ ਕੇ ਸਤਿਗੁਰੂ ਸਮਝਾ ਰਹੇ ਨੇ। ਸੀ ਚੁਗਨਾ, ਇੱਕ ਪੰਛੀ ਹੁੰਦਾ ਹੈ ਸੀ ਚੁਗਨਾ, ਤੇ ਉਹਨੂੰ ਫਾਰਸੀ ਦੇ ਵਿੱਚ ਸ਼ਾਹੀਨ ਵੀ ਬੋਲਦੇ ਨੇ। ਸ਼ਾਹੀਨ ਉਹ ਸ਼ਿਕਰੇ ਤੋਂ ਕੁਝ ਵੱਡਾ ਤੇ ਬਾਜ ਤੋਂ ਛੋਟਾ ਹੁੰਦਾ ਹੈ। ਵੈਸੇ ਸਾਰੇ ਇਹ ਸ਼ਿਕਾਰੀ ਪੰਛੀ ਮੰਨੇ ਗਏ ਨੇ। ਬਾਜ ਮਾਦਾ ਹੈ ਤੇ ਇਹਦਾ ਨਰ ਹੁੰਦਾ ਜ਼ੁਰਰਾ। ਬਾਜ਼ ਤੇ ਜ਼ੁਰਰਾ ਤੇ ਚਰਗ ਕੂਹੀ ਤੇ ਇਸੇ ਤਰ੍ਹਾਂ ਸ਼ਿਕਰੇ ਵੀ, ਇਹ ਸਾਰੇ ਸ਼ਿਕਾਰੀ ਪੰਛੀ ਨੇ। ਤਕਰੀਬਨ ਬਾਜ ਦੀ ਨਸਲ ਹੀ ਹੁੰਦੀ ਹੈ, ਇਹਨਾਂ ਨੂੰ ਸਾਰਿਆਂ ਨੂੰ ਬਾਜ ਕਹਿ ਦਿੱਤਾ ਜਾਂਦਾ। ਤੇ ਇਸੇ ਤਰ੍ਹਾਂ ਉਹ ਸੀਚਾਨੇ ਸ਼ਾਹੀਨ ਜਿਹੜੇ ਹਨ, ਲਾਲ ਜੀ ਗਰਦਨ ਹੁੰਦੀ ਹੈ ਉਸਦੀ, ਤੇ ਬਾਜ ਤੋਂ ਥੋੜ੍ਹਾ ਛੋਟਾ ਅਤੇ ਸ਼ਿਕਰੇ ਤੋਂ ਥੋੜ੍ਹਾ ਜਿਹਾ ਵੱਡਾ ਹੁੰਦਾ। ਸੋ ਇਸ ਪ੍ਰਕਾਰ ਕਹਿੰਦੇ ਉਹ ਜਿਵੇਂ ਸੀਚਾਨੇ ਹੁੰਦੇ ਆ ਨਾ ਸ਼ਿਕਾਰੀ, ਤੇ ਇਸੇ ਪ੍ਰਕਾਰ ਪੰਛੀਆਂ ਨੂੰ ਫਾਉਣ ਵਾਸਤੇ ਤੇ ਬੱਧਕ ਜਿਹੜਾ ਆਪ ਸ਼ਿਕਾਰੀ ਹੁੰਦਾ ਉਹਦੇ ਹੱਥ ਵਿੱਚ ਜਾਲੀ ਹੁੰਦੀ ਹੈ, ਤੇ ਨਾਲ ਉਹਨੇ ਸ਼ਿਕਾਰੀ ਪੰਛੀ ਰੱਖੇ ਹੁੰਦੇ ਹਨ, ਬਾਜ ਆਦਿਕ, ਸ਼ਿਕਰੇ ਆਦਿਕ। ਤੇ ਇਸ ਤਰ੍ਹਾਂ ਹੀ ਚਾਰ ਚਫੇਰੇ ਇਹ ਵਿਕਾਰ ਤੇ ਇੱਕ ਇਸੇ ਤਰ੍ਹਾਂ ਮੌਤ ਦੀ ਜਾਲੀ ਹੈ। ਸ਼ਿਕਾਰੀ ਜਿਹੜਾ ਕਾਲ ਆ ਉਹ, ਤੇ ਇਸੇ ਪ੍ਰਕਾਰ ਜਿਹੜੇ ਪੰਛੀ ਫਾਉਣ ਵਾਲੇ ਆ ਸਾਨੂੰ, ਕਾਮ ਕ੍ਰੋਧ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ, ਇਸ ਤਰ੍ਹਾਂ ਸਾਡੇ ਦੁਆਲੇ ਫਿਰ ਰਹੇ ਨੇ। ਗੁਰ ਰਾਖੇ ਸੇ ਉਬਰੇ ਹੋਰ ਫਾਥੇ ਚੋਗੈ ਸਾਥ। ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਨੇ ਰੱਖਿਆ ਕੀਤੀ, ਰੱਖ ਲਏ, ਉਹ ਉਬਰੇ ਬਚ ਗਏ ਇਸ ਤੋਂ। ਹੋਰ ਫਾਥੇ, ਹੋਰ ਫਸ ਗਏ। ਕਿੰਝ ਜੀ? ਚੋਗੈ ਸਾਥ, ਚੋਗਾ ਪਾਇਆ ਹੋਇਆ ਨਾ। ਇਹ ਜਿਹੜੀ ਪਰਮੇਸ਼ਰ ਨੇ ਮਾਇਆ ਦੀ ਜਾਲੀ ਪਸਾਰੀ ਹੋਈ ਹੈ, ਇਹਦੇ ਵਿੱਚ ਚੋਗਾ ਜਿਹੜਾ ਵਿਸ਼ੇ ਸੁਖ ਮਿਠਾਸ ਹੈ, ਪਦਾਰਥਾਂ ਦੇ ਰਸ ਹਨ, ਤੇ ਇਸ ਪ੍ਰਕਾਰ ਜਿਹੜੀ ਪਕੜ ਜਕੜ ਆ, ਇਹ ਚੋਗਾ ਪਾਇਆ ਹੋਇਆ। ਤੇ ਜਿਵੇਂ ਮਾਇਆ ਦੀ ਠੱਗ ਬੂਟੀ ਹੈ, ਪਦਾਰਥ ਹੀ ਕਹੇ ਜਾਂਦੇ ਨੇ। ਸੋ ਇਸ ਪ੍ਰਕਾਰ ਇਹ ਚੋਗੇ ਸਾਥ, ਚੋਗੇ ਦੇ ਵਿੱਚ ਫਸੇ ਹੋਏ, ਇਸ ਤਰ੍ਹਾਂ ਜਾਲ 'ਚ ਫਸ ਗਏ, ਜਿਨ੍ਹਾਂ ਨੂੰ ਗੁਰੂ ਮਹਾਰਾਜ ਦੀ ਸ਼ਰਨ ਨਹੀਂ ਪ੍ਰਾਪਤ ਹੋਈ। ਜਿਨ੍ਹਾਂ ਨੂੰ ਸਤਿਗੁਰਾਂ ਨੇ ਸ਼ਰਨ ਦੇਤੀ, ਰੱਖਿਆ ਕੀਤੀ, ਉਹ ਉਬਰੇ ਬਚ ਵੀ ਗਏ ਹਨ। ਹੋਰ ਸਾਰੇ ਫਾਥੇ ਫਸ ਗਏ, ਚੋਗ ਦੇ ਸਾਥ ਹੋ ਗਏ, ਚੋਗੇ 'ਚ ਗਲਤਾਨ ਹੋਏ ਹੋਏ। ਬਿਨ ਨਾਵੈ ਚੁਣ ਸੁੱਟੀ ਹੈ ਕੋਈ ਨਾ ਸੰਗੀ ਸਾਥ। ਇਸ ਪ੍ਰਕਾਰ ਹਜੂਰ ਕਹਿੰਦੇ ਨੇ ਨਾਮ ਤੋਂ ਬਗੈਰ ਚੁਣ ਕੇ ਸੁੱਟ ਦਿੱਤੇ ਜਾਂਦੇ ਹਨ। ਜਿਵੇਂ ਉਹ ਪੰਛੀ ਦਾਣਾ ਚੁਗਦੇ ਹੋਏ ਫਸ ਜਾਂਦੇ ਆ, ਤੇ ਇਸ ਪ੍ਰਕਾਰ ਹੀ ਚੁਣ ਚੁਣ ਕੇ ਸੁੱਟ ਦਿੱਤੇ ਜਾਂਦੇ ਆ ਵੱਖਰੇ, ਜਿਨ੍ਹਾਂ ਦੇ ਪੱਲੇ ਨਾਮ ਨਹੀਂ। ਤੇ ਇਸ ਤਰ੍ਹਾਂ ਕੋਈ ਨਾ ਸੰਗੀ ਸਾਥ, ਕੋਈ ਸੰਗੀ ਸਾਥੀ ਨਹੀਂ ਹੁੰਦਾ, ਸਾਥ ਨਿਭਾਉਣ ਵਾਲਾ ਕੋਈ ਸੰਗੀ ਨਹੀਂ ਉੱਥੇ ਹੁੰਦਾ। ਇਸ ਤਰ੍ਹਾਂ ਜਮਾਂ ਦੇ ਅੱਗੇ ਸੁੱਟ ਦਿੱਤੇ ਜਾਂਦੇ ਆ ਪਕੜ ਕੇ। ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ। ਸੱਚ ਹੀ ਸੱਚ ਆਖੀਦਾ ਵਾਹਿਗੁਰੂ ਪਰਮਾਤਮਾ ਨੂੰ, ਜੋ ਹਮੇਸ਼ਾ ਸੱਚ ਸਰੂਪ ਹੈ, ਤੇ ਸੱਚੇ ਅਕਾਲ ਪੁਰਖ ਦਾ ਸੱਚਾ ਹੀ ਅਸਥਾਨ ਹੈ। ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ। ਜਿਨ੍ਹਾਂ ਨੇ ਸੱਚੇ ਅਕਾਲ ਪੁਰਖ ਨੂੰ ਮੰਨ ਲਿਆ ਹੈ, ਭਾਵ ਸ਼ਰਧਾ ਜਾਗੀ ਹੈ ਵਾਹਿਗੁਰੂ ਨਾਲ, ਸ਼ਰਧਾ ਲਾਗੀ ਸੰਗ ਪ੍ਰੀਤਮ ਹੈ। ਸੋ ਤਿਨ ਮਨ ਸੱਚ ਧਿਆਨ, ਉਹਨਾਂ ਦੇ ਮਨ ਅੰਦਰ ਕੇਵਲ ਸੱਚ ਸਰੂਪ ਵਾਹਿਗੁਰੂ ਦਾ ਹੀ ਫਿਰ ਧਿਆਨ ਹੁੰਦਾ। ਮੰਨਣ ਦੀ ਨਿਸ਼ਾਨੀ ਇਹ ਹੈ, ਜਿਨ੍ਹਾਂ ਦਾ ਮਨ ਮੰਨ ਗਿਆ ਵਾਹਿਗੁਰੂ ਨਾਲ, ਉਹਨਾਂ ਦੇ ਮਨ 'ਚ ਸੱਚ ਦਾ ਹੀ ਧਿਆਨ ਹੁੰਦਾ, ਪਰਮੇਸ਼ਰ ਦਾ ਹੀ। ਹੋਰ ਦੂਜਾ ਝੂਠਾ ਧਿਆਨ ਨਹੀਂ ਵਸਦਾ।
ਸਾਡਾ ਧਿਆਨ ਰਹਿੰਦਾ ਇਸ ਝੂਠ ਵਿੱਚ, ਸੰਸਾਰ ਵਿੱਚ ਹੈ। ਮਨ ਮੁਖ ਸੂਚੇ ਜਾਣੀਐ, ਗੁਰਮੁਖ ਜਿਨ੍ਹਾਂ ਗਿਆਨ। ਗੁਰਾਂ ਦੇ ਸਨਮੁਖ ਹੋ ਕੇ, ਗੁਰੂ ਮੁਖ ਦੁਆਰਾ ਉਪਦੇਸ਼ ਪ੍ਰਾਪਤ ਕਰਕੇ, ਜਿਨ੍ਹਾਂ ਦੇ ਤਾਈਂ ਵਾਹਿਗੁਰੂ ਜੀ ਦੇ ਗਿਆਨ ਦੀ ਪ੍ਰਾਪਤੀ ਹੋਈ ਹੈ, ਯਥਾਰਥ ਗਿਆਨ ਦੀ, ਉਹ ਮਨ ਕਰਕੇ ਵੀ ਤੇ ਮੁਖ ਕਰਕੇ ਵੀ ਸੂਚੇ ਸੁੱਚੇ ਹੀ ਜਾਣੇ ਜਾਂਦੇ ਹਨ। ਉਹਨਾਂ ਦੇ ਮਨ ਵਿੱਚ ਵੀ ਸੁੱਚ ਹੈ ਤੇ ਮੁਖ ਵਿੱਚ ਵੀ ਸੁੱਚ ਹੈ। ਮਨ 'ਚ ਵੀ ਪਰਮੇਸ਼ਰ ਦਾ ਨਾਮ ਹੈ, ਮੁਖ ਵਿੱਚ ਵੀ ਵਾਹਿਗੁਰੂ ਦਾ ਹੀ ਨਾਮ ਹੈ, ਸੱਚੇ ਅਕਾਲ ਪੁਰਖ ਦਾ। ਤੇ ਇਸ ਤਰ੍ਹਾਂ ਮਨ ਕਰਕੇ ਤੇ ਮੁਖ ਕਰਕੇ ਸੁੱਚੇ ਹੀ ਜਾਣੇ ਜਾਂਦੇ ਹਨ। ਉਹ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ। ਜੋ ਸੱਚਾ ਗੁਰੂ ਹੈ, ਬ੍ਰਹਮਨੇਸ਼ਟੀ, ਬ੍ਰਹਮ ਸਰੋਤਰੀ, ਸੱਚ ਦਾ ਸਰੂਪ, ਉਹ ਐਸੇ ਸਤਿਗੁਰਾਂ ਦੇ ਅੱਗੇ ਹਜ਼ੂਰ ਕਹਿੰਦੇ ਅਰਦਾਸ ਕਰੋ, ਸਾਜਨ ਦੇ ਮਿਲਾਏ। ਫਿਰ ਉਹ ਸੱਚੇ ਪਾਤਸ਼ਾਹ ਸਤਿਗੁਰੂ ਜੀ ਸੱਜਣ ਅਕਾਲ ਪੁਰਖ ਨੂੰ ਮਿਲਾ ਦਿੰਦੇ ਹਨ। ਸਾਜਨ ਮਿਲਿਆ ਸੁਖ ਪਾਇਆ, ਜਮਦੂਤ ਮੋਏ ਬਿਖ ਖਾਏ। ਸੱਜਣ ਅਕਾਲ ਪੁਰਖ ਦੇ ਮਿਲਣ ਕਰਕੇ ਸੁਖ ਦੀ ਪ੍ਰਾਪਤੀ ਹੋਈ। ਜਿਨ੍ਹਾਂ ਨੂੰ ਸੱਜਣ ਮਿਲ ਪਿਆ ਉਹਨਾਂ ਨੇ ਸੁਖ ਪਾ ਲਿਆ। ਤੇ ਜਮਦੂਤ ਜਿਨ੍ਹਾਂ ਤੋਂ ਸਾਰੇ ਲੋਕ ਡਰਦੇ ਫਿਰਦੇ ਨੇ ਨਾ, ਉਹ ਜਮਦੂਤ ਮਰ ਗਏ ਜ਼ਹਿਰ ਖਾ ਕੇ। ਮਤਲਬ ਜਮਦੂਤਾਂ ਦਾ ਸਾਡੇ ਤੇ ਜਮਦੂਤਾਂ ਵਸ ਨਾ ਚੱਲੀ। ਸੋ ਇਸ ਪ੍ਰਕਾਰ ਜਮਦੂਤਾਂ ਦਾ ਵਸ ਨਹੀਂ ਚੱਲ ਸਕਦਾ, ਉਹ ਮਨ ਨੂੰ ਜ਼ਹਿਰ ਖਾ ਕੇ ਮਰ ਗਏ ਹਨ। ਨਾਵੈ ਅੰਦਰ ਹਉ ਵਸਾ, ਨਾਉ ਵਸੈ ਮਨ ਆਏ। ਨਾਮ ਦੇ ਅੰਦਰ ਹੀ ਮੈਂ ਵਸਦੀ ਹਾਂ ਜਾਂ ਵਸਦਾ ਹਾਂ। ਨਾਮ ਮਨ ਵਿੱਚ ਆ ਕੇ ਵਸ ਗਿਆ ਹੈ। ਨਾਮ ਵਸੈ ਮਨ, ਨਾਮ ਮਨ 'ਚ ਆ ਕੇ ਜਦੋਂ ਵਸ ਜਾਂਦਾ, ਫਿਰ ਨਾਵੈ ਅੰਦਰ ਹਉ ਵਸਾ, ਫਿਰ ਮੈਂ ਵੀ ਨਾਮ ਦੇ ਅੰਦਰ ਹੀ ਵਸਦੀ ਹਾਂ। ਬਾਝ ਗੁਰੂ ਗੁਬਾਰ ਹੈ, ਬਿਨ ਸ਼ਬਦੈ ਬੂਝ ਨਾ ਪਾਏ। ਗੁਰੂ ਤੋਂ ਬਗੈਰ ਗੁਬਾਰ, ਹਨੇਰਾ, ਅਗਿਆਨਤਾ ਦਾ ਛਾਇਆ ਰਹਿੰਦਾ ਹਿਰਦੇ 'ਚ। ਬਿਨਾਂ ਗੁਰਾਂ ਦੇ ਉਪਦੇਸ਼ ਤੋਂ ਬੂਝ ਸਮਝ ਨਹੀਂ ਪ੍ਰਾਪਤ ਹੁੰਦੀ। ਗੁਰਮਤੀ ਪ੍ਰਗਾਸ ਹੋਏ, ਸੱਚ ਰਹਿ ਲਵਲਾਏ। ਜੋ ਗੁਰਮਤੀਆ ਬਣ ਜਾਂਦਾ, ਗੁਰਾਂ ਦੀ ਮੱਤ ਦਾ ਧਾਰਨੀ, ਉਹਦੇ ਅੰਦਰ ਪ੍ਰਕਾਸ਼ ਚਾਨਣ ਹੋ ਜਾਂਦਾ ਗਿਆਨ ਦਾ, ਤੇ ਫਿਰ ਉਹ ਸੱਚ ਵਿੱਚ ਹੀ ਆਪਣੀ ਸੁਰਤ ਨੂੰ ਲਾ ਕੇ ਰਹਿੰਦਾ, ਲਾਈ ਰੱਖਦਾ ਆਪਣੀ ਸੁਰਤ ਨੂੰ, ਲਿਵ ਨੂੰ। ਤਿੱਥੈ ਕਾਲ ਨਾ ਸੰਚਰੈ, ਜੋਤੀ ਜੋ ਸਮਾਏ। ਉੱਥੇ ਹਜ਼ੂਰ ਕਹਿੰਦੇ ਕਾਲ ਨਹੀਂ ਪਹੁੰਚਦਾ, ਕਾਲ ਦਾ ਕੋਈ ਅਸਰ ਨਹੀਂ ਪੈਂਦਾ ਉੱਥੇ। ਮੌਤ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਜੋਤੀ ਸਰੂਪ ਪਰਮਾਤਮਾ ਦੇ ਵਿੱਚ ਉਸ ਦੀ ਜੋਤ ਆਤਮਾ ਜੋ ਤੱਤ ਹੈ, ਪਰਮ ਤੱਤ ਵਿੱਚ ਸਮਾ ਜਾਂਦੀ ਹੈ। ਤੂੰ ਹੈ ਸਾਜਨ ਤੂੰ ਸੁਜਾਨ। ਹੇ ਵਾਹਿਗੁਰੂ, ਤੁਸੀਂ ਲੋਕ ਪਰਲੋਕ ਦੇ ਸੱਜਣ ਹੋ, ਤੁਸੀਂ ਸੁਜਾਨ, ਸਿਆਣੇ, ਦਾਨੇ ਪ੍ਰਧਾਨੇ ਹੋ। ਤੁਹਾਡੇ ਜਿੱਡੀ ਵੱਡੀ ਸਮਝ ਸੂਝ ਗਿਆਤ ਕਿਸੇ ਨੂੰ ਹੈ ਨਹੀਂ। ਤੁਸੀਂ ਅੰਦਰ ਦੀਆਂ ਜਾਣਨ ਵਾਲੇ ਹੋ। ਤੂੰ ਆਪੇ ਮੇਲਣਹਾਰ। ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਮੇਲਣ ਵਾਲੇ ਹੋ। ਆਪਣੇ ਨਾਲ ਮਿਲਣ ਦੀ ਸਮਰੱਥਾ ਤੁਹਾਡੇ ਪਾਸ ਹੀ ਹੈ, ਅਸੀਂ ਨਹੀਂ ਤੁਹਾਨੂੰ ਮਿਲ ਸਕਦੇ। ਗੁਰ ਸ਼ਬਦੀ ਸਲਾਹੀ ਅੰਤ ਨ ਪਾਰਾਵਾਰ। ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਹੀ ਤੁਹਾਨੂੰ ਸਲਾਹਿਆ ਜਾਂਦਾ ਜੀ, ਤੇ ਤੁਹਾਡਾ ਅੰਤ ਜਾਂ ਪਾਰਾਵਾਰ ਕੋਈ ਹੈ ਨਹੀਂ। ਨਾ ਅੰਤ ਹੈ ਤੁਹਾਡੇ ਗੁਣਾਂ ਦਾ, ਨਾ ਤੁਹਾਡੇ ਸਰੂਪ ਦਾ ਪਾਰ ਉਰਾਰ ਲੱਭਦਾ। ਸੱਚੇ ਪਾਤਸ਼ਾਹ ਤਿੱਥੈ ਕਾਲ ਨਾ ਅਪੜਾ, ਜਿੱਥੇ ਗੁਰ ਕਾ ਸ਼ਬਦ ਅਪਾਰ। ਉੱਥੇ ਕਾਲ ਦੀ ਪਹੁੰਚ ਨਹੀਂ ਹੈ ਜਿੱਥੇ ਗੁਰਾਂ ਦੇ ਸ਼ਬਦ ਦਾ ਪ੍ਰਕਾਸ਼ ਹੈ, ਜਿੱਥੇ ਗੁਰੂ ਕਾ ਸ਼ਬਦ ਅਪਾਰ, ਅਪਾਰ ਬੇਅੰਤ ਗੁਣਾਂ ਵਾਲਾ, ਬੇਅੰਤ ਮਹਿਮਾ ਵਾਲਾ, ਬੇਅੰਤ ਗਿਆਨ ਵਾਲਾ ਜਿੱਥੇ ਗੁਰੂ ਦਾ ਸ਼ਬਦ ਹੈ, ਉੱਥੇ ਕਾਲ ਨਹੀਂ ਪਹੁੰਚ ਸਕਦਾ। ਭਾਵ ਮੌਤ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਹੁਕਮੀ ਸਭੇ ਉਪਜੈ, ਹੁਕਮੀ ਕਾਰ ਕਮਾਹੇ। ਵਾਹਿਗੁਰੂ ਦੇ ਹੁਕਮ ਦੁਆਰਾ ਇਹ ਸਾਰੇ ਜੀ ਉਪਜਦੇ ਪੈਦਾ ਹੁੰਦੇ ਹਨ, ਤੇ ਵਾਹਿਗੁਰੂ ਦੇ ਹੁਕਮ ਵਿੱਚ ਹੀ ਸਾਰੇ ਕਾਰ ਕਮਾਉਂਦੇ ਹਨ। ਹੁਕਮੀ ਕਾਲੈ ਵਸ ਹੈ, ਹੁਕਮੀ ਸਾਚ ਸਮਾਹੇ। ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਇੱਕ ਜੀਵ ਜਿਹੜੇ ਗੁਰਾਂ ਤੋਂ ਬੇਮੁਖ ਰਹਿੰਦੇ ਆ, ਪਰਮੇਸ਼ਰ ਦੇ ਨਾਮ ਤੋਂ ਸਖਣੇ, ਉਹ ਕਾਲ ਦੇ ਵਸ ਵਿੱਚ ਪੈ ਜਾਂਦੇ ਹਨ। ਹੁਕਮੀ ਸਾਚ ਸਮਾਹੇ। ਹੁਕਮ ਹੀ ਹੈ ਪਰਮਾਤਮਾ ਦਾ। ਉਸ ਹੁਕਮੀ ਪਰਮਾਤਮਾ ਦੇ ਹੁਕਮ ਦੁਆਰਾ ਹੀ ਗੁਰਾਂ ਦੀ ਸ਼ਰਨ ਆ ਕੇ ਗਿਆਤ ਪ੍ਰਾਪਤ ਕਰਕੇ ਸੱਚ ਸਰੂਪ ਪਰਮੇਸ਼ਰ ਵਿੱਚ ਹੀ ਸਮਾ ਜਾਂਦੇ ਹਨ। ਨਾਨਕ ਜੋ ਤਿਸ ਭਾਵੈ ਸੋ ਥੀਐ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕੀ ਕਹੀਏ ਹੋਰ ਭਾਈ, ਜੋ ਤਿਸ ਪਰਮਾਤਮਾ ਨੂੰ ਭਾਉਂਦਾ ਹੈ ਸੋ ਥੀਐ, ਹੁੰਦਾ ਹੈ। ਇਹਨਾਂ ਜਨਤਾ ਵਸ ਕਿਛ ਨਾ ਹੈ। ਇਹ ਜਿਹੜੇ ਜੰਤ ਜੀਵ ਹਨ ਸੰਸਾਰ ਦੇ, ਇਹਨਾਂ ਜੀਆਂ ਜਨਤਾਂ ਦੇ ਵਸ ਵਿੱਚ ਕੁਛ ਵੀ ਨਹੀਂ ਹੈ। ਆਪਣੇ ਵਸ ਵਿੱਚ, ਆਪਣੇ ਹੱਥ ਵਿੱਚ ਕੁਛ ਨਹੀਂ ਹੈ। ਜੋ ਕੁਝ ਵੀ ਕਰਨ ਕਰਾਵਣ ਹਾਰ ਹੈ, ਵਾਹਿਗੁਰੂ ਪਰਮਾਤਮਾ ਹੈ। ਇਹ ਇੱਥੋਂ ਤੱਕ
ਚਾਰ ਅਸ਼ਟਪਦੀਆਂ ਦੀ ਵਿਚਾਰ ਗੁਰੂ ਕਿਰਪਾ ਸਦਕਾ ਹੋਈ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।